ਸਤਨਾਮ ਸ੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਨਿਕਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣਿਆਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸੁਖ ਸਾਗਰ ਗੁਰਦਿਓ ਹੈ, ਸੁਖ ਦੇ ਮੇਲ ਲੈ ਦੁਖਿਆਰੇ। ਗੁਰ ਪੂਰਾ ਨਿਰਵੈਰ ਹੈ, ਨਿੰਦਕ ਦੋਖੀ ਬੇਮੁਖ ਤਾਰੇ। ਗੁਰ ਪੂਰਾ ਨਿਰਭਉ ਸਦਾ, ਜਨਮ ਮਰਨ ਜਮ ਡਰੈ ਉਤਾਰੇ। ਸਤਿਗੁਰ ਪੁਰਖ ਸੁਜਾਨ ਹੈ, ਵੱਡਾ ਅਜਾਨ ਮੁਗਧ ਨਿਸਤਾਰੇ। ਸਤਿਗੁਰ ਆਗੂ ਜਾਣੀਐ, ਬਾਹਾਂ ਪਕੜ ਅੰਧਲੇ ਉਧਾਰੇ। ਮਾਣ ਨਿਮਾਣੈ ਸਦ ਬਲਿਹਾਰੇ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਮਹੱਲਾ ਪੰਜਵਾ। ਹਰ ਗੁਣ ਜਪਤ ਕਮਲ ਪਰਗਾਸੈ, ਹਰ ਸਿਮਰਤ ਤਰਾਸ ਸਭ ਨਾਸੈ। ਹਰ ਗੁਣ ਜਪਤ ਕਮਲ ਪਰਗਾਸੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ, ਆਤਮਿਕ ਜੋਤ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਪਰਮ ਕਿਰਪਾਲਤਾ ਦਾ ਸਦਕਾ ਜੋ ਹਜ਼ੂਰ ਦੀ ਅੰਮ੍ਰਿਤਮਈ ਪਾਵਨ ਪਵਿੱਤਰ ਮੁੱਖ ਵਾਕ ਤੁਰਕੀ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਹੋਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 199 ਉੱਪਰ ਪਹੁੰਚੀ ਹੋਈ ਹੈ ਔਰ ਗੌੜੀ ਰਾਗ ਅੰਦਰ ਇਹ ਵਿਚਾਰ ਚੱਲ ਰਹੀ ਹੈ। ਗੌੜੀ ਰਾਗ ਦੇ 115 ਸ਼ਬਦਾਂ ਦੀ ਵਿਚਾਰ ਇਸ ਤੋਂ ਪਹਿਲਾਂ ਹੋ ਚੁੱਕੀ ਹੈ ਔਰ ਇਸ ਤੋਂ ਅੱਗੇ ਜੋ ਸਤਿਗੁਰੂ ਮਹਾਰਾਜ ਪਰਮ ਪਵਿੱਤਰ ਬਚਨ ਫਰਮਾ ਰਹੇ ਹਨ, ਗੁਰੂ ਕਿਰਪਾ ਸਦਕਾ ਅਤੇ ਗੁਰੂ ਕੀ ਸੰਗਤ ਦੀ ਅਸੀਸ ਦੁਆਰਾ ਹਜ਼ੂਰ ਦੇ ਸ਼੍ਰੀ ਮੁੱਖ ਵਾਕ ਬਚਨਾਂ ਨੂੰ ਵਿਚਾਰਨ ਦਾ ਅਤੇ ਸੁਣਨ ਦਾ ਯਤਨ ਕਰੀਏ, ਆਹਰ ਕਰੀਏ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਦੇ ਅੰਦਰ ਪੰਚਮ ਗੁਰਦੇਵ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਫਰਮਾਉਂਦੇ ਹਨ। ਹਰ ਗੁਣ ਜਪਤ ਕਮਲ ਪਰਗਾਸੈ। ਕਮਲ ਦਾ ਇੱਥੇ ਅਰਥ ਹੈ ਸਾਡਾ ਹਿਰਦਾ। ਜਿਵੇਂ ਕਮਲ ਸਿੱਧਾ ਹੋਵੇ ਖਿੜਿਆ ਹੋਇਆ ਅਤੇ ਉਹਦੇ ਤੋਂ ਖੁਸ਼ਬੂ ਪ੍ਰਾਪਤ ਹੁੰਦੀ ਹੈ ਔਰ ਸੁੰਦਰਤਾ ਬਣਦਾ ਹੈ, ਇਸੇ ਪ੍ਰਕਾਰ ਜਿਹੜਾ ਸਾਡਾ ਹਿਰਦਾ ਕਮਲ ਹੈ, ਇਹ ਸੰਸਾਰ ਵੱਲ ਮਨ ਦਾ ਰੁਖ ਹੋਣ ਕਰਕੇ ਇਹ ਮਨੋ ਮੂਧਾ ਕਮਲ ਹੈ, ਮਨਮੁਖ ਊਂਦਾ ਕਮਲ ਹੈ। ਨਾ ਤਿਸ ਭਗਤ ਨਾ ਨਾਉ, ਐਸੇ ਬਚਨ ਗੁਰੂ ਮਹਾਰਾਜ ਦੇ ਆਏ ਨੇ। ਮਨਮੁਖ ਦਾ ਹਿਰਦਾ ਊਂਦਾ ਪੁੱਠਾ ਹੈ ਅਤੇ ਜੇ ਚਾਹੀਏ ਵੀ ਇਸ ਹਿਰਦੇ ਕਮਲ ਨੂੰ ਖਿੜਾਵਟ ਵਿੱਚ ਲਿਆਉਣਾ, ਸਿੱਧਾ ਕਰਨਾ, ਇਹ ਖਿੜਨਾ ਚਾਹੀਦਾ। ਅਤੇ ਸਤਿਗੁਰੂ ਮਹਾਰਾਜ ਸਾਧਨ ਦੱਸਦੇ ਨੇ, ਹਰ ਗੁਣ ਜਪਤ ਕਮਲ ਪਰਗਾਸੈ। ਹਰੀ ਅਕਾਲ ਪੁਰਖ ਦਾ ਨਾਮ ਜਪਣਾ, ਵਾਹਿਗੁਰੂ ਦੇ ਗੁਣਾਨਵਾਦ ਨੂੰ ਗਾਉਣਾ, ਹਰੀ ਦੇ ਗੁਣ ਜਪਦਿਆਂ ਹੋਇਆ ਪਰਮਾਤਮਾ ਦੀ ਵਡਿਆਈ ਸੋਭਾ, ਪਰਮਾਤਮਾ ਦੀਆਂ ਖੂਬੀਆਂ ਬਿਆਨ ਕਰਨ ਦੇ ਨਾਲ, ਬੋਲਣ ਦੇ ਨਾਲ, ਭਾਵ ਰੱਬ ਦਾ ਜਸ ਗਾਉਣ ਨਾਲ, ਸੁਣਨ ਨਾਲ, ਪਰਮਾਤਮਾ ਦੇ ਗੁਣਾਨਵਾਦ ਨਾਲ ਜੁੜਨ ਕਰਕੇ, ਮੁੱਖ ਤੋਂ ਬੋਲਣ ਕਰਕੇ ਕਦੇ ਸਮਾਂ ਆਉਂਦਾ ਫਿਰ ਹਿਰਦਾ ਰੂਪੀ ਕਮਲ ਪ੍ਰਗਾਸਦਾ ਹੈ, ਪ੍ਰਕਾਸ਼ਿਤ ਹੁੰਦਾ ਹੈ, ਖਿੜ ਆਉਂਦਾ ਹੈ, ਉਹਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਹਿਰਦਾ ਕਮਲ ਜਿਹੜਾ ਉਹ ਖਿੜ ਜਾਂਦਾ ਹੈ, ਪ੍ਰਕਾਸ਼ਿਤ ਹੁੰਦਾ, ਪ੍ਰਗਾਸਦਾ ਹੈ। ਨਾਲ ਹਜ਼ੂਰ ਦੱਸਦੇ ਨੇ, ਹਰ ਸਿਮਰਤ ਤਰਾਸ ਸਭ ਨਾਸੈ। ਜਿਹੜਾ ਹਿਰਦਾ ਮੂਧਾ ਹੈ, ਸੰਸਾਰ ਵੱਲ ਹੈ, ਸੰਸਾਰੀ ਹੈ,
ਉਹਦੇ ਅੰਦਰ ਕਈ ਤਰ੍ਹਾਂ ਦੇ ਡਰ ਵਸੇ ਹੁੰਦੇ ਨੇ। ਸਹਿਮ, ਤੌਖਲਾ, ਡਰ, ਇਹ ਹਿਰਦੇ ਦੇ ਅੰਦਰ ਵਸਦਾ ਹੈ। ਵਿਕਾਰਾਂ ਦਾ ਡਰ ਹੈ, ਜੰਮਣ ਮਰਨ ਦਾ ਡਰ ਹੈ, ਸਰੀਰਕ ਮ੍ਰਿਤੂ ਦਾ ਡਰ ਵੀ ਬੜਾ ਵਿਆਪਦਾ ਹੈ। ਮੇਰੇ ਸਰੀਰ ਦਾ ਕੋਈ ਨੁਕਸਾਨ ਨਾ ਕਰੇ, ਮਰ ਜਾਣ ਦਾ ਡਰ, ਜਮਾਂ ਦਾ ਡਰ, ਅਨੇਕਾਂ ਡਰ ਨੇ। ਵੈਸੇ ਵਿਦਵਾਨਾਂ ਨੇ ਦੁਨਿਆਵੀ ਡਰ 7 ਪ੍ਰਕਾਰ ਦਾ ਦੱਸਿਆ। ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਕਿ ਸਾਰੇ ਹੀ ਡਰ ਜਿਹੜੇ ਹਨ, ਹਰ ਤਰ੍ਹਾਂ ਦਾ ਜੋ ਡਰ ਹੈ, ਸਾਰਾ ਦਾ ਸਾਰਾ ਡਰ ਹਰੀ ਦਾ ਸਿਮਰਨ ਕਰਦਿਆਂ ਹੋਇਆਂ ਨੱਸ ਜਾਂਦਾ ਹੈ, ਨਾਸ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਸਾ ਮਤ ਪੂਰੀ ਜਤ ਹਰ ਗੁਣ ਗਾਵੇ। ਅਸੀਂ ਸੰਸਾਰੀ ਜੀਵ, ਕੋਈ ਮਨੁੱਖ ਗੱਲਬਾਤ ਕਰਨ ਵਿੱਚ ਬੜਾ ਚਤੁਰ ਹੋਵੇ ਤੇ ਕਹਿੰਦੇ ਬੜੀ ਮੱਤ ਹੈ ਇਸ ਨੂੰ, ਬੜੀ ਅਕਲ ਹੈ ਇਸ ਨੂੰ। ਅਕਲ ਵਾਲਾ ਫਲਾਣੇ ਦਾ ਧੀ ਪੁੱਤਰ ਹੈ, ਉਸਨੇ ਇੰਨੀ ਵਿੱਦਿਆ ਪੜ੍ਹ ਲਈ ਹੈ, ਉਹ ਜੱਜ ਲੱਗਾ ਹੋਇਆ, ਉਹ ਵਕੀਲ ਹੈ, ਉਹ ਡਾਕਟਰ ਬਣ ਗਿਆ ਹੈ, ਟੀਚਰ ਬਣ ਗਿਆ। ਇਤਿਆਦਿਕ ਅਸੀਂ ਇਸ ਮੱਤ ਨੂੰ, ਅਕਲ ਨੂੰ ਜਾਂ ਬੁੱਧੀ ਨੂੰ ਮਹਾਨ ਮੰਨਦੇ ਹਾਂ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹ ਮੱਤ ਜਿਹਦੇ ਰਾਹੀਂ ਵਾਹਿਗੁਰੂ ਜਪਿਆ ਜਾਂਦਾ ਹੈ, ਕਿਉਂਕਿ ਬਚਨ ਹਨ, ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ। ਔਰ ਇਹ ਵੀ ਹਜ਼ੂਰ ਨੇ ਕਿਹਾ, ਸਾ ਬੁੱਧ ਦੀਜੈ ਜਿਤ ਵਿਸਰਹਿ ਨਾਹੀਂ। ਇਹ ਵਾਹਿਗੁਰੂ ਮੈਨੂੰ ਤਾਂ ਉਹ ਬੁੱਧ ਅਕਲ ਮਤ ਬਖਸ਼ੋ ਜਿਸ ਰਾਹੀਂ ਤੁਸੀਂ ਨਾ ਕਦੇ ਵਿਸਰਦੇ ਹੋ। ਜਾਂ ਇੰਝ ਕਿਹਾ, ਊਤਮ ਮਤ ਮੇਰੇ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਵਿੰਦਾ, ਅਤ ਪ੍ਰੀਤਮ ਮੋਹਿ ਲਾਗਿਆ ਨਾ। ਉੱਤਮ ਮਤ ਜਿਸ ਰਾਹੀਂ ਪ੍ਰਮਾਤਮਾ ਜਪਿਆ ਜਾਂਦਾ, ਵਾਹਿਗੁਰੂ ਦਾ ਆਰਾਧਨ ਕੀਤਾ ਜਾਂਦਾ, ਰੱਬ ਦੇ ਗੁਣ ਗਾਏ ਜਾਂਦੇ, ਉਹੀ ਮੱਤ ਉੱਚੀ ਹੈ, ਉਜਲੀ ਹੈ। ਬਾਕੀ ਜਿਹੜੀਆਂ ਮੱਤਾਂ ਹਨ ਉਹ ਇੱਥੇ ਰਹਿ ਜਾਂਦੀਆਂ, ਇੱਥੋਂ ਵਾਸਤੇ ਨੇ। ਸਰੀਰਕ ਸੁੱਖ ਤਾਂ ਦੁਨਿਆਵੀ ਅਕਲ ਕਰਕੇ ਮਿਲ ਜਾਂਦਾ ਮਨੁੱਖ ਨੂੰ। ਕਈ ਵਾਰੀ ਅਕਲ ਹੁੰਦਿਆਂ ਆ ਵੀ ਨਹੀਂ, ਜਿਵੇਂ ਵਜੀਦੇ ਨੇ ਲਿਖਿਆ ਵੀ ਮੂਰਖ ਨੂੰ ਸਵਾਰੀ ਹਾਥੀ ਘੋੜਿਆਂ, ਪੰਡਤ ਪੈਰ ਪਿਆਦੇ ਪਾਟੇ ਜੋੜਿਆਂ, ਕਰਨ ਮਜ਼ੂਰੀ ਸੁੱਗੜ ਮੂਰਖ ਦੇ ਜਾਏ ਘਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਇੰਝ ਕਰ। ਕਈ ਅਕਲਾਂ ਵਾਲੇ ਵੀ ਗਰੀਬ ਰਹਿ ਜਾਂਦੇ ਤੇ ਮੂਰਖ ਬੰਦੇ ਬੜੇ ਧਨ ਦੇ ਮਾਲਕ ਹੁੰਦੇ ਨੇ। ਸੋ ਇਸ ਵਾਸਤੇ ਜਿਹੜੀ ਅਕਲ ਨਾਲ ਪ੍ਰਮਾਤਮਾ ਜਪਿਆ ਜਾਏ, ਸਿਮਰਿਆ ਜਾਏ, ਵਾਹਿਗੁਰੂ ਦੇ ਗੁਣ ਗਾਏ ਜਾਣ, ਹਜ਼ੂਰ ਕਹਿੰਦੇ ਉਹ ਮੱਤ ਮਹਾਨ ਹੈ। ਸਾ ਮੱਤ ਪੂਰੀ, ਉਹੀ ਮੱਤ ਪੂਰਨ ਹੈ, ਉਹੀ ਮੱਤ ਭਾਵ ਉੱਚੀ ਹੈ, ਉਹੀ ਮੱਤ ਮਹਾਨ ਹੈ ਜਿਤ ਹਰ ਗੁਣ ਗਾ। ਜਿਸ ਮੱਤ ਰਾਹੀਂ ਗੁਰਮੁਖ ਪਿਆਰਾ, ਵਾਹਿਗੁਰੂ ਦਾ ਸੇਵਕ ਹਰੀ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦਾ, ਜਿਹੜਾ ਰੱਬ ਦੇ ਗੁਣਾਂ ਨੂੰ ਗਾਉਂਦਾ ਉਹਦੀ ਹੀ ਮੱਤ ਪੂਰੀ ਹੈ। ਵੱਡਾ ਭਾਗ ਸਾਧੂ ਸੰਗ ਪਾਵੈ, ਜਿਸ ਦੇ ਵੱਡੇ ਭਾਗ ਹੋਣ। ਜੇ ਵੱਡ ਭਾਗ ਹੋਵੈ ਵੱਡ ਉੱਚੇ, ਜਲ ਮਿਲਦਿਆਂ ਢਿੱਲ ਨਾ ਲਾਈਐ। ਪ੍ਰਮਾਤਮਾ ਦੇ ਜਨਾਂ ਨੂੰ ਤਾਂ ਹੀ ਮਿਲਿਆ ਜਾ ਸਕਦਾ ਸੇਵਕਾਂ ਨੂੰ ਜੇ ਭਾਗਾਂ 'ਚ ਲਿਖਿਆ ਹੋਇਆ ਹੋਵੇ। ਜੇ ਭਾਗ ਸਵੱਲੇ ਨਹੀਂ, ਭਾਗ ਉੱਚੇ ਨਹੀਂ, ਪੂਰਬਲੇ ਜਨਮਾਂ ਦੇ ਕਰਮ ਨਹੀਂ ਚੰਗੇ ਕਮਾਏ ਹੋਏ, ਤਾਂ ਵਾਹਿਗੁਰੂ ਦੇ ਪਿਆਰਿਆਂ ਦਾ ਸੰਗ ਨਹੀਂ ਮਿਲਦਾ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਬੀਤ ਰਾਗ ਮਹਾਤਮਾ, ਰਸਕ ਪੁਰਖ, ਵਾਹਿਗੁਰੂ ਦੇ ਨਾਮ ਦਾ ਰਸ ਚੱਖਣ ਵਾਲੇ ਗੁਰਮੁਖ ਪਿਆਰਿਆਂ ਦਾ ਸੰਗ ਵੀ ਵੱਡਿਆਂ ਭਾਗਾਂ ਕਰਕੇ ਮਿਲਦਾ। ਵੱਡਾ ਭਾਗ, ਭਾਗ ਦੇ ਗੱਗੇ ਨੂੰ ਸਿਹਾਰੀ ਹੈ। ਵੱਡਿਆਂ ਭਾਗਾਂ ਕਰਕੇ ਕੋਈ ਵੀ ਜੀਵ ਸਾਧੂ ਸੰਗ ਪਾਵੇ। ਸਾਧੂ ਸਤਿਗੁਰਾਂ ਦਾ ਸੰਗ ਪ੍ਰਾਪਤ ਕਰਦਾ। ਸਾਧੂ ਜਿਨ੍ਹਾਂ ਨੇ ਮਨ ਸਾਧਿਆ ਹੋਇਆ, ਐਸੇ ਗੁਰਮੁਖ ਜਨਾਂ ਦਾ ਸੰਗ ਕੋਈ ਪ੍ਰਾਪਤ ਕਰਦਾ ਹੈ ਜੇ ਵੱਡੇ ਭਾਗ ਹੋਣ ਤਾਂ। ਰਹਾਓ ਸਾਧ ਸੰਗ ਪਾਈਐ ਨਿਧਨਾਮਾ। ਪ੍ਰਸ਼ਨ ਉੱਠਦਾ ਹੈ ਕਿ ਗੁਰੂ ਮਹਾਰਾਜ ਜੀ ਸਾਧੂਆਂ ਦੇ ਸੰਗ ਦੀ ਬੜੀ ਮਹਾਨਤਾ ਆਪ ਜੀ ਬਿਆਨ ਕਰ ਰਹੇ ਹੋ, ਕੀ ਫਲ ਮਿਲਦਾ ਜੀ ਸਾਧੂ ਜਨਾਂ ਦਾ ਸੰਗ ਕਰਨ ਕਰਕੇ? ਤਾਂ ਹਜ਼ੂਰ ਕਹਿੰਦੇ ਨੇ, ਸਾਧ ਸੰਗ ਪਾਈਐ ਨਿਧਨਾਮਾ। ਗੁਰਮੁਖ ਪਿਆਰਿਆਂ ਦੀ, ਸਾਧਾਂ ਦੀ ਸੰਗਤ ਵਿੱਚ, ਸਾਧਾਂ ਦੇ ਸੰਗ ਸਾਥ ਰਹਿ ਕੇ ਪ੍ਰਾਪਤ ਕਰੀਦਾ ਹੈ ਨਾਮ ਰੂਪ ਨਿਧ ਖਜ਼ਾਨਾ। ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਲੱਭ ਪੈਂਦਾ, ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲਈਦਾ, ਕਿਉਂਕਿ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ।
ਕੋਈ ਚੋਰਾਂ ਦੀ ਸੰਗਤ ਕਰੇਗਾ ਤਾਂ ਚੋਰੀ ਕਰਨ ਦਾ ਹੀ ਸੁਭਾਅ ਪ੍ਰਪੱਕ ਹੋਵੇਗਾ। ਅਮਲੀਆਂ ਦੀ, ਫੀਮੀਆਂ ਦੀ, ਸ਼ਰਾਬੀਆਂ ਦੀ, ਵਿਕਾਰੀਆਂ ਦੀ, ਜਵਾਰੀਆਂ ਦੀ ਸੰਗਤ ਕਰਕੇ ਤਾਂ ਨਹੀਂ ਨਾ ਰੱਬ ਦਾ ਨਾਮ ਲੱਭ ਸਕਦਾ। ਨਹੀਂ, ਸਾਧ ਸੰਗਤ ਦੁਆਰਾ ਹੀ ਪਰਮੇਸ਼ਰ ਦਾ ਨਾਮ ਲੱਭਦਾ ਹੈ। ਗੁਰੂ ਕੀ ਸਾਧ ਸੰਗਤ, ਗੁਰੂ ਕੇ ਪਿਆਰਿਆਂ ਦੀ ਸੰਗਤ ਸੰਗ ਸਾਥ ਪਾ ਲਈਦਾ ਹੈ ਵਾਹਿਗੁਰੂ ਦਾ ਨਾਮ ਦਾ ਖਜ਼ਾਨਾ। ਸਾਧ ਸੰਗ ਪੂਰਨ ਸਭ ਕਾਮਾ। ਸਾਧ ਸੰਗਤ ਵਿੱਚ ਵਸਣ ਕਰਕੇ, ਸਾਧ ਜਨਾਂ ਦੀ ਸੰਗਤ ਕਰਕੇ ਸਾਰੇ ਕੰਮ ਪੂਰਨ ਹੋ ਜਾਂਦੇ, ਸਾਰੇ ਕੰਮ ਸਿਰੇ ਚੜ੍ਹ ਜਾਂਦੇ, ਮਤਲਬ ਸਫਲੇ ਹੋ ਜਾਂਦੇ। ਮਨੁੱਖਾ ਦੇਹ ਦਾ ਮੁੱਖ ਪ੍ਰਯੋਜਨ ਜਾਂ ਕੰਮ ਹੈ ਆਤਮ ਗਿਆਨ ਦੀ ਪ੍ਰਾਪਤੀ, ਕਲਿਆਣ, ਵਿਕਾਰਾਂ ਦਾ ਖਾਤਮਾ, 84 ਦਾ ਗੇੜਾ ਕੱਟਿਆ ਜਾਣਾ, ਮੁਕਤ ਹੋਣਾ, ਸੁਤੰਤਰ ਹੋਣਾ। ਇਹ ਮਨੁੱਖਾ ਦੇਹ ਦਾ ਕੰਮ ਹੈ, ਯਾਨੀ ਮਨੋਰਥ ਹੈ, ਕਾਰਜ ਇਸ ਵਾਸਤੇ ਦੇਹ ਮਿਲੀ ਹੈ। ਅਤੇ ਮਹਾਰਾਜ ਕਹਿੰਦੇ ਨੇ ਉਹ ਸਾਧ ਜਨਾਂ ਦੀ ਸੰਗਤ 'ਚ ਰਹਿ ਕੇ ਇਹ ਸਭ ਕੰਮ ਪੂਰਾ ਹੋ ਜਾਂਦਾ ਹੈ। ਹਰ ਕੀ ਭਗਤ ਜਨਮ ਪ੍ਰਵਾਨ, ਕਿਉਂਕਿ ਹਜ਼ੂਰ ਨੇ ਕਿਹਾ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀ। ਨਾਮ ਰੂਪੀ ਜਲ ਵਾਸਤੇ, ਅੰਮ੍ਰਿਤ ਜਲ ਨਾਮ ਦਾ ਪ੍ਰਾਪਤ ਕਰਨ ਲਈ ਤੁਸੀਂ ਜਗ ਵਿੱਚ ਆਏ ਹੋ। ਮਨੁੱਖਾ ਦੇਹ ਦਾ ਪ੍ਰਯੋਜਨ ਇਹ ਹੈ ਅਤੇ ਉਹ ਸਤਿਗੁਰਾਂ ਪਾਸੋਂ ਮਿਲਦਾ, ਗੁਰੂ ਕੇ ਪਿਆਰਿਆਂ ਦੀ, ਗੁਰੂ ਦੀ ਸਾਧ ਸੰਗਤ 'ਚ ਵਸਣ ਕਰਕੇ ਪ੍ਰਾਪਤ ਹੁੰਦਾ ਹੈ। ਹਰ ਕੀ ਭਗਤ ਜਨਮ ਪ੍ਰਵਾਨ, ਹਰੀ ਅਕਾਲ ਪੁਰਖ ਦੀ ਭਗਤੀ ਦੁਆਰਾ ਹੀ ਮਨੁੱਖਾ ਜਨਮ ਪ੍ਰਵਾਨ ਹੁੰਦਾ, ਯਾਨੀ ਕਿ ਕਬੂਲ ਪੈਂਦਾ ਵਾਹਿਗੁਰੂ ਦੇ ਦਰ 'ਤੇ, ਸਫਲਤਾ ਪ੍ਰਾਪਤ ਹੁੰਦੀ ਹੈ ਮਨੁੱਖਾ ਦੇਹ ਦੀ। ਹਰ ਕੀ ਭਗਤ ਜਨਮ ਪ੍ਰਵਾਨ, ਮਨੁੱਖਾ ਜਨਮ ਪ੍ਰਵਾਨ ਹੀ ਹੋ ਜਾਂਦਾ ਹੈ, ਸਫਲਾ ਹੋ ਜਾਂਦਾ ਹੈ। ਗੁਰ ਕਿਰਪਾ ਤੇ ਨਾਮ ਵਖਾਣ, ਕਿਉਂਕਿ ਗੁਰਾਂ ਦੀ ਕਿਰਪਾ ਦੁਆਰਾ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਉਚਾਰਨ ਅਸੀਂ ਕਰ ਸਕਦੇ ਹਾਂ। ਗੁਰੂ ਦੀ ਕਿਰਪਾ ਤੋਂ ਬਗੈਰ ਚਿੱਤ ਨਹੀਂ ਜੁੜਦਾ, ਮਨ ਨਹੀਂ ਲੱਗਦਾ, ਨਾਮ ਜਪਣ ਨੂੰ ਦਿਲ ਹੀ ਨਹੀਂ ਮੰਨਦਾ। ਗੁਰੂ ਦੀ ਕਿਰਪਾ ਦੁਆਰਾ ਨਾਮ ਵਖਾਣ ਬੋਲੀਦਾ ਹੈ। ਕਹੋ ਨਾਨਕ ਸੋ ਜਨ ਪ੍ਰਵਾਨ, ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਭਾਈ ਉਹੀ ਜਨ ਸੇਵਕ ਭਗਤ ਗੁਰਮੁਖ ਪ੍ਰਵਾਨ ਹੈ, ਕਬੂਲ ਹੈ ਵਾਹਿਗੁਰੂ ਦੇ ਦਰ 'ਤੇ। ਜਾ ਕਰਦਾ ਵਸੈ ਭਗਵਾਨ, ਯਾਨੀ ਕਿ ਉਹਦਾ ਜੀਵਨ ਸਫਲ ਹੈ ਜਿਹਦੇ ਹਿਰਦੇ ਅੰਦਰ ਭਗਵਾਨ ਪਰਮਾਤਮਾ ਦਾ ਨਾਮ ਵਸਦਾ ਹੈ। ਪਰਮਾਤਮਾ ਦਾ ਹਿਰਦੇ 'ਚ ਵਸਣਾ ਮਤਲਬ ਹੈ ਨਾਮ ਵਸਦਾ। ਨਾਮ ਤੇ ਨਾਮੀ ਦੋਨੇ ਅਭੇਦ ਹੀ ਹਨ। ਵਾਹਿਗੁਰੂ ਪਰਮਾਤਮਾ ਪ੍ਰਕਾਸ਼ ਰੂਪ ਹੈ, ਸਤਿਗੁਰੂ ਜੀ ਸ਼ਬਦ ਰੂਪ ਹਨ। ਸਤਿਗੁਰੂ ਜੀ ਸ਼ਬਦ, ਨਾਮ, ਵਾਹਿਗੁਰੂ ਅਭੇਦ ਹੀ ਹਨ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅਗਲਾ ਸ਼ਬਦ ਉਚਾਰਦੇ ਹਨ। ਏਕ ਸਿਉ ਜਾ ਕਾ ਮਨ ਰਾਤਾ, ਜਿਸ ਵਿਅਕਤੀ ਦਾ ਮਨ ਇੱਕੋ ਇੱਕ ਪਰਮਾਤਮਾ ਦੇ ਵਿੱਚ, ਪਰਮਾਤਮਾ ਦੇ ਨਾਲ, ਪਰਮਾਤਮਾ ਦੇ ਸਾਥ ਰੱਤਾ ਰੰਗਿਆ ਹੋਇਆ ਹੈ, ਯਾਨੀ ਹੋਰ ਰੰਗ ਨਹੀਂ, ਜਿਸ ਨੂੰ ਇੱਕੋ ਰੰਗ ਭਗਤ ਸੋ ਜਾਣੋ। ਸਾਨੂੰ ਸਾਡੇ ਮਨਾਂ ਨੂੰ ਕਈ ਤਰ੍ਹਾਂ ਦੇ ਰੰਗ ਚੜ੍ਹੇ ਹੋਏ ਨੇ, ਜਿਵੇਂ ਮਾਇਆ ਦਾ ਰੰਗ ਹੈ ਤਾਂ ਉਸ ਰੰਗ ਨੂੰ ਹਜ਼ੂਰ ਕਹਿੰਦੇ ਮਾਇਆ ਰੰਗ ਕੁਸੁੰਭ ਖਿਨ ਮੈਂ ਲੈ ਜਾਵਣ। ਇਹ ਕੱਚਾ ਰੰਗ ਹੈ। ਕਿਸੇ ਨੂੰ ਵਿਕਾਰਾਂ ਦਾ ਰੰਗ ਹੈ, ਕਿਸੇ ਨੂੰ ਕਾਮ ਦਾ, ਕਿਸੇ ਨੂੰ ਲੋਭ ਦਾ, ਕਿਸੇ ਨੂੰ ਮੋਹ ਦਾ ਰੰਗ ਚੜ੍ਹਿਆ ਹੋਇਆ, ਕਿਸੇ ਨੂੰ ਮਾਇਆ ਇਕੱਠੀ ਕਰਨ ਦਾ ਰੰਗ ਚੜ੍ਹਿਆ ਹੋਇਆ, ਕਿਸੇ ਨੂੰ ਵੇਖ ਵੇਖ ਕੇ ਪਦਾਰਥਾਂ ਵੱਲ ਹੰਕਾਰ ਦਾ ਰੰਗ ਚੜ੍ਹਿਆ ਹੋਇਆ। ਪਰ ਜਿਸ ਦਾ ਮਨ ਰੰਗਿਆ ਹੋਇਆ ਇੱਕ ਪਰਮਾਤਮਾ ਨਾਲ, ਵਾਹਿਗੁਰੂ ਵਾਲੀ ਧਿਆਨ ਹੈ ਜਿਸ ਦਾ, ਵਿਸਰੀ ਤਿਸੈ ਪਰਾਈ ਤਾਤਾ, ਉਹਨੂੰ ਕਾਹਨੂੰ ਕਿਸੇ ਵੱਲ ਵੇਖ ਕੇ ਸਾੜਾ ਹੋਵੇਗਾ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਜਿਹਦੇ ਅੰਦਰ ਪਰਾਈ ਈਰਖਾ ਹੈ, ਪਰਾਈ ਵੱਲ ਵੇਖ ਕੇ ਤੱਤੇ ਹੋਣਾ, ਸੜਨਾ, ਈਰਖਾ, ਤਾਤ, ਸੋ ਉਸ ਨੂੰ ਵਿਸਰ ਗਈ ਹੈ। ਉਸ ਦੇ ਅੰਦਰੋਂ ਜਿਹੜੀ ਪਰਾਈ ਤਾਤ ਹੈ ਨਾ, ਪਰਾਈ ਈਰਖਾ ਹੈ, ਸਾੜਾ ਹੈ, ਕਿਸੇ ਨੂੰ ਵੇਖ ਕੇ ਤਪਣਾ, ਇਹ ਵਿਸਰ ਗਿਆ, ਦੂਰ ਹੋ ਗਿਆ। ਜਿਹਦਾ ਮਨ ਇੱਕ ਪਰਮਾਤਮਾ ਵਿੱਚ ਰੰਗਿਆ ਗਿਆ, ਉਹ ਵਾਹਿਗੁਰੂ ਦੇ ਸਨਮੁਖ ਹੈ। ਉਹਨੂੰ ਪਦਾਰਥਾਂ ਦੀ ਇੱਛਾ ਕੋਈ ਨਹੀਂ, ਵਡਿਆਈ ਦੀ ਭੁੱਖ ਕੋਈ ਨਹੀਂ। ਕਿਸੇ ਦੀ ਵਡਿਆਈ ਵੇਖ ਕੇ ਉਹਨੂੰ ਸਾੜਾ ਨਹੀਂ ਹੁੰਦਾ, ਕਿਸੇ ਦਾ ਧਨ ਵੇਖ ਕੇ ਸਾੜਾ ਨਹੀਂ ਹੁੰਦਾ। ਜਿਵੇਂ ਹਜ਼ੂਰ ਨੇ ਕਿਹਾ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾਹੇ ਬਗਾਨਾ, ਸਗਲ ਸੰਗ ਹਮਕੋ ਬਨ ਆਈ। ਬਿਨ ਗੋਬਿੰਦ ਨਾ ਦੀਸੈ ਕੋਈ, ਜਿਸ ਦਾ ਮਨ ਵਾਹਿਗੁਰੂ ਵਿੱਚ ਰੰਗਿਆ ਹੋਇਆ ਹੈ,
ਉਹਨੂੰ ਫਿਰ ਸੰਸਾਰ ਦਾ ਝਮੇਲਾ ਨਹੀਂ ਦਿਖਾਈ ਦਿੰਦਾ, ਕੋਈ ਬੁਰਾ ਕੋਈ ਭਲਾ, ਕੋਈ ਆਪਣਾ ਕੋਈ ਬੇਗਾਨਾ, ਕੋਈ ਵੈਰੀ ਕੋਈ ਮਿੱਤਰ, ਕੋਈ ਚੋਰ ਕੋਈ ਸਾਧ, ਉਹਨੂੰ ਇਹ ਨਹੀਂ ਦਿਖਾਈ ਦਿੰਦਾ, ਉਹਨੂੰ ਗੋਬਿੰਦ ਦਿਖਾਈ ਦਿੰਦਾ ਹੈ। ਗੋਬਿੰਦ ਵਾਹਿਗੁਰੂ ਪਰਮਾਤਮਾ ਤੋਂ ਬਗੈਰ ਨਾ ਦਿਸੈ ਕੋਈ ਵੀ ਨਹੀਂ ਦਿਖਾਈ ਦਿੰਦਾ, ਕਿਉਂਕਿ ਉਹ ਕਹਿੰਦਾ ਸਭਨਾਂ ਵਿੱਚ ਤਾਂ ਵਾਹਿਗੁਰੂ ਦੀ ਜੋਤ, ਸਭਨਾਂ ਦੇ ਅੰਦਰ ਸਭ ਮਹਿ ਜੋਤ ਜੋਤ ਹੈ ਸੋਏ। ਫਰੀਦਾ ਖਾਲਕ ਖਲਕ ਮਹਿ ਖਲਕ ਵਸਾ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ। ਜਦੋਂ ਇਹ ਬਿਰਤੀ ਬਣ ਗਈ ਫਿਰ ਕਿਹਦੇ ਨਾਲ ਈਰਖਾ ਸਾੜਾ, ਕੌਣ ਬੇਗਾਨਾ ਕੌਣ ਆਪਣਾ, ਕਿਹਦੇ ਨਾਲ ਵੈਰ। ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਜੋਤ ਦਿਖਾਈ ਦਿੰਦੀ ਹੈ, ਜਿਵੇਂ ਭਾਈ ਕਨ੍ਹਈਆ ਜੀ। ਸੋ ਇਸ ਪ੍ਰਕਾਰ ਬਿਨ ਗੋਬਿੰਦ ਨ ਦੀਸੈ ਕੋਈ, ਕਰਨ ਕਰਾਵਨ ਕਰਤਾ ਸੋਈ। ਭਾਈ ਨੰਦ ਲਾਲ ਜੀ ਨੇ ਕਿਹਾ ਹੈ, ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ। ਔਰ ਇੰਝ ਵੀ ਇੱਕ ਵਿਦਵਾਨ ਸੱਜਣ ਨੇ ਲਿਖਿਆ, ਜਿਧਰ ਦੇਖਤਾ ਹੂੰ ਉਧਰ ਤੂੰ ਹੀ ਤੂੰ, ਨਾ ਤੇਰੀ ਸੀ ਰੰਗਤ ਨਾ ਤੇਰੀ ਸੀ ਬੂ। ਸਾਰੀ ਕੁਦਰਤ ਵਿੱਚੋਂ ਕਾਦਰ ਦੇ ਹੀ ਝਲਕਾਰੇ ਉਹਨਾਂ ਨੂੰ ਪੈਂਦੇ ਨੇ। ਉਹ ਕਹਿੰਦੇ ਕਰਨ ਕਰਾਵਨ ਕਰਤਾ ਸੋਈ, ਕਰਤਾ ਜਿਹਨੇ ਸ੍ਰਿਸ਼ਟੀ ਸਾਜੀ ਹੈ ਨਾ, ਉਹੀ ਪਰਮਾਤਮਾ ਜਿਹਨੇ ਸ੍ਰਿਸ਼ਟੀ ਸਾਜੀ ਹੈ, ਉਹੀ ਸਭ ਕੁਝ ਕਰਨ ਵਾਲਾ ਤੇ ਕਰਾਉਣ ਵਾਲਾ ਜੀਆਂ ਤੋਂ, ਹੋਰ ਦੂਜਾ ਹੈ ਹੀ ਕੋਈ ਨਹੀਂ। ਤੇ ਫਿਰ ਉੱਧਰ ਹੀ ਧਿਆਨ ਹੁੰਦਾ, ਜਿਵੇਂ ਸ਼ਿਪ ਦੇ ਵਿੱਚ ਲੱਗੀ ਕੰਪਾਸ ਸੂਈ ਜਿਹੜੀ ਹਮੇਸ਼ਾ ਉੱਤਰੀ ਧਰੁਵ ਵੱਲ ਰਹਿੰਦੀ ਹੈ, ਇਸੇ ਤਰ੍ਹਾਂ ਉਸ ਦੀ ਬਿਰਤੀ ਵਿੱਚ ਪਰਮਾਤਮਾ ਹੀ ਪਰਮਾਤਮਾ ਹੈ। ਰਹਾਓ ਮਨ ਹੈ ਕਮਾਵੈ ਮੁਖ ਹਰ ਹਰ ਬੋਲੇ। ਮਨ ਦੇ ਅੰਦਰ ਇਹ ਗਿਆਨ ਕਮਾਉਂਦਾ, ਉਹ ਆਪਣੇ ਹਿਰਦੇ ਦੇ ਅੰਦਰ ਇਸ ਗਿਆਨ ਨੂੰ, ਪਰਮਾਤਮਾ ਨੂੰ ਤੱਕਣ ਦਾ ਗਿਆਨ, ਪਰਮਾਤਮਾ ਨੂੰ ਜਾਣਨ ਦਾ ਗਿਆਨ ਆਪਣੇ ਹਿਰਦੇ ਅੰਦਰ ਇਸ ਦੀ ਕਮਾਈ ਕਰਦਾ ਉਹ। ਤੇ ਮੁਖ ਹਰ ਹਰ ਬੋਲੇ, ਮਨ ਕਰਕੇ ਵੀ ਵਾਹਿਗੁਰੂ ਵੱਲ ਧਿਆਨ ਹੈ ਤੇ ਮੁਖ ਤੋਂ ਵੀ ਵਾਹਿਗੁਰੂ ਵਾਹਿਗੁਰੂ ਬੋਲਦਾ ਹੈ, ਹਰੀ ਪਰਮਾਤਮਾ ਦਾ ਨਾਮ ਹੀ ਬੋਲਦਾ। ਸੋ ਜਨ ਇਹ ਤੁਤ ਕਤ ਹੈ ਨਾ ਡੋਲਾ, ਉਹ ਜਨ ਸੇਵਕ ਵਾਹਿਗੁਰੂ ਦਾ ਪਿਆਰਾ। ਨਾ ਇੱਥੇ ਮਾਤ ਲੋਕ 'ਚ ਰਹਿੰਦਿਆਂ ਨਾ ਅਗਲੇ ਜਹਾਨ ਕਿਧਰੇ ਡੋਲਦਾ ਉਹਦਾ ਮਨ, ਵਾਸ਼ਨਾਵਾਂ 'ਚ ਰੁੜਦਾ ਨਹੀਂ। ਡਿੱਗਨ ਡੋਲਾ ਤਉ ਜੋ ਮਨ ਕੇ ਭਰਮ, ਮਨ 'ਚੋਂ ਭਰਮ ਨਹੀਂ ਰਿਹਾ, ਵਾਹਿਗੁਰੂ ਦੀ ਜੋਤ ਦਾ ਗਿਆਨ ਹੈ, ਦਿਦਾਰਾ ਹੈ। ਇਸ ਕਰਕੇ ਇੱਥੇ ਉੱਥੇ, ਇੱਥੇ ਬੈਠਾ ਹੈ ਜਾਂ ਕਿਤੇ ਹੋਰ ਥਾਂ ਚਲਾ ਗਿਆ, ਕਿਸੇ ਹੋਰ ਦੇਸ਼ ਵਿੱਚ ਚਲਾ ਗਿਆ, ਕਿਧਰੇ ਵੀ, ਉਹ ਇੱਥੇ ਉੱਥੇ ਉਹਦਾ ਮਨ ਡੋਲਦਾ ਨਹੀਂ ਹੈ। ਜਾਂ ਕੈ ਹਰ ਧਨ ਸੋ ਸੱਚ ਸਾਹ, ਜਿਸ ਦੇ ਹਿਰਦੇ ਅੰਦਰ, ਜਿਸ ਦੇ ਹਿਰਦੇ ਰੂਪੀ ਘਰ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਧਨ ਜਮ੍ਹਾਂ ਹੋ ਗਿਆ, ਉਹ ਹੀ ਸੱਚਾ ਸ਼ਾਹੂਕਾਰ ਹੈ। ਸੱਚ ਸਰੂਪ ਪਰਮੇਸ਼ਰ ਦਾ ਉਹ ਸ਼ਾਹ ਹੈ, ਰੱਬ ਦਾ ਸ਼ਾਹ ਉਹ ਹੈ, ਸੱਚਾ ਸ਼ਾਹੂਕਾਰ ਉਹ ਹੈ। ਜਿਹੜਾ ਦੁਨੀ ਚੰਦ ਧੁੱਪੜ ਸੀ, ਲਾਹੌਰ ਦਾ ਰਹਿਣ ਵਾਲਾ, ਜਦੋਂ ਗੁਰਦੇਵ ਗੁਰੂ ਨਾਨਕ ਸਾਹਿਬ ਉੱਥੇ ਗਏ, ਉਹਨੇ 7 ਝੰਡੇ ਲਾਏ ਹੋਏ ਸੀ ਆਪਣੇ ਮਹਿਲਾਂ 'ਤੇ। ਉਦੋਂ ਰਿਵਾਜ ਸੀ, ਜਿਹਦੇ ਕੋਲ 1 ਲੱਖ ਰੁਪਈਆ ਪੂੰਜੀ ਹੁੰਦੀ ਸੀ, ਉਹ 1 ਝੰਡਾ ਲਾਉਂਦਾ ਸੀ, 2 ਲੱਖ ਵਾਲਾ 2। ਇਹ 7 ਲੱਖੀਆ ਸ਼ਾਹੂਕਾਰ ਸੀ ਵੀ ਇੰਨਾ ਰੁਪਈਆ ਇਹਦਾ ਵਿਆਜ 'ਤੇ ਚੜ੍ਹਿਆ ਹੋਇਆ, ਕਾਰੋਬਾਰ ਚੱਲਦਾ 7 ਲੱਖ ਦਾ। ਤਾਂ ਹਜ਼ੂਰ ਨੇ ਇਹਨੂੰ ਫਿਰ ਸੂਈ ਦਿੱਤੀ ਸੀ ਵੀ ਇਹ ਪਰਲੋਕ ਵਿੱਚ ਲਵਾਂਗੇ। ਜਦੋਂ ਵਿਦਾ ਕਰਨ ਗਿਆ ਤੇ ਕਹਿੰਦਾ ਜੀ ਕੋਈ ਉਪਦੇਸ਼ ਸਿੱਖ ਮਤ ਦੇ ਜਾਓ, ਤਾਂ ਹਜ਼ੂਰ ਨੇ ਸੂਈ ਫੜਾਈ ਕਿ ਪਰਲੋਕ ਵਿੱਚ ਤੇ ਇੱਥੋਂ ਲਵਾਂਗੇ। ਘਰ ਆਇਆ ਤਾਂ ਧਰਮ ਪਤਨੀ ਨੂੰ ਕਹਿਣ ਲੱਗਾ ਸੂਈ ਸੰਭਾਲ ਕੇ ਰੱਖੀ, ਉਹ ਜਿਹੜੇ ਆਏ ਸਨ ਨਾ ਸੰਤ ਗੁਰੂ ਨਾਨਕ ਸਾਹਿਬ, ਉਹ ਕਹਿੰਦੇ ਪਰਲੋਕ ਵਿੱਚ ਲਵਾਂਗੇ। ਤਾਂ ਘਰ ਵਾਲੀ ਕਹਿਣ ਲੱਗੀ ਸੱਜਣਾ ਭੱਜ ਕੇ ਪਿੱਛੇ ਜਾ, ਉਹਨਾਂ ਕੋਲ ਰਮਜ ਮਾਰੀ ਆ, ਉਹਨਾਂ ਨੂੰ ਇਸ ਰਮਜ ਦਾ ਰਾਜ ਵੀ ਪੁੱਛ, ਦੱਸੋ ਮਹਾਰਾਜ ਸੂਈ ਅੱਗੇ ਪਰਲੋਕ ਵਿੱਚ ਕਿਵੇਂ ਲੈ ਜਾਵਾਂਗੇ, ਸਰੀਰ ਵੀ ਨਾਲ ਨਹੀਂ ਜਾਣਾ। ਤਾਂ ਗੁਰੂ ਮਹਾਰਾਜ ਨੇ ਪੁੱਛਿਆ ਤਾਂ ਹਜ਼ੂਰ ਨੇ ਕਿਹਾ ਸੀ, ਇਹੀ ਸਮਝਾਇਆ ਵੀ ਜੇ ਸੂਈ ਤੱਕ ਨਾਲ ਨਹੀਂ ਜਾ ਸਕਦੀ ਤੇ ਜਿਹੜੇ 7 ਲੱਖ ਦਾ ਮਾਣ ਚੱਕਿਆ ਹੋਇਆ ਇਹ ਧਨ ਨਾਲ ਜਾਏਗਾ। ਇਹ ਕੂੜਾ ਧਨ ਹੈ, ਇਹ ਤਾਂ ਸਿਰਫ ਇੱਥੋਂ ਸਰੀਰ ਕੂੜੇ ਵਾਸਤੇ, ਕੂੜਾ ਝੂਠਾ ਸਰੀਰ ਹੈ ਜਿਹੜਾ, ਇਹਦੇ ਵਰਤੋਂ ਵਿਹਾਰ ਲਈ ਸੁੱਖ ਲੋੜਾਂ ਪੈਂਦੀਆਂ, ਲੋੜਾਂ ਹਨ, ਵਰਤੋਂ ਵਿਹਾਰ ਹੈ, ਇਸ ਵਾਸਤੇ ਹੈ ਧਨ, ਇਹ ਨਾਲ ਨਿਭਣ ਵਾਲਾ ਨਹੀਂ। ਇਹਦੇ ਨਾਲ ਚਿੱਤ ਕਿਉਂ ਜੋੜਿਆ ਹੋਇਆ। ਸੋ ਮਹਾਰਾਜ ਕਹਿੰਦੇ ਨੇ ਕਿ ਸ਼ਾਹੂਕਾਰ ਹੋਣ ਦਾ ਮਾਣ ਕਰਦੇ ਨੇ ਲੋਕ, ਆਪਣੇ ਆਪ ਨੂੰ ਸ਼ਾਹੂਕਾਰ ਸਦਾਉਂਦੇ ਨੇ। ਚੌਧਰੀ ਰਾਓ ਸਦਾਈ ਹੈ ਜਲ ਬਲੀ ਹੈ ਅਭਿਮਾਨ, ਇਹ ਹੰਕਾਰ ਅੰਦਰ। ਮਹਾਰਾਜ ਕਹਿੰਦੇ ਨੇ ਭਾਈ ਜਿਸ ਦੇ ਹਿਰਦੇ 'ਚ ਰੱਬ ਦੇ ਨਾਮ ਦਾ ਧਨ ਹੈ,
वही सच्चा शाहूकार है, वो सच्चा शाह है। जिनकै पल्लै धन वसै तिनका नाओ फकीर, जा जिनकै हृदय तू वसै ते नर गुणी गहीर। गुर पूरै कर दीनो विसाह, पूरिਆਂ गुरां ने जिस दा विसाह भरोसा बना दिता वाहिगुरू उपर, उसने ये धन इकट्ठा किया। ਜਦੋਂ तक अंदर भरोसा नहीं उदों तक उतों उतों ਜ਼ਬਾਨ ਤੋਂ ਭਾਵੇਂ ਅਸੀਂ ਵਾਹਿਗੁਰੂ ਵਾਹਿਗੁਰੂ ਕਰੀਏ, ਅੰਦਰ ਸਾਰਿਆਂ ਦੇ ਦ੍ਰਿੜ ਭਰੋਸਾ ਨਹੀਂ ਹੁੰਦਾ। ਪੂਰਿਆਂ ਗੁਰਾਂ ਨੇ ਉਹਦੇ ਹਿਰਦੇ 'ਚ ਭਰੋਸਾ ਪਰਪੱਕ ਕਰ ਦਿੱਤਾ ਹੋਇਆ। ਦੂਜਾ ਅਰਥ ਕਿ ਪੂਰੇ ਗੁਰੂ ਨੇ ਉਸ ਦਾ ਇਤਬਾਰ ਬਣਾ ਦਿੱਤਾ ਹੋਇਆ। ਇਤਬਾਰ, ਭਰੋਸਾ, ਯਕੀਨ ਤਕਰੀਬਨ ਮਿਲਦੇ ਜੁਲਦੇ ਅਰਥ ਨੇ। ਉਸ ਦਾ ਦ੍ਰਿੜ ਵਿਸ਼ਵਾਸ ਆ ਵਾਹਿਗੁਰੂ ਉੱਪਰ, ਤਾਂ ਹੀ ਉਹ ਰੱਬ ਦੇ ਨਾਮ ਦਾ ਧਨ ਇਕੱਠਾ ਕਰਦਾ। ਇਸ ਕਰਕੇ ਉਹ ਸੱਚਾ ਸ਼ਾਹੂਕਾਰ। ਜੀਵਨ ਪੁਰਖ ਮਿਲਿਆ ਹਰ ਰਾਇਆ, ਜਿਹੜਾ ਹਰੀ ਹੈ ਅਕਾਲ ਪੁਰਖ, ਉਹ ਰਾਜਾ ਹੈ ਸਾਰੀ ਸ੍ਰਿਸ਼ਟੀ ਦਾ, ਸਾਰੀ ਕਾਇਨਾਤ ਦਾ। ਤੇ ਜੀਵਨ ਪੁਰਖ ਹੈ, ਪੁਰਖ ਪੂਰਨ ਹੈ ਤੇ ਸਾਰਿਆਂ ਜੀਆਂ ਦਾ ਜੀਵਨ ਰੂਪ ਹੈ। ਕਿਉਂਕਿ ਉਸ ਦੇ ਹੁਕਮ ਤੋਂ ਬਗੈਰ ਤਾਂ ਸਾਡਾ ਜੀਵਨ ਨਹੀਂ ਨਾ। ਪ੍ਰਾਣ ਉਹਦੇ ਹੁਕਮ 'ਚ ਹੀ ਚੱਲ ਰਹੇ ਨੇ। ਉਹ ਹੈ ਤੇ ਅਸੀਂ ਜਿਉਂਦੇ ਜਾਗਦੇ ਹਾਂ। ਜੇ ਪਰਮਾਤਮਾ ਸਾਨੂੰ ਨਾ ਜਿਉਂਦੇ ਰੱਖੇ ਤਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ। ਇਸ ਕਰਕੇ ਸਾਰਿਆਂ ਜੀਆਂ ਦਾ ਜੀਵਨ ਰੂਪ ਪੁਰਖ ਪੂਰਨ ਹਰੀ ਰਾਜਾ ਮਿਲਿਆ ਉਹਨਾਂ ਨੂੰ। ਜਿਸ ਨੂੰ ਮਿਲਿਆ ਹੈ ਕਹੋ ਨਾਨਕ ਪਰਮ ਪਦ ਪਾਇਆ, ਉਹਦੀ ਪਦਵੀ ਸਭ ਤੋਂ ਉੱਚੀ ਹੈ। ਹਜ਼ੂਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਭਾਈ ਉਸਨੇ ਪਰਮ ਪਦ ਪ੍ਰਾਪਤ ਕੀਤਾ। ਉੱਚਾ ਮਰਤਬਾ, ਉੱਚਾ ਪਦ, ਉੱਚਾ ਰੁਤਬਾ ਉਸਨੇ ਪ੍ਰਾਪਤ ਕੀਤਾ। ਆਤਮ ਗਿਆਨ ਰੂਪੀ ਪਰਮ ਪਦਵੀ, ਪਰਮ ਪਦ, ਪਰਮ ਸਭ ਤੋਂ ਵੱਡਾ ਪਦ ਰੁਤਬਾ ਉਸਦਾ ਹੈ। ਦੁਨੀਆਦਾਰਾਂ ਦੀ ਨਜ਼ਰ ਵਿੱਚ ਰਾਜਿਆਂ ਮਹਾਰਾਜਿਆਂ ਦੇ ਰੁਤਬੇ ਉੱਚੇ ਹੁੰਦੇ ਨੇ, ਪਰ ਹਜ਼ੂਰ ਕਹਿੰਦੇ ਨਹੀਂ। ਜਿਸ ਦੇ ਤਾਈਂ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੋ ਗਿਆ, ਉਸਨੇ ਪਰਮ ਪਦਵੀ ਪਾਈ ਹੈ। ਗੌੜੀ ਮਹੱਲਾ ਪੰਜਵਾਂ, ਪੰਚਮ ਗੁਰਦੇਵ ਸਤਿਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਿਆ ਹੋਇਆ ਸ਼ਬਦ। ਨਾਮ ਭਗਤ ਕੈ ਪ੍ਰਾਨ ਆਧਾਰ। ਪਾਠ ਕਰਨ ਵਾਲਿਆਂ ਵਾਸਤੇ ਬੇਨਤੀ, ਇੱਕ ਹੁੰਦੀ ਹੈ ਜਮਕੀ ਤੇ ਇੱਕ ਹੁੰਦਾ ਅਰਧ ਵਿਸ਼ਰਾਮ ਤੇ ਇੱਕ ਪੂਰਾ ਵਿਸ਼ਰਾਮ, ਜਿਹਨੂੰ ਅੰਗਰੇਜ਼ੀ ਫੁੱਲ ਸਟਾਪ ਕਹਿੰਦੇ ਨੇ। ਸੋ ਇਸ ਪ੍ਰਕਾਰ ਡੰਡੀਆਂ ਜਿੱਥੇ ਆਉਣ ਦੋ ਉਹ ਫੁੱਲ ਸਟਾਪ ਹੈ, ਪੂਰਨ ਵਿਸ਼ਰਾਮ ਪੂਰਾ ਵਿਸ਼ਰਾਮ ਹੈ। ਤੇ ਅੱਧ ਵਿੱਚ, ਪੰਕਤੀ ਦੇ ਅੱਧ ਵਿੱਚ ਹੁੰਦਾ ਅਰਧ ਵਿਸ਼ਰਾਮ, ਜਿਹਨੂੰ ਕੌਮਾ ਵੀ ਕਹਿ ਦਿੰਦੇ। ਇੱਕ ਹੁੰਦੀ ਜਮਕੀ, ਨਾਮ ਭਗਤ ਕੈ ਪ੍ਰਾਨ ਆਧਾਰ। ਸੋ ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹ ਭਗਤ ਵਾਸਤੇ, ਭਗਤਾਂ ਵਾਸਤੇ, ਭਗਤਾਂ ਦੇ ਪ੍ਰਾਣਾਂ ਦਾ, ਸਵਾਸਾਂ ਦਾ ਆਸਰਾ ਹੈ। ਵਾਹਿਗੁਰੂ ਦਾ ਨਾਮ ਭਗਤ ਦੇ ਤਾਈਂ ਪ੍ਰਾਣ ਆਧਾਰ ਹੈ, ਸਵਾਸਾਂ ਦਾ ਆਸਰਾ ਉਹਨੇ ਮੰਨਿਆ ਹੋਇਆ। ਜਾਂ ਇੰਝ ਕਹਿ ਲਓ ਵੀ ਜੇ ਨਾਮ ਵਿਸਰੇ ਤੇ ਭਗਤ ਸਮਝਦਾ ਮੈਂ ਮਰ ਜਾਣਾ। ਨਾਮ ਵਿਸਰ ਜਾਏ ਤੇ ਭਗਤ ਮਾਨੋ ਉਹ ਸਮਝਦਾ ਮੇਰੇ ਪ੍ਰਾਣ ਹੀ ਨਿਕਲ ਚੱਲੇ। ਤੇ ਅਸੀਂ ਭੁਲਾਇਆ ਹੋਇਆ ਤੇ ਬੜੇ ਸੁੱਖ ਦੇ ਸਹਿਤ ਰੱਬ ਦਾ ਨਾਮ ਭੁਲਾ ਕੇ ਜਿਉਂਦੇ ਹਾਂ। ਪਰ ਇਹ ਜ਼ਿੰਦਗੀ ਅਸਲੀ ਜ਼ਿੰਦਗੀ ਨਹੀਂ ਹੈ। ਭਗਤਾਂ ਦੇ ਜੀਵਨ ਨੂੰ ਸਤਿਗੁਰਾਂ ਨੇ ਸੱਚਾ ਜੀਵਨ ਮੰਨਿਆ, ਅਸਲੀ ਜੀਵਨ ਮੰਨਿਆ। ਜੀਵਨ ਪਦਵੀ ਹਰ ਕੇ ਦਾਸ, ਜਿਨ ਮਿਲਿਆ ਆਤਮ ਪ੍ਰਗਾਸ। ਅਬ ਮੁਹ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸਰਣਾਈ। ਇਹ ਜੀਵਨ ਹੈ। ਇਸ ਕਰਕੇ ਵਾਹਿਗੁਰੂ ਜੀ ਦਾ ਨਾਮ ਭਗਤ ਦੇ ਤਾਈਂ, ਭਗਤਾਂ ਦੇ ਤਾਈਂ ਪ੍ਰਾਣ ਆਧਾਰ ਹੈ, ਪ੍ਰਾਣਾਂ ਦਾ, ਸਵਾਸਾਂ ਦਾ ਆਸਰਾ ਹੈ। ਨਾਮੋ ਧਨ, ਨਾਮੋ ਵਿਵਹਾਰ। ਉਹਨਾਂ ਵਾਸਤੇ ਨਾਮ ਹੀ ਵੱਡਾ ਧਨ ਹੈ, ਜਮ੍ਹਾਂ ਕਰਨ ਵਾਲੀ ਪੂੰਜੀ ਹੈ। ਤੇ ਨਾਮੋ ਵਿਵਹਾਰ, ਉਹਨਾਂ ਦਾ ਵਣਜ ਵਪਾਰ, ਕਾਰੋਬਾਰ, ਵਿਹਾਰ ਨਾਮ ਹੈ। ਜਿਵੇਂ ਬਚਨ ਹਨ, ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਭਈ। ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੈ ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਹਰ ਨਾਮ ਹਮਾਰਾ ਵਣਜ, ਹਰ ਨਾਮ ਵਪਾਰ। ਹਰ ਨਾਮੇ ਕੀ ਹਮਕੋ ਸਤਿਗੁਰ ਕਾਰ ਕੁੰਨੀ ਦੀ। ਕਾਰ ਕੁੰਨੀ ਕਾਰੋ ਮਦਾਰ, ਕਾਰ ਵਿਹਾਰ ਹੀ ਸਤਿਗੁਰਾਂ ਨੇ ਸਾਨੂੰ ਇਹ ਬਖਸ਼ਿਆ। ਭਗਤ ਕਹਿੰਦੇ ਨੇ ਨਾਮ ਵਡਾਈ ਜਨ ਸੋਭਾ ਪਾਏ। ਵਾਹਿਗੁਰੂ ਦੇ ਨਾਮ ਦੀ ਵਡਿਆਈ ਕਰਦਿਆਂ ਹੋਇਆਂ ਜਿਹੜਾ ਜਨ ਹੈ ਉਹ ਵੀ ਸੋਭਾ ਪ੍ਰਾਪਤ ਕਰਦਾ ਦੋਵਾਂ ਜਾਨਾਂ ਦੇ। ਉਸਨੇ ਸੋਭਾ ਖੱਟੀ ਹੈ ਜਿਸ ਨੇ ਵਾਹਿਗੁਰੂ ਦੇ ਨਾਮ ਨੂੰ ਵਡਿਆਇਆ। ਇੱਕ ਅਰਥ ਇਹ ਹੈ। ਦੂਜਾ ਅਰਥ ਹੈ ਕਿ ਨਾਮ ਜਪਣਾ ਇਹੀ ਇਸ ਦੁਨੀਆ 'ਚ ਵਡਿਆਈ ਤੇ ਅਗਲੇ ਜਹਾਨ ਦੀ ਸੋਭਾ ਵੀ ਇਹੋ ਹੀ ਹੈ।
ਨਾਮ ਪ੍ਰਾਪਤ ਹੋਣਾ ਹੀ ਵੱਡੀ ਵਡਿਆਈ ਹੈ, ਤੇ ਇਸ ਨਾਮ ਦੁਆਰਾ ਹੀ ਲੋਕ ਪਰਲੋਕ ਵਿੱਚ ਸੋਭਾ ਹੁੰਦੀ ਹੈ। ਕਰ ਕਿਰਪਾ ਜਿਸ ਆਪ ਦਿਵਾਏ, ਪਰ ਜੀਵ ਦੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਇਹ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਮਿਲਦਾ ਹੈ। ਇਸ ਕਰਕੇ ਟੇਕ ਵਾਹਿਗੁਰੂ ਦੀ ਬਖਸ਼ਿਸ਼ 'ਤੇ ਹੀ ਹੈ, ਆਪਣੇ ਕਰਮ 'ਤੇ ਟੇਕ ਨਹੀਂ ਹੈ ਵੀ ਮੈਂ ਪ੍ਰਾਪਤ ਕਰ ਲਵਾਂਗਾ। ਹਜ਼ੂਰ ਕਹਿੰਦੇ ਨੇ ਕਿਰਪਾ ਕਰਕੇ ਵਾਹਿਗੁਰੂ ਪ੍ਰਮਾਤਮਾ ਜਿਸ ਭਗਤ ਸੇਵਕ ਨੂੰ ਗੁਰੂ ਮਹਾਰਾਜ ਦੁਆਰਾ, ਪੂਰੇ ਗੁਰੂ ਦੁਆਰਾ ਜਿਸ ਨੂੰ ਆਪ ਦਿਵਾਉਂਦਾ ਹੈ ਨਾ ਇਹ ਨਾਮ ਧਨ, ਉਸ ਨੂੰ ਹੀ ਪ੍ਰਾਪਤ ਹੁੰਦਾ ਹੈ। ਰਹਾਓ ਨਾਮ ਭਗਤ ਕੈ ਸੁਖ ਅਸਥਾਨ, ਭਗਤ ਦੇ ਤਾਈਂ, ਭਗਤਾਂ ਦੇ ਤਾਈਂ ਵਾਹਿਗੁਰੂ ਦਾ ਨਾਮ ਹੀ ਸੁਖ ਦਾ ਟਿਕਾਣਾ ਹੈ, ਮਤਲਬ ਆਤਮਿਕ ਸੁਖ ਵਾਲਾ ਅਸਥਾਨ ਹੈ। ਨਾਮ ਤੋਂ ਬਗੈਰ ਸੁਖ ਨਹੀਂ ਹੈ। ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਤੇ ਭਗਤਾਂ ਦਾ ਸੁਖ ਅਸਥਾਨ, ਸੁਖ ਟਿਕਾਣਾ, ਸੁਖ ਮਹੱਲ ਪਰਮੇਸ਼ਰ ਦਾ ਨਾਮ ਹੀ ਹੈ। ਨਾਮ ਰਤ ਸੋ ਭਗਤ ਪ੍ਰਵਾਨ, ਨਾਮ ਨਾਲ ਜਿਸ ਨੂੰ ਰਤ ਪ੍ਰੀਤ ਹੈ ਉਹੀ ਭਗਤ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ, ਉਹਦੀ ਭਗਤੀ ਕੀਤੀ, ਘਾਲਣਾ ਕੀਤੀ ਸਫਲੀ ਹੈ। ਕਿਉਂਕਿ ਸੋਈ ਭਗਤ ਗਿਆਨੀ ਧਿਆਨੀ ਤਪਾ, ਸੋਈ ਨਾਨਕ ਜਾਂ ਕੋ ਕਿਰਪਾ ਕੀਜੈ। ਹਰ ਕਾ ਨਾਮ ਜਨ ਕਉ ਧਾਰੈ, ਹਰੀ ਪਰਮੇਸ਼ਰ ਦਾ ਨਾਮ ਜਨ ਦੇ ਤਾਈਂ ਧਾਰਨ ਕਰਦਾ, ਯਾਨੀ ਕਿ ਸਹਾਰਾ ਬਖਸ਼ਦਾ, ਸਹਾਈ ਹੁੰਦਾ ਵਾਹਿਗੁਰੂ ਦਾ ਨਾਮ, ਆਸਰਾ ਦੇਣ ਵਾਲਾ ਹੈ। ਤੇ ਇੰਜ ਵੀ ਪਾਠ ਕੀਤਾ ਜਾਂਦਾ, ਹਰ ਕਾ ਨਾਮ ਜਨਕ ਉਧਾਰੈ। ਇਹ ਜੋ ਹੈ ਫਰੀਦਕੋਟੀਆ ਟੀਕਾ, ਉਹਨਾਂ ਨੇ ਇੰਜ ਅਰਥ ਵੀ ਕੀਤਾ, ਜਨਕ ਉਧਾਰੈ, ਪਰ ਪਾਠ ਟਕਸਾਲੀ ਹਰ ਕਾ ਨਾਮ ਜਨ ਕਉ ਧਾਰੈ ਇੰਜ ਹੀ ਹੈ। ਹਰੀ ਪਰਮੇਸ਼ਰ ਦਾ ਨਾਮ ਜਨਕ ਵਰਗਿਆਂ ਦਾ ਵੀ ਉਧਾਰ ਕਰਦਾ, ਜਨਕ ਵਰਗਿਆਂ ਦਾ ਉਧਾਰ ਕਰ ਦਿੰਦਾ, ਇਹ ਅਰਥ ਉਹਨਾਂ ਕੀਤਾ। ਪਰ ਹਰ ਕਾ ਨਾਮ ਜਨ ਕਉ ਧਾਰੈ, ਜਨ ਦੇ ਤਾਈਂ, ਜਨਾਂ ਦੇ ਤਾਈਂ ਸਹਾਰਾ ਦੇਣ ਵਾਲਾ ਹੈ, ਆਸਰਾ ਬਖਸ਼ਣ ਵਾਲਾ ਹੈ। ਸਾਸ ਸਾਸ ਜਨ ਨਾਮ ਸਮਾਰੈ, ਜਨ ਹੁੰਦਾ ਉਹ ਹੈ ਕਿ ਜਿਹੜਾ ਸਾਹ ਸਾਹ ਨਾਲ, ਹਰੇਕ ਸਵਾਸ ਦੇ ਨਾਲ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਨੂੰ ਸੰਭਾਲਦਾ, ਯਾਨੀ ਕਿ ਯਾਦ ਕਰਦਾ, ਚੇਤੇ ਕਰਦਾ ਹੈ, ਉਸ ਦਾ ਨਾਮ ਹੀ ਭਗਤ ਹੈ। ਉਂਝ ਕਹਾਉਣ ਨੂੰ ਭਗਤ, ਸੰਤ, ਬ੍ਰਹਮ ਗਿਆਨੀ ਬਥੇਰੇ ਅਸੀਂ ਲੋਕ ਕਹਾ ਲੈਂਦੇ, ਇਹ ਕਹਾਉਣਾ ਤਾਂ ਸੌਖਾ ਦੁਨੀਆ ਵਿੱਚੋਂ, ਪਰ ਵਾਹਿਗੁਰੂ ਦਾ ਜਿਹੜਾ ਪਿਆਰਾ ਹੈ ਉਹਦੀ ਨਿਸ਼ਾਨੀ ਇਹ ਹੈ ਕਿ ਸਾਹ ਸਾਹ ਨਾਲ ਵਾਹਿਗੁਰੂ ਨੂੰ ਜਪਦਾ ਹੈ, ਪਰਮੇਸ਼ਰ ਦੇ ਨਾਮ ਨੂੰ ਸੰਭਾਲਦਾ, ਯਾਦ ਰੱਖਦਾ। ਕਹੋ ਨਾਨਕ ਜਿਸ ਪੂਰਾ ਭਾਗ, ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਭਾਈ ਜਿਸ ਵਿਅਕਤੀ ਦਾ ਪੂਰਾ ਭਾਗ ਹੈ, ਪੂਰਨ ਭਾਗ, ਬਚਨ ਹਨ ਪੂਰਨ ਭਾਗ ਭਏ ਜਿਸ ਪ੍ਰਾਣੀ, ਸਾਧ ਸੰਗਤ ਮਿਲੇ, ਸਾਧ ਸੰਗ ਮਿਲੇ ਸਾਰੰਗ ਪਾਣੀ। ਸਭ ਤੋਂ ਉੱਚਾ ਭਾਗ ਤਾਂ ਉਹਦਾ ਹੀ ਹੈ ਨਾ ਜਿਹਨੂੰ ਵਾਹਿਗੁਰੂ ਮਿਲਿਆ, ਬਾਕੀ ਤਾਂ ਸਭ ਥੱਲੇ ਦੀਆਂ ਬਾਤਾਂ, ਤੁੱਛ ਗੱਲਾਂ ਹੀ ਹਨ। ਬਾਕੀ ਹੋਰ ਕੁਛ ਮਿਲਣਾ ਅਸੀਂ ਸਮਝਦੇ ਹਾਂ ਵੀ ਵਡਭਾਗੀ ਉਹ ਹੈ, ਪੂਰਿਆਂ ਭਾਗਾਂ ਵਾਲਾ ਮਹਾਨ ਉਹ ਹੈ ਜਿਸ ਨੂੰ ਬਹੁਤੀ ਦੌਲਤ ਮਿਲੀ, ਇਹ ਬੜਾ ਭਾਗਾਂ ਵਾਲਾ ਰਾਜਾ ਮਹਾਰਾਜਾ ਬਣ ਗਿਆ, MLA ਬਣ ਗਿਆ, ਮੁਖੀਆ, ਮਸ਼ਹੂਰੀ ਹੈ, ਬੜੇ ਮਹਿਲ ਮਾੜੀਆਂ। ਨਹੀਂ, ਸਤਿਗੁਰੂ ਕਹਿੰਦੇ ਨੇ ਕਿ ਜਿਸ ਵਿਅਕਤੀ ਦਾ ਪੂਰਾ ਭਾਗ ਹੈ ਨਾ, ਪਿਛਲੇ ਜਨਮਾਂ ਦੇ ਕਰਮ ਇਕੱਠੇ ਹੋ ਗਏ, ਪੂਰਬ ਜਨਮ ਪਰਚੂਨ ਕਮਾਏ, ਉਹ ਜਿਹੜੇ ਥੋੜ੍ਹੇ ਥੋੜ੍ਹੇ ਕਰਮ ਇਕੱਠੇ ਹੋ ਕੇ ਅਤੇ ਉਹਨਾਂ ਨੇ ਬਹੁਤ ਵੱਡਾ ਰੂਪ ਧਾਰ ਲਿਆ, ਅਤੇ ਮਸਤਕ 'ਤੇ ਭਾਗ ਲਿਖਿਆ ਗਿਆ ਕਿ ਇਹਨੂੰ ਨਾਮ ਦੀ ਦਾਤ ਪ੍ਰਾਪਤ ਹੋਵੇਗੀ। ਪੂਰਾ ਭਾਗ ਹੈ ਜਿਸ ਦਾ ਨਾਮ ਸੰਗਤਾ ਕਾ ਮਨ ਲਾਗ, ਵਾਹਿਗੁਰੂ ਦੇ ਨਾਮ ਦੇ ਨਾਲ ਉਸ ਦਾ ਮਨ ਲੱਗਦਾ ਹੈ, ਨਹੀਂ ਤਾਂ ਮਨ ਨਹੀਂ ਲੱਗਦਾ। ਵਿਚਾਰ ਕੇ ਵੇਖ ਲਓ, ਮਨ ਨਾਮ ਦੇ ਨਾਲ ਲੱਗਦਾ ਨਹੀਂ, ਨਾਮ ਨੂੰ ਖੁਸ਼ ਹੋ ਕੇ ਜਪਣ ਲਈ, ਸੁਣਨ ਲਈ ਮਨ ਤਿਆਰ ਨਹੀਂ ਹੈ, ਕਿਉਂਕਿ ਕਠੋਰ ਹੋਇਆ ਹੋਇਆ। ਇਸ ਵਾਸਤੇ ਜਿਹਦੇ ਪੂਰੇ ਭਾਗ ਹੋਣ, ਜਿਹਦੇ ਮੱਥੇ ਦਾ ਭਾਗ ਸਵੱਲਾ ਹੈ, ਉਸ ਦਾ ਮਨ ਪਰਮੇਸ਼ਰ ਦੇ ਨਾਮ ਨਾਲ ਜੁੜਦਾ ਹੈ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਅਗਲਾ ਸ਼ਬਦ ਉਚਾਰਦੇ ਹਨ, ਸੰਤ ਪ੍ਰਸਾਦ ਹਰ ਨਾਮ ਧਿਆਇਆ। ਭਾਈ ਅਸੀਂ ਤਾਂ ਸੰਤ ਸਤਿਗੁਰਾਂ ਦੀ ਕਿਰਪਾ ਨਾਲ, ਸੰਤ ਜਿਹੜੇ ਬਾਬਾ ਬੁੱਢਾ ਜੀ ਵਰਗੇ ਗੁਰਮੁਖ ਨੇ ਨਾ, ਉਹਨਾਂ ਦੀ ਪ੍ਰਸਾਦ, ਪ੍ਰਸੰਨਤਾ, ਕਿਰਪਾ, ਮਿਹਰ ਨਾਲ ਹਰੀ ਅਕਾਲ ਪੁਰਖ ਦਾ ਨਾਮ ਧਿਆਇਆ, ਸਿਮਰਿਆ ਹੈ। ਤਬ ਤੇ ਧਾਵਤ ਮੰਤਰ ਬਤਾਇਆ, ਉਦੋਂ ਤੋਂ ਲੈ ਕੇ ਜਿਹੜਾ
ਦੌੜ ਭੱਜ ਕਰਨ ਵਾਲਾ ਮਨ ਸੀ ਨਾ, ਧੌਣੀਆਂ ਧੌਣ ਵਾਲਾ, ਨਾ ਟਿਕਣ ਵਾਲਾ, ਦੁੜੰਗੇ ਲਾਉਣ ਵਾਲਾ ਜਿਹੜਾ ਮਨ ਸੀ, ਇਹ ਤ੍ਰਿਪਤ ਹੋ ਗਿਆ ਹੈ ਸਾਰਿਆਂ ਪਾਸਿਆਂ ਤੋਂ। ਨਾ ਕੁਝ ਵੇਖਣਾ ਚਾਹੁੰਦਾ ਰੰਗ ਤਮਾਸ਼ੇ, ਨਾ ਹੋਰ ਗੱਲਾਂ ਸੁਣਨਾ ਚਾਹੁੰਦਾ, ਨਾ ਇਹ ਜ਼ਬਾਨ ਦੁਆਰਾ ਰਸ ਬਹੁਤੇ ਲੈਣਾ ਚਾਹੁੰਦਾ ਸੰਸਾਰ ਦੇ ਰਸ। ਸੋ ਇਸ ਪ੍ਰਕਾਰ ਇਹਨਾਂ ਇੰਦਰੀਆਂ ਰਾਹੀਂ ਮਨ ਹੀ ਬਾਹਰ ਨੂੰ ਦੌੜਦਾ ਸੀ ਅਤੇ ਉਹ ਹੁਣ ਤ੍ਰਿਪਤ ਹੋ ਕੇ ਟਿਕਿਆ ਹੋਇਆ। ਜਿਹਦੇ ਤਾਈਂ ਵੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਹੋਈ ਅਤੇ ਉਹਨੇ ਨਾਮ ਸਿਮਰਿਆ, ਅਤੇ ਉਦੋਂ ਤੋਂ ਲੈ ਕੇ ਉਹਦਾ ਮਨ ਦੌੜਨ ਭੱਜਣ ਵੱਲੋਂ ਰਹਿਤ ਹੋ ਗਿਆ, ਤ੍ਰਿਪਤ ਹੋ ਕੇ ਸ਼ਾਂਤ ਹੋ ਕੇ ਟਿਕ ਗਿਆ। ਉਹਦੀ ਤ੍ਰਿਸ਼ਨਾ ਬੁੱਝ ਗਈ, ਕੋਈ ਤ੍ਰਿਸ਼ਨਾ ਨਹੀਂ ਰਹਿ ਗਈ। ਸੁਖ ਵਿਸਰਾਮ ਪਾਇਆ ਗੁਣ ਗਾਏ। ਵਾਹਿਗੁਰੂ ਅਕਾਲ ਪੁਰਖ ਦੇ ਗੁਣਾਂ ਨੂੰ ਗਾ ਗਾ ਕੇ, ਪ੍ਰਮਾਤਮਾ ਦੀਆਂ ਖੂਬੀਆਂ ਬਿਆਨ ਕਰ ਕਰਕੇ, ਉਹ ਪਤਿਤ ਪਾਵਨ ਹੈ, ਭਗਤ ਵਤਸਲ ਹੈ, ਕਿਰਪਾ ਨਿਦਾਨ ਹੈ, ਜੋਤ ਸਰੂਪ ਹੈ, ਭਗਤਾਂ ਦੀ ਪੈਜ ਰੱਖਣ ਵਾਲਾ ਹੈ, ਉਹ ਅੰਤਰਜਾਮੀ ਹੈ, ਦਿਆਲੂ ਕਿਰਪਾਲੂ ਹੈ, ਮਿਹਰਬਾਨ ਹੈ, ਉਹ ਕਰੀਮ ਬਖਸ਼ਿਸ਼ਾਂ ਕਰਨ ਵਾਲਾ ਕਰੀਮ ਹੈ, ਉਹ ਰਹੀਮ ਹੈ, ਤਰਸ ਰੂਪ ਹੈ ਆਦਿਕ। ਇਹ ਗੁਣ ਹਨ ਵਾਹਿਗੁਰੂ ਦੇ। ਵਾਹਿਗੁਰੂ ਦੇ ਗੁਣ ਗਾ ਕੇ ਸੁਖ ਵਿਸਰਾਮ ਪਾਇਆ, ਵਿਸਰਾਮ ਟਿਕਾ ਅਤੇ ਆਤਮਿਕ ਸੁਖ ਪ੍ਰਾਪਤ ਕੀਤਾ ਹੈ, ਅਡੋਲਤਾ ਅਤੇ ਸੁਖ ਪ੍ਰਾਪਤ ਕੀਤਾ ਹੈ। ਸ਼ਰਮ ਮਿਟਿਆ ਮੇਰੀ ਹੱਥੀ ਬੁਲਾਏ, ਕਹਿੰਦੇ ਘਾਲਣਾ ਘਾਲਣੀ, ਸ਼ਰਮ ਮਿਹਨਤ ਕਰਨੀ, ਦੌੜ ਭੱਜ ਕਰਨੀ। ਇਹ ਸ਼ਰਮ ਜਿਹੜਾ ਸੀ ਨਾ, ਦੌੜ ਭੱਜ ਮਿਟ ਗਈ ਅਤੇ ਮੇਰੀ ਹੱਥੀ ਬੁਲਾਏ। ਜਿਹੜੀ ਬਲਾ ਸੀ, ਚੁੜੇਲ ਮਾਇਆ ਦੀ ਤ੍ਰਿਸ਼ਨਾ, ਇਹ ਵੀ ਨਾਸ ਹੋ ਗਈ ਹੈ। ਰਹਾਓ ਚਰਨ ਕਮਲ ਅਰਾਧ ਭਗਵੰਤਾ, ਜੋ ਖਟ ਭਗਾਂ ਸੰਪੰਨ ਹੈ ਨਾ ਵਾਹਿਗੁਰੂ ਭਗਵੰਤ, ਉਸ ਭਗਵੰਤ ਪਰਮਾਤਮਾ ਦੇ ਕਮਲ ਵਰਗੇ ਸੋਹਣੇ ਚਰਨਾਂ ਦਾ ਆਰਾਧਨ ਕਰਕੇ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ, ਤੇ ਹਰੀ ਦਾ ਸਿਮਰਨ ਕਰਨ ਕਰਕੇ ਮੇਰੀ ਸਭ ਚਿੰਤਾ ਸੋਗ ਫਿਕਰ ਇਹ ਮਿਟ ਗਈ ਹੈ। ਕੋਈ ਚਿੰਤਾ ਨਹੀਂ ਰਹਿ ਗਈ। ਸਭ ਤਜ ਅਨਾਥ ਏਕ ਸ਼ਰਨ ਆਇਓ, ਜਿਹੜਾ ਅਨਾਥ ਬਣ ਕੇ ਸਾਰੇ ਪਾਸੇ ਛੱਡ ਕੇ ਆਪਣੇ ਆਪ ਨੂੰ ਯਤੀਮ ਸਮਝ ਕੇ ਸਭ ਸਹਾਰਿਆਂ ਤੋਂ ਰਹਿਤ ਹੋ ਕੇ ਇੱਕ ਵਾਹਿਗੁਰੂ ਦੀ ਸ਼ਰਨ ਵਿੱਚ ਜਿਹੜਾ ਆਇਆ ਹੈ, ਊਚ ਅਸਥਾਨ ਤਬ ਸਹਿਜੇ ਪਾਇਓ। ਉਹਨੇ ਸਹਿਜੇ ਸੁਤੇ ਸਿੱਧ ਸੁਭਾਵਕ ਹੀ ਬਿਨਾਂ ਯਤਨ ਤੋਂ ਹੀ ਉੱਚਾ ਸਥਾਨ, ਉੱਚਾ ਆਤਮਿਕ ਅਵਸਥਾ ਰੂਪੀ ਅਸਥਾਨ, ਬਹੁਤ ਉੱਚਾ ਪਦ ਉਸਨੇ ਸਹਿਜੇ ਹੀ ਪ੍ਰਾਪਤ ਕਰ ਲਿਆ। ਮਾਨਸਿਕ ਅਡੋਲਤਾ ਵਾਲੀ ਅਵਸਥਾ ਸਹਿਜੇ ਗਿਆਨ ਦੁਆਰਾ, ਸਹਿਜ ਨਾਮ ਗਿਆਨ ਦਾ ਹੈ, ਸਹਿਜ ਨਾਮ ਅਡੋਲਤਾ ਦਾ ਹੈ, ਸਹਿਜ ਸੁਤੇ ਸਿੱਧ ਸੁਭਾਵਕ ਹੀ ਉਸਨੇ ਇਹ ਪ੍ਰਾਪਤ ਕੀਤਾ ਹੈ। ਦੁੱਖ ਦਰਦ ਭਰਮ ਭਉ ਨਸਿਆ, ਹਰ ਤਰ੍ਹਾਂ ਦਾ ਦੁੱਖ, ਜਿਹੜੇ ਮਨ ਦੇ ਦੁੱਖ ਕਲੇਸ਼ ਸਨ ਉਹ, ਔਰ ਇਸੇ ਤਰ੍ਹਾਂ ਭਰਮ ਦਰਦ ਜਿਹੜਾ ਸੀ, ਜੰਮਣ ਮਰਨ ਦੀਆਂ ਪੀੜਾਂ ਆਦਿਕ ਹਨ ਉਹ, ਅਤੇ ਭਰਮ ਜਿਹੜੀ ਭ੍ਰਾਂਤੀ ਸੀ, ਭਟਕਣਾ ਸੀ ਮਨ ਦੀ, ਅਤੇ ਭਉ ਦੁਨਿਆਵੀ ਡਰ ਸਭ ਨਸਿਆ, ਨਾਸ ਹੋ ਗਿਆ ਹੈ। ਕਰਨਹਾਰ ਨਾਨਕ ਮਨ ਬਸਿਆ, ਜੋ ਕਰਨਹਾਰ ਹੈ ਵਾਹਿਗੁਰੂ, ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ, ਰਚੇਤਾ, ਸਿਰਜਣਹਾਰ, ਅਤੇ ਹੁਣ ਵੀ ਸਭ ਕੁਝ ਕਰਨ ਕਰਾਉਣ ਵਾਲਾ ਵਾਹਿਗੁਰੂ, ਜਿਹਦੇ ਹੱਥ ਵਿੱਚ ਸਭ ਕੁਝ ਕਰਨ ਦੀ ਸਮਰੱਥਾ ਹੈ। ਜਿੰਨੀ ਕੁ ਉਹ ਢਿੱਲ ਦਿੰਦਾ ਜੀਆਂ ਨੂੰ ਕੁਝ ਕਰਮ ਕਮਾਉਣ ਦੀ, ਓਨਾ ਹੀ ਕੁਝ ਕਰ ਸਕਦਾ ਕੋਈ। ਕਰਨਹਾਰ ਸ਼ਕਤੀ ਪਿੱਛੇ ਬੈਠੀ ਅਕਾਲ ਪੁਰਖ ਪਰਮਾਤਮਾ, ਜੀਵ ਆਪਣੇ ਆਪ ਸੁਤੰਤਰ ਨਹੀਂ ਹਨ। ਉਹ ਕਰਨਹਾਰ ਪਰਮਾਤਮਾ ਕਹਿੰਦੇ ਸੇਵਕ ਦੇ ਮਨ ਵਿੱਚ ਵਸਿਆ ਹੋਇਆ, ਅਥਵਾ ਆਪਣੇ ਬਾਰੇ ਹਜ਼ੂਰ ਕਹਿੰਦੇ ਨੇ ਵੀ ਸਾਡੇ ਮਨ ਵਿੱਚ ਉਹ ਕਰਨਹਾਰ ਪਰਮਾਤਮਾ ਹੀ ਵਸਿਆ ਹੋਇਆ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗਣੀ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾ ਰਹੇ, ਕਰ ਕਰ ਟਹਿਲ ਰਸਨਾ ਗੁਣ ਗਾਓ। ਕਰ ਨਾਮ ਹੱਥਾਂ ਦਾ, ਅਤੇ ਕਰ ਰਾਰੇ ਨੂੰ ਸਿਹਾਰੀ ਕਰਕੇ, ਕਰ ਕਰ ਟਹਿਲ। ਇਤਨਾ ਇੱਥੇ ਅਰਥ ਹੈ ਕਿ ਜਿਹੜੇ ਗੁਰਮੁਖ ਪਿਆਰੇ ਨੇ, ਸਤ ਸੰਗੀ ਹਨ, ਰੱਬ ਦੇ ਪਿਆਰਿਆਂ ਦੀ ਆਪਣੇ ਹੱਥਾਂ ਨਾਲ ਮੈਂ ਟਹਿਲ ਕਰਦਾ ਹਾਂ, ਕਰਕੇ ਟਹਿਲ ਹੱਥਾਂ ਨਾਲ, ਅਤੇ ਰਸਨਾ ਗੁਣ ਗਾਓ। ਹੱਥਾਂ ਨਾਲ ਟਹਿਲ ਕਮਾਉਂਦਾ ਹਾਂ, ਰਸਨਾ ਜੀਭ ਦੇ ਨਾਲ ਗੁਣ ਗਾਉਂਦਾ ਹਾਂ ਵਾਹਿਗੁਰੂ ਜੀ ਦੇ। ਅਤੇ ਸਾਨੂੰ ਸਿੱਖਿਆ ਦੇ ਰਹੇ ਨੇ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਹੋਰ ਗੁਰਸਿੱਖਾਂ ਦੀ, ਗੁਰਮੁਖ ਜਨਾਂ ਦੀ, ਸਾਧੂ ਸੰਤਾਂ ਦੀ, ਸਤਸੰਗੀਆਂ ਦੀ ਟਹਿਲ ਸੇਵਾ ਕਰਨ ਦਾ ਉਪਦੇਸ਼ ਦਸਾਂ ਜਾਮੇ ਸਤਿਗੁਰਾਂ ਬਖਸ਼ਿਆ, ਔਰ ਆਪ ਖੁਦ ਸਤਿਗੁਰੂ ਮਹਾਰਾਜ
ਜਿਵੇਂ ਗੁਰੂ ਅੰਗਦ ਸਾਹਿਬ ਦੀ ਸੇਵਾ ਕਮਾਉਂਦੇ ਰਹੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਗੱਦੀ ਦੇ ਵਾਰਸ ਹੁੰਦਿਆਂ ਸੰਗਤ ਆਈ ਸੀ ਤਾਂ ਭੇਖ ਬਦਲਾ ਕੇ ਪਿੱਪਲੀ ਸਾਹਿਬ ਵਾਲੇ ਸਥਾਨ 'ਤੇ ਕੜਾਹ ਪ੍ਰਸ਼ਾਦ ਲੈ ਕੇ ਗਏ। ਸੰਗਤਾਂ ਥੱਕੀਆਂ ਹੋਈਆਂ ਨੂੰ ਕੜਾਹ ਪ੍ਰਸ਼ਾਦ ਵੀ ਛਕਾਇਆ, ਪੱਖਾ ਝੱਲਿਆ। ਰਾਤ ਨੂੰ ਭੇਸ ਬਦਲਾ ਕੇ ਮੁੱਠੀ ਚਾਪੀ ਕਰਦੇ ਰਹੇ। ਸੰਗਤ ਨੂੰ ਪਤਾ ਲੱਗਣ ਤੋਂ ਬਹੁਤ ਉਦਾਸੀਨਤਾ ਹੋਈ। ਬੇਨਤੀ ਕੀਤੀ, ਮਹਾਰਾਜ ਤਾਂ ਸਾਡੇ ਸਿਰ ਪਾਪ ਚੜ੍ਹ ਗਏ, ਭਾਰ ਚੜ੍ਹਾਤਾ ਤੁਸੀਂ। ਮਹਾਰਾਜ ਕਹਿੰਦੇ, ਨਹੀਂ ਬਾਈ, ਜਿਸ ਤਰ੍ਹਾਂ ਦੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹੋ, ਮੈਂ ਵੀ ਸਿੱਖ ਹਾਂ ਅਤੇ ਮੈਨੂੰ ਵੀ ਅਧਿਕਾਰ ਆ ਸੇਵਾ ਕਰਨ ਦੀ, ਸਿੱਖਾਂ ਦੀ ਟਹਿਲ ਕਮਾਉਣ ਦੀ। ਇਸ ਪ੍ਰਕਾਰ ਹੀ ਸਤਿਗੁਰੂ ਇੱਥੇ ਉਪਦੇਸ਼ ਦੇ ਰਹੇ ਨੇ ਕਿ ਕਰ ਹੱਥਾਂ ਦੇ ਨਾਲ ਕਰਕੇ ਟਹਿਲ ਗੁਰਸਿੱਖ ਪਿਆਰਿਆਂ ਦੀ, ਅਤੇ ਰਸਨਾ ਜੀਵ ਦੇ ਨਾਲ ਅਸੀਂ ਗੁਣ ਗਾਉਂਦੇ ਹਾਂ ਵਾਹਿਗੁਰੂ ਜੀ ਦੇ। ਚਰਨ ਠਾਕੁਰ ਕੈ ਮਾਰਗ ਧਾਵੋ, ਅਤੇ ਇਹਨਾਂ ਚਰਨਾਂ ਪੈਰਾਂ ਨਾਲ ਠਾਕੁਰ ਅਕਾਲ ਪੁਰਖ ਦੀ ਪ੍ਰਾਪਤੀ ਵਾਲੇ ਮਾਰਗ ਵੱਲ ਨੂੰ ਮੈਂ ਧਾਉਂਦਾ ਹਾਂ, ਦੌੜਦਾ ਹਾਂ। ਮੇਰੀ ਕੋਸ਼ਿਸ਼ ਹੈ ਵੀ ਇਹਨਾਂ ਪੈਰਾਂ ਦੇ ਨਾਲ ਵਾਹਿਗੁਰੂ ਦਾ ਜਿਹੜਾ ਮਾਰਗ ਹੈ ਨਾ, ਪਰਮਾਤਮਾ ਦਾ ਜਿਹੜਾ ਰਸਤਾ ਹੈ, ਉੱਧਰ ਨੂੰ ਮੈਂ ਜਾਵਾਂ। ਭਲੋ ਸਮੋ ਸਿਮਰਨ ਕੀ ਬਰੀਆ। ਕਿਉਂ ਐਸਾ ਕਰਦੇ ਹਾਂ? ਹਜ਼ੂਰ ਕਹਿੰਦੇ ਨੇ, ਭਾਈ ਮਨੁੱਖਾ ਦੇਹੀ ਦਾ ਜਿਹੜਾ ਸਮਾਂ ਨਾ, ਇਹੀ ਭਲਾ ਸਮਾਂ ਹੈ, ਇਹੀ ਸ੍ਰੇਸ਼ਟ ਸਮਾਂ ਹੈ ਪਰਮਾਤਮਾ ਦੀ ਬੰਦਗੀ ਕਰਨ ਲਈ। ਰੱਬ ਦੇ ਰਾਹ 'ਤੇ ਤੁਰਨ ਵਾਸਤੇ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਇਹ ਜਿੰਨਾ ਜੀਵਨ ਮਿਲਿਆ, ਇਹ ਸਮਾਂ ਭਲਾ ਹੈ। ਜਿਵੇਂ ਬਚਨ ਹਨ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਿਮਰਨ ਕੀ ਬਰੀਆ, ਵਾਹਿਗੁਰੂ ਦੇ ਸਿਮਰਨ ਦੀ ਵਾਰੀ ਹੁਣ ਹੀ ਮਿਲੀ ਹੈ ਸਾਨੂੰ ਮਨੁੱਖਾ ਦੇਹੀ ਜਦੋਂ ਪ੍ਰਾਪਤ ਹੈ। ਸਿਮਰਤ ਨਾਮ ਭੈ ਪਾਰ ਉਤਰੀਆ। ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਿਆਂ ਹੋਇਆਂ ਹੀ ਜਿਹੜੇ ਹਰ ਤਰ੍ਹਾਂ ਦੇ ਡਰ ਹਨ, ਦੁਨਿਆਵੀ ਡਰਾਂ ਤੋਂ ਪਾਰ ਉਤਰ ਜਾਈਦਾ ਹੈ। ਪਾਰ ਉਤਰ ਸਕੀਦਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਿਆਂ ਹੋਇਆਂ। ਰਹਾਓ ਨੇਤਰ ਸੰਤਨ ਕਾ ਦਰਸ਼ਨ ਪੇਖ। ਹੁਣ ਸਾਨੂੰ ਸਿੱਖਿਆ ਦੇ ਰਹੇ ਨੇ ਹਜ਼ੂਰ, ਭਾਈ ਨੇਤਰਾਂ ਦੇ ਨਾਲ, ਜਿਹੜੀਆਂ ਚਮਦੀਆਂ ਅੱਖਾਂ ਰੱਬ ਨੇ ਦਿੱਤੀਆਂ ਨਾ, ਇਹਨਾਂ ਨੇਤਰਾਂ ਦੇ ਨਾਲ ਰੱਬ ਦੇ ਸੰਤ ਜਨਾਂ ਦਾ, ਸਾਧੂ ਜਨਾਂ ਦਾ ਦਰਸ਼ਨ ਵੇਖਿਆ ਕਰ। ਸਾਧੂ ਜਨਾਂ, ਸ੍ਰੇਸ਼ਟ ਜਨਾਂ ਦੇ ਦਰਸ਼ਨ ਕਰਨ ਦਾ ਬੜਾ ਵੱਡਾ ਮਹੱਤਵ ਹੈ। ਇੱਕ ਗ੍ਰੰਥਾਂ ਦੇ ਵਿੱਚੋਂ ਬਚਨ ਪੜ੍ਹ ਲਿਆ। ਰਾਜਸਥਾਨ ਮਾਰੂਥਲ ਦੇ ਇਲਾਕੇ 'ਚ ਰਹਿਣ ਵਾਲੇ ਇੱਕ ਰਾਜੇ ਨੇ ਬਚਨ ਲਿਖਿਆ ਹੋਇਆ ਸੀ ਵੀ ਰੱਬ ਦਾ ਸੰਤ ਹੋਵੇ ਪੁੱਗਾ ਹੋਇਆ, ਅਤੇ ਸ਼ਰਧਾ ਨਾਲ, ਭਾਵਨਾ ਨਾਲ ਉਹਦੇ ਤਾਈਂ ਮਿਲਣ ਜਾਈਏ, ਦਰਸ਼ਨ ਕਰਨ ਜਾਈਏ, ਅਤੇ ਇਹ ਫਲ ਮਿਲੇਗਾ ਕਿ ਦਰਸ਼ਨ ਕਰਦਿਆਂ ਸਾਰ ਬਿਨਾਂ ਕੁਝ ਉਪਦੇਸ਼ ਬਚਨ ਵਿਲਾਸ ਕਰਨ ਤੋਂ ਬਗੈਰ ਤੁਹਾਡੇ ਮਨ ਨੂੰ ਟਿਕਾ ਪ੍ਰਾਪਤ ਹੋਵੇਗਾ ਅਤੇ ਨਾਮ ਜਪਣ ਨੂੰ ਚਿੱਤ ਕਰੇਗਾ। ਐਸਾ ਵਾਪਰੇਗਾ। ਪਰ ਜੇ ਤੁਸੀਂ ਸ਼ਰਧਾ ਨਾਲ ਨਹੀਂ ਗਏ, ਭਾਵਨਾ ਨਾਲ ਨਹੀਂ ਗਏ, ਮਨ 'ਚ ਤਰਕਾਂ ਲੈ ਕੇ ਗਏ ਜੇ, ਅਤੇ ਫਿਰ ਨਹੀਂ ਇਹ ਗੱਲ ਬਣਨੀ। ਫਿਰ ਸੰਤ ਦੀ ਕਮਾਈ ਦਾ ਕਸੂਰ ਨਹੀਂ, ਤੁਹਾਡੇ ਆਪਣੇ ਮਨ ਦਾ ਕਸੂਰ ਆ। ਅਤੇ ਜੇ ਤੁਸੀਂ ਗਏ ਹੋ ਸ਼ਰਧਾ ਨਾਲ ਦਰਸ਼ਨ ਕਰਨ ਲਈ, ਅਤੇ ਅਗਲੇ ਬੰਨੇ ਸੰਤ ਪੂਰਾ ਨਹੀਂ, ਮਨ ਤੁਹਾਡਾ ਸ਼ਾਂਤ ਨਹੀਂ ਹੋਇਆ, ਫਿਰ ਸੰਤ ਦੀ ਕਮਾਈ 'ਚ ਮਤਲਬ ਕਸਰ ਹੈ, ਸੰਤ ਨਹੀਂ ਹੈਗਾ ਉਹ। ਇਹ ਬਚਨ ਪੜ੍ਹ ਲਿਆ ਅਤੇ ਉਸ ਰਾਜੇ ਨੇ ਫਿਰ ਪੰਜਾਬ ਦੀ ਧਰਤੀ 'ਤੇ ਡੌਂਡੀ ਪਟਵਾਈ ਸੀ। ਉਹਨੇ ਸੁਣਿਆ ਸੀ ਵੀ ਪੰਜਾਬ ਦੀ ਧਰਤੀ 'ਤੇ ਬੜੇ ਸਾਧੂ ਸੰਤ ਰਹਿੰਦੇ ਨੇ, ਖਾਸ ਕਰਕੇ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਵਿੱਚ ਬੜੇ ਨੇ। ਤਾਂ ਉਹਨੇ ਡੌਂਡੀ ਪਟਵਾਈ ਵੀ ਐਸਾ ਕੋਈ ਸੰਤ ਹੈ ਜਿਹਦੇ ਦਰਸ਼ਨ ਕਰਨ ਨਾਲ ਹੀ ਮਨ ਸ਼ਾਂਤ ਹੋਵੇ, ਫੁਰਨੇ ਮਿਟ ਜਾਣ, ਮਨ ਇਕਾਗਰ ਹੋਏ, ਰੱਬ ਦਾ ਨਾਮ ਜਪਣ ਨੂੰ ਚਿੱਤ ਕਰੇ। ਤਾਂ ਜਿਹੜਾ ਸੰਤ ਹੁੰਦਾ ਉਹ ਤਾਂ ਇੰਝ ਕਹੇਗਾ ਨਹੀਂ ਮੈਂ ਸੰਤ ਹਾਂ, ਮੇਰੇ ਕੋਲ ਆਓ, ਐਸਾ ਵਾਪਰੇਗਾ। ਪਰ ਜਿਹੜਾ ਕੱਲਰ ਦੀ ਧਰਤੀ 'ਤੇ ਕਮਲ ਫੁੱਲ ਜੇ ਉਗ ਪਵੇ, ਖਿੜ ਪਵੇ, ਅਤੇ ਉੱਥੇ ਭੌਰੇ ਆਪਣੇ ਆਪ ਹੀ ਆਉਂਦੇ ਨੇ। ਇਸ ਤਰ੍ਹਾਂ ਸੰਤ ਦੇ ਕੋਲ ਦੁਨੀਆ ਆਪਣੇ ਆਪ ਆਉਂਦੀ ਆ। ਸੰਤ ਨੂੰ, ਜਿਹੜਾ ਅਸਲ ਸੰਤ ਆ, ਉਹਨੂੰ ਇੱਛਾ ਨਹੀਂ ਹੁੰਦੀ ਵੀ ਮੇਰੇ ਕੋਲ ਲੋਕ ਬਹੁਤੇ ਹੋਣ, ਮੈਨੂੰ ਲੋਕ ਸੰਤ ਮੰਨਣ, ਪੂਜਾ ਕਰਨ। ਇੱਛਾ ਬਿਲਕੁਲ ਨਹੀਂ ਹੁੰਦੀ, ਬਲਕਿ ਉਹ ਛੁਪਣ ਦਾ ਯਤਨ ਕਰਦਾ। ਫਿਰ ਕਿਸੇ ਪ੍ਰੇਮੀ ਨੇ ਦੱਸ ਦਿੱਤਾ ਵੀ ਸੰਤ ਮਹਿਤਾਬ ਸਿੰਘ ਜੀ ਹਨ ਨਿਰਮਲੇ। ਉਦੋਂ ਜਿਹੜੇ ਨਿਰਮਲੇ ਮਹਾਤਮਾ ਸੀ, 5 ਕਕਾਰਾਂ ਦੇ ਧਾਰਨੀ ਹੁੰਦੇ ਸਨ ਅਤੇ ਬਾਣਾ ਚਿੱਟਾ ਹੁੰਦਾ ਸੀ। ਸੰਤ ਮਹਿਤਾਬ ਸਿੰਘ ਜੀ ਬਾਰੇ ਦੱਸਿਆ ਕਿਸੇ ਪ੍ਰੇਮੀ ਨੇ ਵੀ ਮੈਂ ਦਾਅਵੇ ਨਾਲ ਕਹਿੰਦਾ, ਰਾਜੇ ਨੂੰ ਲਿਆਓ ਤਾਂ ਸਹੀ, ਠੰਡ ਪਵੇਗੀ, ਨਾ ਪਵੇਗੀ ਮੈਨੂੰ ਫੜ ਲਿਓ। ਰਾਜਾ ਫਿਰ ਆਇਆ ਸੀ, ਰਥ 'ਤੇ ਸਵਾਰ ਹੋ ਕੇ ਆਇਆ, ਅਤੇ ਉਹ ਮਹਾਂਪੁਰਸ਼ ਉਸ ਵੇਲੇ ਮਾਲਵੇ ਦੇ ਵਿੱਚ ਇੱਕ ਨਗਰ ਹੈ ਦੌਦਰ,
ਉੱਥੇ ਇੱਕ ਹੋਰ ਮਹਾਂਪੁਰਸ਼ ਰਹਿੰਦੇ ਸੀ, ਸ਼੍ਰੀਮਾਨ ਪੰਡਤ ਈਸ਼ਰ ਸਿੰਘ ਜੀ ਬਰਕਤ, ਉਹ ਵੀ ਸੰਤ ਹੀ ਸਨ। ਅਤੇ ਸੰਤ ਬਾਬਾ ਮਹਿਤਾਬ ਸਿੰਘ ਜੀ ਉਹਨਾਂ ਕੋਲ ਗਏ ਹੋਏ ਸੀ। ਰਾਜੇ ਨੂੰ ਪਤਾ ਲੱਗ ਗਿਆ, ਉੱਥੇ ਪਹੁੰਚ ਗਿਆ। ਜਦੋਂ ਮਹਾਂਪੁਰਸ਼ਾਂ ਨੂੰ ਨਮਸਕਾਰ ਕੀਤੀ, ਫਤਿਹ ਅਰਜ ਕੀਤੀ ਅਤੇ ਬੈਠ ਗਿਆ ਕੋਲ, ਐਸੀ ਕਲਾ ਵਾਪਰੀ ਕਿ ਉਹਦਾ ਮਨ ਟਿਕ ਗਿਆ, ਸਮਾਧੀ ਜਿਵੇਂ ਲੱਗਦੀ ਇੰਝ ਲੱਗ ਗਈ। ਮਨ ਦੇ ਫੁਰਨੇ ਸਾਰੇ ਸ਼ਾਂਤ ਹੋ ਗਏ, ਮਨ ਨੂੰ ਠੰਡ ਮਹਿਸੂਸ ਹੋਵੇ, ਸ਼ਾਂਤੀ ਮਹਿਸੂਸ ਹੋਵੇ। ਫਿਰ ਉਹ ਕਹਿਣ ਲੱਗਾ, ਮਹਾਂਪੁਰਸ਼ੋ, ਮੈਂ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਇੱਕ ਸੁਖਣਾ ਸੁਖੀ ਸੀ ਵੀ ਜੇ ਰੱਬ ਦਾ ਸੰਤ ਕੋਈ ਮਿਲਿਆ, ਤੁਹਾਡਾ ਸੇਵਕ ਕੋਈ ਮਿਲਿਆ ਐਸਾ, ਅਤੇ ਮੈਂ ਲੱਖ ਰੁਪਈਆ ਭੇਟਾ ਕਰਾਂਗਾ। ਅੱਜ ਮਹਾਂਪੁਰਸ਼ੋ ਤੁਸੀਂ ਮਿਲੇ ਅਤੇ ਇਹ ਲੱਖ ਰੁਪਈਆ ਤੁਹਾਡੀ ਭੇਟਾ ਥੈਲੀਆਂ 'ਚ ਪਾਇਆ ਹੋਇਆ ਸੀ। ਉਹ ਦੋਵੇਂ ਮਹਾਂਪੁਰਸ਼ ਲੈਣ ਨਾ, ਕਹਿਣ ਲੱਗੇ, ਨਹੀਂ ਰਾਜਾ, ਸਾਨੂੰ ਇਸ ਦੀ ਲੋੜ ਨਹੀਂ। ਫਿਰ ਆਖਰ ਨਿਰਮਲੇ ਜਿਹੜੇ ਸੇਵਾਦਾਰ ਸੀ ਉਹਨਾਂ ਕਿਹਾ, ਮਹਾਂਪੁਰਸ਼ੋ ਭਈ ਪਰਉਪਕਾਰ 'ਤੇ ਤਾਂ ਖਰਚ ਸਕਦੇ ਹੋ ਨਾ, ਗੁਰੂ ਸਾਹਿਬ ਵੀ ਇੰਝ ਕਰਦੇ ਰਹੇ ਨੇ, ਇਹਦਾ ਦੱਸੋ ਕਿੱਥੇ ਲੋੜ ਹੈ। ਕਹਿਣ ਲੱਗੇ, ਜੀ ਉਦਾਸੀ ਮਹਾਤਮਾ ਦੇ ਅਸਥਾਨ ਬਣੇ ਹੋਏ ਨੇ, ਸਾਡਾ ਨਿਰਮਲਿਆਂ ਦਾ ਕੋਈ ਆਪਣਾ ਅਸਥਾਨ ਹੀ ਨਹੀਂ ਹੈ। ਕੋਈ ਹੋਵੇ ਉੱਥੇ ਰਿਹਾਇਸ਼ ਹੋਵੇ, ਲੰਗਰ ਚੱਲੇ ਅਤੇ ਉੱਥੇ ਸੰਗਤਾਂ ਆਉਣ ਅਤੇ ਕਥਾ ਉਪਦੇਸ਼ ਪ੍ਰਚਾਰ ਨਾਲ ਹੋਵੇ, ਅਤੇ ਕਿਤੇ ਕੋਈ ਟਿਕਾਣਾ ਵੀ ਚਾਹੀਦਾ। ਫਿਰ ਉਹਨਾਂ ਨੇ ਬੜੇ ਨਿਯਮ ਲਿਖੇ ਸੀ ਉਸ ਵੇਲੇ, ਅਤੇ ਉਹ ਲੱਖ ਰੁਪਈਆ ਲੈ ਲਿਆ ਸੀ। ਫਿਰ ਪਟਿਆਲੇ, ਨਾਭੇ ਅਤੇ ਜੀਂਦ ਵਾਲੇ ਰਾਜਿਆਂ ਵੀ ਕੁਝ ਜਗੀਰਾਂ ਅਤੇ ਮਾਇਆ ਦਿੱਤੀ, ਅਤੇ ਫਿਰ ਨਿਰਮਲਿਆਂ ਦਾ ਪਹਿਲਾ ਅਖਾੜਾ ਅੰਮ੍ਰਿਤਸਰ ਸਾਹਿਬ ਸ਼ੁਰੂ ਹੋਇਆ ਸੀ। ਸੋ ਇਸ ਪ੍ਰਕਾਰ ਰੱਬ ਦੇ ਸੰਤ ਦਾ ਭਾਈ ਵੀਰ ਸਿੰਘ ਨੇ ਬਚਨ ਲਿਖਿਆ, ਰੱਬ ਦਾ ਜੋ ਸੰਤ ਹੈ ਨਾ ਅਸਲੀ, ਉਹਦੇ ਦਰਸ਼ਨ ਕਰਨ ਦਾ ਹੀ ਬੜਾ ਪ੍ਰਭਾਵ ਹੈ। ਇੱਕ ਇੰਝ ਵੀ ਆਉਂਦਾ ਬਚਨ ਸਨਾਤਨਵਾਦ ਦੇ ਗ੍ਰੰਥਾਂ 'ਚ, ਜਿਹੜੀ ਮੀਰਾਂ ਬਾਈ ਸੀ, ਚਿਤੌੜ ਦੇ ਰਾਜੇ ਦੀ ਰਾਣੀ ਬਣੀ, ਵਿਆਹੀ ਆਈ ਅਤੇ ਉਹ ਭਗਤੀ ਕਰਦੀ ਰਹਿੰਦੀ ਸੀ, ਕ੍ਰਿਸ਼ਨ ਜੀ ਦੀ ਪ੍ਰੇਮਣ ਸੀ, ਅਤੇ ਰਾਜੇ ਨੇ ਘਰੋਂ ਕੱਢ ਦਿੱਤੀ। ਕਹਿਣ ਲੱਗਾ, ਮੈਨੂੰ ਸੰਤਣੀ ਨਹੀਂ ਚਾਹੀਦੀ, ਪਤਨੀ ਚਾਹੀਦੀ। ਘਰੋਂ ਕੱਢ ਦਿੱਤੀ ਸੀ। ਅਤੇ ਫਿਰ ਉਹ ਰਾਜਸਥਾਨ ਮਾਰਵਾੜ ਦੇ ਇਲਾਕੇ 'ਚ ਜੰਗਲਾਂ 'ਚ ਰਹੀ ਹੈ। ਅਤੇ ਹੁਣ ਕਈ ਲੋਕ ਸ਼ੰਕਾ ਕਰਨ ਵਾਲੇ ਕਰਦੇ ਸਨ ਵੀ ਉਹ ਕਿਵੇਂ ਬਚੀ ਰਹੀ, ਉਹਦੀ ਇੱਜ਼ਤ ਕਿਵੇਂ ਬਚੀ ਰਹੀ, ਇਕੱਲੀ ਹੁੰਦੀ ਸੀ। ਹਾਂ, ਉਹਦੀ ਬੰਦਗੀ ਦਾ ਪ੍ਰਤਾਪ ਸੀ, ਉਹਦੇ ਜੁੜੇ ਹੋਏ ਮਨ ਦਾ ਪ੍ਰਤਾਪ ਸੀ ਕਿ ਜਿਹੜਾ ਉੱਧਰ ਵੇਖਦਾ ਸੀ, ਸੁੰਦਰ ਸਰੂਪ ਵੀ ਬਹੁਤ ਸੀ ਮੀਰਾਂ ਬਾਈ, ਪਰ ਜਿਹੜਾ ਉਹਨੂੰ ਵੇਖਦਾ ਸੀ, ਦਰਸ਼ਨ ਕਰਦਾ ਸੀ, ਉਹਦੇ ਵਿੱਚ ਉਹਨੂੰ ਮਾਂ ਦਿਖਾਈ ਦਿੰਦੀ ਸੀ, ਮਾਂ ਵਾਲੀ ਸ਼ਰਧਾ ਜਾਗਦੀ ਸੀ। ਅਤੇ ਜਿਨ੍ਹਾਂ ਬਿਰਛ ਬੂਟਿਆਂ ਥੱਲੇ ਬੈਠ ਕੇ ਉਹ ਭਜਨ ਗਾਉਂਦੀ ਰਹੀ, ਉੱਥੇ ਹੁਣ ਮੰਦਿਰ ਬਣੇ ਹੋਏ ਨੇ। ਮੀਰਾਂ ਬਾਈ ਭਗਤਣੀ ਸੀ। ਸੋ ਇਸ ਪ੍ਰਕਾਰ ਓਰਾ ਹੁੰਦਾ, ਕਿਸੇ ਵਿਅਕਤੀ ਦੀ ਬੰਦਗੀ ਦਾ ਪ੍ਰਭਾਵ ਜਿਹੜਾ ਚਿਹਰੇ ਦਾ ਓਰਾ, ਕਿਸੇ ਦਾ 1 ਮੀਲ ਤੱਕ, ਕਿਸੇ ਦਾ 2 ਮੀਲ ਤੱਕ, ਕਿਸੇ ਦਾ ਦੂਰ ਤੱਕ ਵੀ ਹੁੰਦਾ। ਭਗਤ ਜਨਾਂ ਦੀ ਭਗਤੀ ਦਾ ਪ੍ਰਤਾਪ ਵਾਹਿਗੁਰੂ ਦੇ ਨਾਮ ਦਾ ਹੀ ਪ੍ਰਤਾਪ ਹੈ। ਜਿੰਨੀ ਕਿਸੇ ਨੇ ਕਮਾਈ ਕੀਤੀ ਉਹਦਾ ਪ੍ਰਤਾਪ ਫੈਲਦਾ ਦੁਨੀਆ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਨ ਫਰਮਾ ਰਹੇ ਨੇ, ਨੇਤਰ ਸੰਤਨ ਕਾ ਦਰਸ਼ਨ ਪੇਖ। ਰੱਬ ਦੇ ਸੰਤ ਬਾਰੇ ਪਤਾ ਲੱਗੇ ਅਤੇ ਰੱਬ ਦੇ ਸੰਤ ਜਨਾਂ ਦਾ ਦਰਸ਼ਨ ਜ਼ਰੂਰ ਵੇਖ। ਪ੍ਰਭ ਅਵਿਨਾਸੀ ਮਨ ਮਹਿ ਲੇਖ। ਜਿਹੜਾ ਅਵਿਨਾਸੀ ਨਾਸ ਤੋਂ ਰਹਿਤ ਹੈ ਨਾ, ਪ੍ਰਭੂ ਅਕਾਲ ਪੁਰਖ ਵਾਹਿਗੁਰੂ ਮਾਲਕ, ਉਹਦੇ ਸਿਮਰਨ ਦਾ ਲੇਖ ਆਪਣੇ ਮਨ ਦੇ ਵਿੱਚ ਲਿਖ ਲੈ। ਪਰਮਾਤਮਾ ਦੇ ਸਿਮਰਨ ਦਾ ਲੇਖ ਲਿਖੀ ਚੱਲ ਆਪਣੇ ਹਿਰਦੇ 'ਚ। ਸੁਣ ਕੀਰਤਨ ਸਾਧ ਪਹਿ ਜਾਏ। ਸਾਧੂ ਸਤਿਗੁਰਾਂ ਦੇ ਪਾਸ ਜਾ ਕੇ ਕੀਰਤਨ ਸੁਣਿਆ ਕਰ। ਸਤਿਗੁਰਾਂ ਦੇ ਪਿਆਰੇ ਜਿਹੜੇ ਸਾਧ ਨੇ ਨਾ, ਜਿਹਨਾਂ ਮਨ ਸਾਧਿਆ ਹੋਇਆ, ਉਹਨਾਂ ਦੇ ਪਾਸ ਜਾ ਕੇ ਕੀਰਤਨ ਸੁਣ। ਇੰਝ ਕੀ ਮਿਲੇਗਾ ਜੀ? ਜਨਮ ਮਰਨ ਕੀ ਤਰਾਸ ਮਿਟਾਏ। ਜਨਮ ਲੈ ਕੇ ਮਰ ਜਾਣਾ, ਜਨਮ ਲੈਣਾ ਫਿਰ ਮਰਨਾ, ਫਿਰ ਦੁਬਾਰਾ ਫਿਰ ਜਨਮ ਹੋਵੇਗਾ, ਮਾਂ ਦੇ ਗਰਭ 'ਚ ਪੁੱਠੇ ਲਟਕਾਂਗੇ। ਜੰਮਣ ਵੇਲੇ ਦੀ ਪੀੜਾ ਬੜੀ ਦੁਖਦਾਈ, ਇਹ ਡਰ ਮਨ 'ਚ ਬੈਠਾ ਹੋਇਆ। ਸੋ ਹੋਰ ਡਰਾਂ ਨੂੰ, ਹੋਰਨਾਂ ਦੁੱਖਾਂ ਨੂੰ ਭਗਤਾਂ ਦੁੱਖ ਨਹੀਂ ਮੰਨਿਆ, ਪਰ ਜੰਮਣ ਮਰਨ ਦਾ ਦੁੱਖ ਬੜਾ ਵੱਡਾ ਮੰਨਿਆ ਗਿਆ। ਇੱਕ ਦੁੱਖ ਰਾਮ ਰਾਏ ਕੱਟ ਹੋ ਮੇਰਾ, ਅਗਨ ਦਹਿਆਰ ਗਰਭ ਵਸੇਰਾ। ਇਹ ਜਿਹੜਾ ਤਰਾਸ ਡਰ ਹੈ, ਜਨਮ ਮਰਨ ਕੀ ਤਰਾਸ, ਇਸ ਦੁੱਖ ਤਕਲੀਫ ਦਾ ਜਿਹੜਾ ਡਰ ਹੈ, ਇਹ ਮਿਟਾ ਲਏਗਾ ਤੂੰ ਜੇ ਸਾਧੂ ਜਨਾਂ ਦੇ ਪਾਸ ਜਾ ਕੇ ਕੀਰਤਨ ਸੁਣੇਗਾ, ਤੇ ਜੰਮਣ ਮਰਨ ਦਾ ਤਰਾਸ ਮਿਟਾ ਲਏਗਾ, ਡਰ ਮਿਟ ਲਏਗਾ। ਚਰਨ ਕਮਲ ਠਾਕੁਰ ਉਰਧਾਰ। ਜੋ ਠਾਕੁਰ ਮਾਲਕ ਹੈ ਨਾ, ਵਾਹਿਗੁਰੂ ਅਕਾਲ ਪੁਰਖ ਪਰਮਾਤਮਾ, ਉਸ ਦੇ ਕਮਲ ਵਰਗੇ ਸੋਹਣੇ ਚਰਨ। ਚਰਨ ਕੀ ਹਨ? ਨਾਮ ਵਾਹਿਗੁਰੂ ਦਾ ਪ੍ਰੇਮ। ਇਹ ਹਿਰਦੇ ਦੇ ਅੰਦਰ ਧਾਰਨ ਕਰ। ਪੁਰ ਨਾਮ ਵਿੱਚ ਦਾ, ਵਿੱਚ ਤੋਂ ਮਤਲਬ ਹਿਰਦੇ ਅੰਦਰ, ਆਪਣੇ ਹਿਰਦੇ ਅੰਦਰ
ਵਾਹਿਗੁਰੂ ਦੇ ਕਮਲ ਸਰੀਖੇ ਚਰਨਾਂ ਨੂੰ ਧਾਰਨ ਕਰ ਟਿਕਾ, ਦੁਲੱਭ ਦੇ ਨਾਨਕ ਨਿਸਤਾਰ। ਹਜ਼ੂਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਤੇਰੀ ਮਨੁੱਖਾ ਦੇਹੀ ਬੜੀ ਦੁਰਲੱਭ ਵਸਤੂ ਆ, ਪਰ ਇਹ ਡੁੱਬ ਜਾਣੀ ਹੈ ਸੰਸਾਰ ਸਮੁੰਦਰ 'ਚ, ਵਿਅਰਥ ਚਲੇ ਜਾਣੀ। ਤੂੰ ਫਿਰ ਸੰਸਾਰ ਦੇ ਵਿੱਚ 84 ਲੱਖ ਜੂਨਾਂ 'ਚ ਗੋਤੇ ਖਾਂਦੇ ਫਿਰਨਾ। ਇਹਨੂੰ ਨਿਸ ਪ੍ਰਪੰਚ ਤੋਂ ਤਾਰ ਲੈ, ਇਸ ਦੇਹ ਦੁਆਰਾ ਆਪਣਾ ਪਾਰ ਉਤਾਰਾ ਕਰ ਲਾ। ਜੇ ਤੇਰੇ ਭਾਗ ਸੋਲੇ ਹਨ ਤਾਂ ਸਾਡਾ ਬਚਨ ਮੰਨ ਲੈ ਭਾਈ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗਣੀ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਫਰਮਾ ਰਹੇ ਨੇ, ਜਾ ਕਉ ਆਪਣੀ ਕਿਰਪਾ ਧਾਰੈ। ਅਸੀਂ ਸਮਝਦੇ ਹਾਂ ਕਿ ਕਿਰਪਾ ਮੰਗੀਏ, ਮਹਾਰਾਜ ਪੁੱਤਰ ਚਾਹੀਦਾ, ਪੋਤਰਾ ਚਾਹੀਦਾ ਜੀ, ਘਰ ਵੱਡਾ ਚਾਹੀਦਾ ਜੀ, ਜ਼ਮੀਨ ਜ਼ਿਆਦਾ ਚਾਹੀਦੀ ਹੈ ਜੀ, ਅਸੀਂ ਟਰਾਂਸਪੋਰਟਰ ਬਣ ਜਾਈਏ ਜੀ, ਧਨ ਦੌਲਤਾਂ, ਬੈਂਕ ਬੈਲੈਂਸ ਬਹੁਤਾ ਹੋਵੇ, ਇਹ ਕਿਰਪਾ ਮੰਗਦੇ ਹਾਂ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਉੱਤੇ ਤੁੱਠ ਕੇ ਪ੍ਰਮਾਤਮਾ ਆਪਣੀ ਕਿਰਪਾ ਕਰਦਾ ਹੈ ਨਾ, ਸੋ ਜਨ ਰਸਨਾ ਨਾਮ ਉਚਾਰੈ। ਜਿਸ ਦੇ ਉੱਪਰ ਵਾਹਿਗੁਰੂ ਕਿਰਪਾ ਕਰਦਾ ਨਾ, ਆਪਣੀ ਖਾਸ ਕਿਰਪਾ, ਜਦੋਂ ਤੁੱਠ ਕੇ ਕਿਰਪਾ ਦੇ ਘਰ 'ਚ ਆਉਂਦਾ ਵਾਹਿਗੁਰੂ, ਉਹ ਜਨ ਸੇਵਕ ਫਿਰ ਰਸਨਾ ਨਾਲ ਪ੍ਰਮਾਤਮਾ ਦਾ ਨਾਮ ਉਚਾਰਨ ਕਰਨ ਲੱਗ ਪੈਂਦਾ। ਹੋਰ ਚੀਜ਼ਾਂ ਮਿਲ ਜਾਂਦੀਆਂ ਹਨ, ਸੌਖੀਆਂ ਮਿਲ ਜਾਂਦੀਆਂ ਹਨ, ਜਿਵੇਂ ਸੰਪੈ ਕੋ ਈਸਰ ਧਿਆਈਏ, ਹਜ਼ੂਰ ਨੇ ਕਿਹਾ। ਸੰਪਤੀ ਜਾਇਦਾਦ ਧਨ ਦੌਲਤ ਵਾਸਤੇ ਸ਼ਿਵ ਦੀ ਉਪਾਸਨਾ ਵੀ ਲੋਕ ਕਰਦੇ ਹੀ ਨੇ। ਹੋਰ ਕਰਮ ਕਰਕੇ, ਦਾਨ ਪੁੰਨ ਕਰਕੇ ਵੀ ਧਨ ਦੌਲਤ ਮਿਲ ਜਾਂਦੀ ਅਗਲੇ ਜਨਮਾਂ 'ਚ। ਪਰ ਹਜ਼ੂਰ ਕਹਿੰਦੇ ਨੇ ਜਿਸ 'ਤੇ ਪ੍ਰਮਾਤਮਾ ਆਪਣੀ ਕਿਰਪਾ ਧਾਰਨ ਕਰਦਾ ਹੈ, ਕਿਰਪਾ ਕਰਦਾ ਹੈ, ਸੋ ਜਨ ਰਸਨਾ ਨਾਮ ਉਚਾਰੈ। ਉਹ ਜਨ ਸੇਵਕ ਪ੍ਰਮਾਤਮਾ ਦਾ ਨਾਮ ਆਪਣੀ ਰਸਨਾ ਨਾਲ ਉਚਾਰਨ ਕਰਨ ਲੱਗ ਪੈਂਦਾ। ਹਰ ਬਿਸਰਤ ਸਹਸਾ ਦੁੱਖ ਵਿਆਪੈ। ਮਹਾਰਾਜ ਕਹਿੰਦੇ ਨੇ ਭਈ ਵੇਖੋ, ਇਹ ਸਿਮਰਨ ਤੋਂ ਬਗੈਰ ਹੋਰ ਜੋ ਕੁਛ ਮਰਜ਼ੀ ਤੁਹਾਨੂੰ ਪ੍ਰਾਪਤ ਹੈ, ਜੇ ਵਾਹਿਗੁਰੂ ਪਰਮਾਤਮਾ ਭੁੱਲਦਾ ਨਾ ਤੁਹਾਡੇ ਹਿਰਦੇ 'ਚੋਂ, ਹਰੀ ਪਰਮਾਤਮਾ ਦੇ ਵਿਸਰ ਜਾਣੇ ਕਰਕੇ ਸਹਸਾ ਦੁੱਖ ਵਿਆਪੈ। ਸਹਿਮ, ਤੌਖਲਾ, ਡਰ, ਇਹ ਤੇ ਦੁੱਖ ਵਿਆਪਦਾ। ਦੁੱਖ ਪਰਮਾਤਮਾ ਤੋਂ ਵਿਛੋੜੇ ਦਾ, ਜੰਮਣ ਮਰਨ ਦਾ, ਭੁੱਖ ਦਾ, ਤ੍ਰਿਸ਼ਨਾ ਆਦਿਕ, ਵਿਕਾਰ ਆਦਿ ਸਭ ਦੁੱਖ ਹੀ ਦੁੱਖ ਹੈ। ਪਰਮਾਤਮਾ ਦਾ ਵਿਸਾਰਾ ਹੋਣ ਕਰਕੇ, ਰੱਬ ਭੁੱਲਣ ਕਰਕੇ ਸਹਿਮ ਅਤੇ ਦੁੱਖ ਵਿਆਪਦਾ, ਚੰਬੜਦਾ ਜੀਵ ਨੂੰ, ਆਪਣਾ ਪ੍ਰਭਾਵ ਪਾਉਂਦੇ ਹਨ ਦੁੱਖ। ਸਿਮਰਤ ਨਾਮ ਭਰਮ ਭਉ ਭਾਗੈ। ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਿਆਂ ਹੋਇਆਂ ਭਰਮ, ਭ੍ਰਾਂਤੀ, ਹੋਰ ਦਾ ਹੋਰ ਸਮਝਣਾ। ਮਾਧਵੇ ਕਿਆ ਕਹੀਐ ਪਰਮੈਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਜਿਹੋ ਜਿਹਾ ਮੰਨ ਰਹੇ ਕਿਸੇ ਵਸਤੂ ਨੂੰ, ਅਸਲ ਵਿੱਚ ਉਹ ਐਸੀ ਨਹੀਂ ਹੈ। ਜੋ ਹੋਰ ਦਾ ਹੋਰ ਸਮਝਣਾ, ਇਹ ਭਰਮ ਹੈ। ਅਸਲੀਅਤ ਨੂੰ ਨਾ ਸਮਝਣਾ। ਜਗਤ ਮਿਥਿਆ ਹੈ ਪਰ ਅਸੀਂ ਸੱਚਾ ਮੰਨਿਆ ਹੈ। ਵਾਹਿਗੁਰੂ ਦੀ ਜੋਤ ਹਰ ਥਾਂ ਹੈ ਪਰ ਅਸੀਂ ਦੂਰ ਮੰਨਿਆ ਪਰਮਾਤਮਾ। ਇਹ ਭਰਮ ਤੇ ਭਉ, ਜਿਹੜਾ ਡਰ ਹੈ ਨਾ, ਦੁਨਿਆਵੀ ਡਰ, ਇਹ ਭੱਜ ਜਾਂਦਾ, ਨੱਠ ਜਾਂਦਾ ਹੈ। ਵਾਹਿਗੁਰੂ ਦਾ ਨਾਮ ਸਾਰੇ ਡਰਾਂ ਨੂੰ ਦੂਰ ਕਰ ਦਿੰਦਾ। ਜਿਨ੍ਹਾਂ ਦੇ ਅੰਦਰ ਨਾਮ ਟਿਕਿਆ ਸੀ, ਸਰਮੱਧ ਵਰਗੇ, ਕਬੀਰ ਜੀ ਵਰਗੇ ਭਗਤ ਜਨ ਅਨੇਕਾਂ ਭਗਤ ਹੋਏ ਨੇ। ਸਤਿਗੁਰੂ ਮਹਾਰਾਜ, ਗੁਰੂ ਕੇ ਸਾਹਿਬਜ਼ਾਦੇ, ਉਹਨਾਂ ਨੂੰ ਕੋਈ ਡਰਾ ਨਹੀਂ ਸਕਿਆ। ਨਾਮ ਹਿਰਦੇ 'ਚ ਸੀ, ਇਹ ਨਿਸ਼ਾਨੀ ਹੈ ਵੀ ਉਹਨਾਂ ਨੂੰ ਕੋਈ ਡਰਾ ਨਹੀਂ ਸਕਦਾ, ਕੋਈ ਡਰ ਪੋ ਨਹੀਂ ਸਕਦਾ। ਰਹਾਓ, ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੈ। ਜਿਹੜਾ ਹਰੀ ਪਰਮੇਸ਼ਰ ਦੇ ਕੀਰਤਨ ਨੂੰ ਸੁਣਦਾ ਹੈ ਨਾ ਕੰਨਾਂ ਨਾਲ, ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਨਾਲ, ਭਾਵਨਾ ਸਹਿਤ, ਤੇ ਹਰ ਕੀਰਤਨ ਗਾਵੇ, ਭਾਵਨਾ ਸਹਿਤ ਹੀ ਉਚਾਰਨ ਕਰਦਾ, ਗਾਉਂਦਾ ਹੈ ਪਰਮਾਤਮਾ ਦੇ ਕੀਰਤਨ ਨੂੰ, ਜਸ ਨੂੰ, ਵਾਹਿਗੁਰੂ ਦੀ ਕੀਰਤੀ ਨੂੰ, ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਉਸ ਜਨ ਦੇ ਨੇੜੇ ਕੋਈ ਦੁੱਖ ਨਹੀਂ ਆਉਂਦਾ ਹੈ। ਹੁਣ ਇੱਥੇ ਸਵਾਲ ਉੱਠਦਾ ਹੈ ਵੀ ਜਿਸ ਭਾਈ ਮਨੀ ਸਿੰਘ ਨੂੰ ਬੰਦ ਕੱਟਿਆ ਗਿਆ, ਤਾਰੂ ਸਿੰਘ ਜੀ ਦਾ ਖੋਪਰਾ ਲੱਥ ਗਿਆ, ਮਤੀ ਦਾਸ ਨੂੰ ਆਰੇ ਨਾਲ ਚੀਰ ਸੁੱਟਿਆ, ਉਹ ਦੁੱਖ ਆਏ ਉਹਨਾਂ ਦੇ ਨੇੜੇ? ਨਹੀਂ, ਦੁੱਖ ਨਹੀਂ ਉਹਨਾਂ ਦੇ ਨੇੜੇ ਆਇਆ ਨਾ। ਦੁਨੀਆ ਦੀ ਨਜ਼ਰਾਂ ਵਿੱਚ ਉਹ ਦੁੱਖ ਮਹਿਸੂਸ ਹੁੰਦਾ, ਕਿਉਂਕਿ ਸਾਡੀ ਅਵਸਥਾ ਦੁੱਖ ਨੂੰ ਮਹਿਸੂਸ ਕਰਨ ਵਾਲੀ ਹੈ। ਪਰ ਉਹਨਾਂ ਗੁਰਮੁਖ ਪਿਆਰਿਆਂ ਦੀ ਅਵਸਥਾ ਉਸ ਦੁੱਖ ਨੂੰ ਮਨਾਉਣ ਵਾਲੀ ਨਹੀਂ ਸੀ। ਦੁੱਖ ਦਾ ਪ੍ਰਭਾਵ ਉਹਨਾਂ 'ਤੇ ਨਹੀਂ ਸੀ। ਸਰੀਰ ਤੋਂ ਪਰੇ ਵਾਸਾ ਹੋ ਜਾਂਦਾ। ਸਤਿਗੁਰੂ ਜੀ ਐਸੀ ਬਖਸ਼ਿਸ਼ ਕਰ ਦਿੰਦੇ, ਕਿਉਂਕਿ ਜੇ ਦੁੱਖ ਮਹਿਸੂਸ ਹੁੰਦਾ ਫਿਰ ਉਹ ਡੋਲਦੇ, ਰੌਲਾ ਪਾਉਂਦੇ। ਉਹਨਾਂ ਦੇ ਕੋਈ ਸੀ ਹਾਲ ਪਾ ਰਿਹਾ, ਕੁਛ ਨਹੀਂ ਕਿਹਾ।
ਤਾਂ ਮਤਲਬ ਦੁੱਖ ਨੇੜੇ ਨਹੀਂ ਆਇਆ। ਉਸ ਦੇ ਤਾਈਂ ਦੁੱਖ ਨੇੜੇ ਨਹੀਂ ਆਉਂਦਾ ਹੈ। ਹਰ ਕੀ ਟਹਿਲ ਕਰਤ ਜਨ ਸੋ ਹੈ। ਜਿਹੜਾ ਵਾਹਿਗੁਰੂ ਦਾ ਜਨ ਹੈ, ਪਰਮੇਸ਼ਰ ਦੀ ਭਗਤੀ ਕਰਦਿਆਂ ਉਹ ਸੋਭਾ ਪ੍ਰਾਪਤ ਕਰਦਾ, ਸੋਭਨੀਕ ਹੁੰਦਾ ਦੁਨੀਆ ਦੇ ਵਿੱਚ। ਤਾਂ ਕਉ ਮਾਇਆ ਅਗਰ ਨਾ ਪੋਹੈ, ਤੇ ਉਹਦੇ ਅੰਦਰ ਵੀ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਜਿਹੜੀ ਆ ਨਾ, ਉਹ ਉਹਨੂੰ ਪੋਹ ਨਹੀਂ ਸਕਦੀ, ਉਸ ਦੇ ਮਨ ਤੇ ਕੋਈ ਪ੍ਰਭਾਵ ਨਹੀਂ ਪਾ ਸਕਦੀ। ਮਾਇਆ ਦੀ ਤ੍ਰਿਸ਼ਨਾ ਉਹਨਾਂ ਅੰਦਰ ਨਹੀਂ ਹੈ। ਇਹ ਬਾਕੀ ਸੰਸਾਰ ਨੂੰ ਅੱਗ ਬਣ ਕੇ ਚੰਬੜੀ ਹੋਈ ਹੈ, ਭਜਾਈ ਫਿਰਦੀ ਦਿਨੇ ਰਾਤ ਮਨ ਦੇ ਤਾਈਂ, ਪਰ ਉਹਨਾਂ ਨੂੰ ਇਹ ਪੋਹ ਨਹੀਂ ਸਕਦੀ। ਮਨ ਤਨ ਮੁਖ ਹਰ ਨਾਮ ਦਇਆਲ। ਉਹ ਜਿਹੜਾ ਐਸਾ ਗੁਰਮੁਖ ਹੈ ਨਾ ਸਿਮਰਨ ਵਾਲਾ, ਉਹਦੇ ਮਨ ਤਨ ਤੇ ਮੁਖ ਵਿੱਚ ਦਿਆਲੂ ਜੋ ਪ੍ਰਮਾਤਮਾ ਦਇਆ ਦਾ ਘਰ ਹੈ ਨਾ, ਹਰੀ ਅਕਾਲ ਪੁਰਖ, ਉਸ ਦਾ ਨਾਮ ਉਹਦੇ ਮਨ ਵਿੱਚ ਵੀ, ਤਨ ਵਿੱਚ ਵੀ ਤੇ ਮੁਖ ਵਿੱਚ ਵੀ ਹੈ। ਹਿਰਦੇ ਵਿੱਚ ਵੀ ਟਿਕਿਆ ਹੋਇਆ। ਤਨ ਇੰਦਰੇ ਜਿਹੜੇ ਹਨ, ਇਹਨਾਂ ਵਿੱਚ ਵੀ ਨਾਮ ਦਾ ਹੀ ਧਿਆਨ ਹੈ, ਤੇ ਮੁਖ ਤੋਂ ਵੀ ਪਰਮੇਸ਼ਰ ਦਾ ਨਾਮ ਹੀ ਉਚਾਰਨ ਹੁੰਦਾ। ਨਾਨਕ ਤਜੀ ਅਲੇ ਅਵਰ ਜੰਜਾਲ। ਉਸ ਨੇ ਮਨ ਵਿੱਚੋਂ ਜਿਹੜੇ ਸੰਸਾਰ ਦੇ ਧੰਦੇ, ਜੰਜਾਲ, ਕਜੀਏ, ਪੁਆੜੇ ਅਥਵਾ ਵਿਸ਼ੇਸ਼ ਤੌਰ 'ਤੇ ਜਾਲ ਹੈ ਵਿਕਾਰਾਂ ਦਾ, ਆਸਾ ਤ੍ਰਿਸ਼ਨਾ ਸਭ ਕੁਝ ਇਹਦੇ ਵਿੱਚ ਹੀ ਆਉਂਦਾ, ਇਹ ਉਹਨੇ ਸਭ ਜੰਜਾਲ ਛੱਡ ਦਿੱਤੇ ਹਨ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਸ਼ਬਦ ਉਚਾਰਦੇ ਨੇ। ਛਾੜ ਸਿਆਣਪ ਬਹੁ ਚਤੁਰਾਈ। ਭਾਈ ਅਸੀਂ ਮਨ ਦੀਆਂ ਸਿਆਣਪਾਂ ਤੇ ਬਹੁਤੀਆਂ ਚਤੁਰਾਈਆਂ ਜਿਹੜੀਆਂ ਨਾ, ਮਨ ਦੀਆਂ ਚਲਾਕੀਆਂ, ਇਹ ਛੱਡ ਦਿੱਤੀਆਂ। ਗੁਰ ਪੂਰੇ ਕੀ ਟੇਕ ਟਿਕਾਈ। ਪੂਰਿਆਂ ਗੁਰਾਂ ਦੀ ਜਿਹੜੀ ਟੇਕ ਹੈ, ਓਟ ਹੈ, ਆਸਰਾ ਹੈ, ਉਹ ਮਨ ਵਿੱਚ ਟਿਕਾਇਆ ਹੋਇਆ। ਜਾਂ ਜਿਸ ਵੀ ਵਿਅਕਤੀ ਨੇ ਛੱਡ ਕੇ ਸਿਆਣਪਾਂ ਤੇ ਮਨ ਦੀਆਂ ਚਤੁਰਾਈਆਂ, ਹਿਕਮਤਾਂ, ਹੁਜਤਾਂ ਛੱਡ ਕੇ ਪੂਰੇ ਗੁਰੂ ਦੀ ਟੇਕ, ਸਹਾਰਾ, ਆਸਰਾ, ਓਟ ਮਨ ਵਿੱਚ ਟਿਕਾਈ ਹੈ, ਦੁੱਖ ਬਿਨਸੇ ਸੁਖ ਹਰ ਗੁਣ ਗਾਏ। ਹਰੀ ਦੇ ਗੁਣ ਗਾਉਂਦਿਆਂ ਹੋਇਆਂ, ਹਰੀ ਪ੍ਰਮਾਤਮਾ ਦੇ ਜਸ ਨੂੰ, ਗੁਣਾਂ ਨੂੰ, ਵਡਿਆਈਆਂ, ਖੂਬੀਆਂ ਨੂੰ ਗਾਉਂਦਿਆਂ ਹੋਇਆਂ ਆਤਮਿਕ ਸੁਖ ਅੰਦਰ ਬਣ ਗਏ ਹਨ, ਤੇ ਦੁੱਖ ਬਿਨਸੇ, ਦੁੱਖ ਬਿਨਸ ਗਏ ਸਭ, ਤੇ ਸੁਖ ਪ੍ਰਾਪਤ ਹੋਇਆ ਹਰੀ ਦੇ ਗੁਣ ਗਾਉਂਦਿਆਂ ਹੋਇਆਂ। ਗੁਰ ਪੂਰਾ ਭੇਟਿਆ ਲਿਵ ਲਾਏ। ਪਰ ਇਹ ਦਾਤ ਉਹਨਾਂ ਨੂੰ ਮਿਲੀ ਜਿਨ੍ਹਾਂ ਨੇ ਲਿਵ ਲਾਈ, ਸੁਰਤ ਜੋੜੀ ਪੂਰਿਆਂ ਗੁਰਾਂ ਦੇ ਨਾਲ। ਪੂਰਾ ਗੁਰੂ ਭੇਟਿਆ, ਮਿਲਾਪ ਹਾਸਲ ਕੀਤਾ, ਲਿਵ ਲਾ ਕੇ ਪੂਰਾ ਗੁਰੂ ਭੇਟ ਲਿਆ, ਪ੍ਰਾਪਤ ਕੀਤਾ, ਤੇ ਪੂਰੇ ਗੁਰੂ ਦੁਆਰਾ ਲਿਵ ਲਾ ਲਈ ਜਿਨ੍ਹਾਂ ਨੇ ਪ੍ਰਮਾਤਮਾ ਨਾਲ, ਸੁਰਤ ਜੋੜ ਲਈ, ਲਗਨ ਲੱਗ ਗਈ, ਤੇ ਲਗਨ ਲਾ ਕੇ ਹਿਰਦੇ 'ਚ ਹਰੀ ਦੇ ਗੁਣ ਗਾਉਂਦੇ ਹਨ। ਉੱਥੇ ਸੁਖ ਹੀ ਸੁਖ ਪ੍ਰਾਪਤ ਹੋ ਗਿਆ, ਟਿਕ ਗਿਆ, ਸਭ ਦੁੱਖ ਬਿਨਸ ਗਏ। ਰਹਾਓ ਹਰ ਕਾ ਨਾਮ ਦਿਓ ਗੁਰ ਮੰਤਰ। ਮੰਤਰ ਬੋਲ ਹੁੰਦਾ ਹੈ। ਸਤਿਗੁਰੂ ਮਹਾਰਾਜ ਦਾ ਜਿਹੜਾ ਬੋਲ ਬਚਨ ਹੈ, ਇਹ ਮੰਤਰ ਹੈ। ਬੋਲ ਬਚਨ, ਉਪਦੇਸ਼, ਬਾਣੀ, ਨਾਮ, ਵਾਹਿਗੁਰੂ ਦੇ ਨਾਮ ਦਾ ਮੰਤਰ ਸਤਿਗੁਰੂ ਜੀ ਨੇ ਦਿੱਤਾ। ਹਰਿ ਕਾ ਨਾਮ, ਹਰੀ ਅਕਾਲ ਪੁਰਖ ਦਾ ਨਾਮ ਹੀ ਸਤਿਗੁਰਾਂ ਨੇ ਉਪਦੇਸ਼ ਦਿੱਤਾ। ਨਾਨਕ ਕਹਿ ਘਰ ਕੇਵਲ ਨਾਮ। ਸਤਿਗੁਰੂ ਕਹਿੰਦੇ ਸਾਡੇ ਘਰ 'ਚ ਤਾਂ ਕੇਵਲ ਵਾਹਿਗੁਰੂ ਦਾ ਨਾਮ ਹੈ। ਮਿਟੇ ਵਸੂਰੇ ਉਤਰੀ ਚਿੰਤ। ਜਿਨ੍ਹਾਂ ਨੂੰ ਇਹ ਨਾਮ ਦਾ ਮੰਤਰ ਮਿਲ ਗਿਆ ਨਾ, ਜਿਨ੍ਹਾਂ ਦੇ ਹਿਰਦੇ 'ਚ ਟਿਕ ਗਿਆ, ਉਹਨਾਂ ਦੇ ਸਾਰੇ ਵਸੂਰੇ, ਝੋਰੇ, ਫਿਕਰ, ਸੋਗ ਮਿਟ ਗਏ, ਸਭ ਚਿੰਤਾਵਾਂ ਉਤਰ ਗਈਆਂ। ਅਨੰਦ ਭਏ ਗੁਰ ਮਿਲਤ ਕਿਰਪਾਲ। ਕਿਰਪਾਲੂ ਸਤਿਗੁਰੂ ਨੂੰ ਮਿਲਦਿਆਂ ਸਾਰ ਮਨੋਂ ਹੋ ਕੇ ਮਿਲੀਏ ਤੇ ਆਨੰਦ ਪ੍ਰਾਪਤ ਹੋਏ। ਆਨੰਦ ਹੀ ਆਨੰਦ ਛਾ ਗਏ ਹਨ ਸਤਿਗੁਰੂ ਨੂੰ ਮਿਲਦਿਆਂ ਸਾਰ। ਕਰ ਕਿਰਪਾ ਕਾਟੇ ਜਮ ਜਾਲ। ਕਿਰਪਾ ਕਰਕੇ ਸਤਿਗੁਰਾਂ ਨੇ ਜਿਹੜਾ ਜਮਾਂ ਦਾ ਜਾਲ ਸੀ ਨਾ, ਜਮਾਂ ਦੀ ਫਾਹੀ ਗਲ ਪਈ ਹੋਈ ਸੀ, ਜਮਾਂ ਦੇ ਵਸ ਪੈਣਾ ਸੀ, ਆਤਮਿਕ ਮੌਤ ਦਾ ਜਾਲ ਪਿਆ ਸੀ, ਉਹ ਕੱਟ ਦਿੱਤਾ। ਕਹੋ ਨਾਨਕ ਗੁਰ ਪੂਰਾ ਪਾਇਆ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਭਾਈ ਵੱਡੇ ਭਾਗ ਸੀ, ਇਸ ਕਰਕੇ ਸਾਨੂੰ ਗੁਰੂ ਅਧੂਰਾ ਨਹੀਂ ਮਿਲਿਆ। ਕਬੀਰ ਜੀ ਨੂੰ ਬ੍ਰਾਹਮਣ ਕਹਿਣ ਲੱਗੇ ਵੀ ਕਬੀਰਾ ਸਾਨੂੰ ਗੁਰੂ ਧਾਰਨ ਕਰੇਗਾ ਤੇ ਤਾਂ ਹੀ ਕਲਿਆਣ ਹੋਣੀ। ਕਬੀਰ ਜੀ ਕਹਿਣ ਲੱਗੇ ਨਹੀਂ ਕਬੀਰ, ਬ੍ਰਾਹਮਣ ਗੁਰੂ ਹੈ ਜਗਤ ਕਾ। ਹੋਰ ਜਗਤ ਦੇ ਲੋਕਾਂ ਦੇ ਤੁਸੀਂ ਗੁਰੂ ਕਹਾਉਂਦੇ ਆ ਰਹੇ ਹੋ, ਪਰ ਭਗਤਾਂ ਦੇ ਤੁਸੀਂ ਗੁਰੂ ਨਹੀਂ ਬਣ ਸਕਦੇ। ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ। ਬ੍ਰਾਹਮਣ ਵਿਦਿਆ ਪੜ੍ਹ ਕੇ ਜਾਂ ਬ੍ਰਾਹਮਣਾਂ ਦੇ ਘਰ ਜੰਮ ਕੇ ਕਹਿੰਦੇ ਅਸੀਂ ਗੁਰੂ ਹੀ ਆ ਸਾਰਿਆਂ ਦੇ। ਕਹਿੰਦੇ ਜਗਤ ਦੇ ਗੁਰੂ ਹੋ ਸਕਦੇ ਹੋ, ਪਰ ਭਗਤਨ ਕਾ ਗੁਰ ਨਾ ਹੈ।
ਸਾਡਾ ਭਗਤਾਂ ਦਾ ਗੁਰੂ ਬ੍ਰਾਹਮਣ ਨਹੀਂ ਹੈ। ਅਰਜ ਉਰਜ ਕੈ ਪਚਮੂਆ ਚਾਰੋਂ ਵੇਦੋਂ ਵਾਹੇ। ਚੌਂ ਵੇਦਾਂ ਦੀ ਵਿਦਿਆ ਪੜ੍ਹ ਕੇ ਫਸ ਫੁਸ ਕੇ ਮਰ ਖਪ ਗਿਆ, ਝਗੜੇ ਕਰਕੇ ਫਸ ਕੇ ਝਗੜੇ ਕਰਕੇ ਵਿਤੰਡਾਵਾਦ ਕਰਕੇ ਮਰ ਗਿਆ। ਕਹਿੰਦੇ ਸਾਡਾ ਗੁਰੂ ਐਸਾ ਨਹੀਂ ਹੋ ਸਕਦਾ, ਅਧੂਰਾ ਗੁਰੂ ਨਹੀਂ। ਜਿਹੜੇ ਸਿਰਫ ਜਾਣਦਾ, ਵਿਦਿਆ ਪੜ੍ਹੀ ਹੈ, ਸਮਝ ਸੂਝ ਹੈ, ਪਰ ਉਹ ਅੰਦਰ ਨਹੀਂ ਵਸੀ, ਕਰਨੀ ਉਹੋ ਜਿਹੀ ਨਹੀਂ ਬਣੀ। ਔਰ ਇਸ ਪ੍ਰਕਾਰ ਹੀ ਕਬੀਰ ਮਾਏ ਮੁੰਡਾ ਉੱਤੇ ਹੈ ਗੁਰੂ ਕੀ। ਕਹਿੰਦੇ ਉਸ ਗੁਰੂ ਦੀ ਜਿਹੜੀ ਮਾਂ ਹੈ ਉਹਨੂੰ ਮੈਂ ਮੁੰਨਦਿਆਂ, ਯਾਨੀ ਸਿਰ ਮੁੰਨਦਿਆਂ ਉਹਦੀ ਗੁਰੂ ਦੀ ਮਾਂ ਦਾ। ਜਾ ਤੇ ਭਰਮ ਨਾ ਜਾਏ ਆਪ ਡੁੱਬੇ ਚੌ ਵੇਦ ਮੈਂ ਚੇਲੇ ਦੀਏ ਬਹਾਏ। ਆਪ ਚੌਂ ਵੇਦਾਂ ਨੂੰ ਪੜ੍ਹਦੇ ਡੁੱਬ ਗਏ, ਰੁੜ ਗਏ ਐਵੇਂ ਮੰਤਰਾਂ 'ਚ ਫਸੇ ਹੋਏ। ਜੋ ਕੁਝ ਉੱਥੇ ਕਰਮਕਾਂਡ ਲਿਖਿਆ ਉਹਦੇ 'ਚ ਤੇ ਚੇਲੇ ਰੋੜ ਦਿੱਤੇ। ਇਸ ਪ੍ਰਕਾਰ ਕਹਿੰਦੇ ਗੁਰ ਪੂਰਾ ਪ੍ਰਾਪਤ ਹੋਇਆ, ਕਹੋ ਨਾਨਕ ਗੁਰ ਪੂਰਾ ਪਾਇਆ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਭਾਈ ਪੂਰਾ ਗੁਰੂ ਪ੍ਰਾਪਤ ਕੀਤਾ ਹੈ, ਤਾਂ ਤੇ ਬਹੁਰ ਨਾ ਵਿਆਪੈ ਮਾਇਆ। ਅਸੀਂ ਪੂਰਾ ਗੁਰੂ ਪਾਇਆ, ਇਸ ਕਰਕੇ ਭਾਈ ਬਹੁਰੋਂ ਫਿਰ ਦੁਬਾਰਾ ਮਾਇਆ ਆਪਣਾ ਹੁਣ ਪ੍ਰਭਾਵ ਨਹੀਂ ਪਾ ਸਕਦੀ, ਮਾਇਆ ਨਹੀਂ ਵਿਆਪ ਸਕਦੀ, ਮਾਇਆ ਨਹੀਂ ਚੰਬੜ ਸਕਦੀ, ਮਾਇਆ ਆਪਣਾ ਗਲਬਾ ਨਹੀਂ ਹੁਣ ਸਾਡੇ 'ਤੇ ਪਾ ਸਕਦੀ। ਗੌੜੀ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ ਹਨ। ਦਾਤਾ ਜੀ ਹਜ਼ੂਰ ਫਰਮਾਉਂਦੇ ਨੇ, ਰਾਖ ਲਿਆ ਗੁਰ ਪੂਰਾ ਆਪ। ਜਿਹੜਾ ਭਾਈ ਗੁਰਾਂ ਦੀ ਸ਼ਰਨ ਪੈ ਗਿਆ ਨਾ, ਗੁਰੂ ਨੂੰ ਜਿਹਨੇ ਧਾਰਨ ਕਰ ਲਿਆ, ਜਿਹਦੀ ਸਤਿਗੁਰਾਂ 'ਤੇ ਸ਼ਰਧਾ ਬੱਝ ਗਈ, ਗੁਰਾਂ ਦੇ ਸਨਮੁਖ ਹੋ ਗਿਆ, ਪੂਰਿਆਂ ਗੁਰਾਂ ਨੇ ਉਸ ਨੂੰ ਆਪ ਰੱਖ ਲਿਆ ਹੈ। ਵਿਕਾਰਾਂ ਤੋਂ, ਜੰਮਣ ਮਰਨ ਤੋਂ, ਜਮਾਂ ਤੋਂ ਰੱਖਿਆ ਕੀਤੀ ਹੈ ਪੂਰੇ ਗੁਰੂ ਨੇ। ਇਸੇ ਕਰਕੇ ਗੁਰੂ ਪੂਰਾ ਸਿਰ 'ਤੇ ਚਾਹੀਦਾ। ਜਿਹਦਾ ਖਸਮ ਹੀ ਕੋਈ ਨਹੀਂ, ਉਹ ਹੈ ਹੀ ਨਖਸਮ ਆ, ਉਹਦੀ ਕੌਣ ਸਹਾਇਤਾ ਕਰੇਗਾ। ਮਨਮੁਖ ਕੋ ਲਾਗੋ ਸੰਤਾਪ। ਜਿਹੜਾ ਮਨ ਦੇ ਪਿੱਛੇ ਲੱਗਣ ਵਾਲਾ ਸੀ ਨਾ, ਮਨ ਨੂੰ ਜਿਹਨੇ ਮੁਖੀ ਬਣਾਇਆ ਹੋਇਆ ਸੀ, ਗੁਰੂ ਦੇ ਆਖੇ ਨਹੀਂ ਲੱਗਾ, ਉਹਨੂੰ ਸੰਤਾਪ, ਸਭੇ ਦੁੱਖ ਸੰਤਾਪ ਜਾਂ ਤੁਧੋਂ ਭੁੱਲੀ ਹੈ। ਮਨਮੁਖ ਦੇ ਤਾਈਂ ਲੱਗਾ ਸੰਤਾਪ ਭਾਵ ਦੁੱਖ ਕਲੇਸ਼, ਜਿਹੜੇ ਦੁੱਖ ਅੰਦਰ ਨੂੰ ਤਪਾਉਂਦੇ ਨੇ, ਉਹਨੂੰ ਕਹਿੰਦੇ ਸੰਤਾਪ। ਮਨਮੁਖ ਦੇ ਤਾਈਂ ਬਹੁਤ ਵੱਡਾ ਕਲੇਸ਼ ਵਿਆਪਿਆ, ਸੰਤਾਪ ਲੱਗ ਗਿਆ। ਗੁਰੂ ਗੁਰੂ ਜਪ ਮੀਤ ਹਮਾਰੇ। ਇਸ ਕਰਕੇ ਭਾਈ ਸਾਡੇ ਮਿੱਤਰੋ, ਗੁਰੂ 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 ਵਾਹਿਗੁਰੂ ਵਾਹਿਗੁਰੂ ਸਤਿਗੁਰੂ ਦਾ ਜਾਪ ਜਪੋ। ਮੁਖ ਉਜਲ ਹੋਵਹਿ ਦਰਬਾਰੇ। ਜੇ ਇੰਜ ਕਰੋਗੇ ਤੇ ਤੁਹਾਡੇ ਮੁਖ ਵਾਹਿਗੁਰੂ ਦੇ ਦਰਬਾਰ ਵਿੱਚ ਉਜਲੇ ਹੋਣਗੇ, ਉਜਲ ਮੂੰਹ ਲੈ ਕੇ ਜਾਓਗੇ, ਸੁਰਖਰੂ ਹੋਵੋਗੇ। ਵਾਹਿਗੁਰੂ ਦੇ ਦਰਬਾਰ ਵਿੱਚ ਸੁਰਖਰੂ ਮੁਖ ਵਾਲੇ ਬਣੋਗੇ। ਛੁਟਕਾਰਾ ਭਾਵ ਸਤਿਕਾਰ ਵਾਲਾ ਮੁਖ ਹੋਵੇਗਾ ਤੁਹਾਡਾ, ਅੱਗੇ ਆਦਰ ਮਿਲੇਗਾ। ਰਹਾਓ ਗੁਰ ਕੇ ਚਰਨ ਹਿਰਦੈ ਵਸਾਏ। ਸਤਿਗੁਰੂ ਮਹਾਰਾਜ ਦੇ ਜਿਹੜੇ ਚਰਨ ਹਨ, ਸ਼ਬਦ ਰੂਪੀ ਚਰਨ, ਨਾਮ ਰੂਪੀ ਚਰਨ, ਜੇ ਹਿਰਦੇ 'ਚ ਵਸਾ ਲਓ ਤਾਂ ਦੁੱਖ ਦੁਸ਼ਮਣ ਤੇਰੀ ਹੱਥੈ ਬੁਲਾਏ। ਭਾਈ ਫਿਰ ਤੇਰੇ ਸਾਰੇ ਦੁੱਖ ਕਲੇਸ਼ ਜਿਹੜੇ ਮਨ ਨੂੰ ਵਿਆਪਦੇ ਨੇ, ਜੰਮਣ ਮਰਨ ਦਾ ਦੁੱਖ ਹੈ, ਦੁਸ਼ਮਣ ਕਾਮ ਕ੍ਰੋਧ ਮੋਹ ਲੋਭ ਹੰਕਾਰ, ਤੇਰੀ ਹੱਥੈ ਬੁਲਾਏ। ਤੇ ਨਾਲ ਜਿਹੜੀ ਮਾਇਆ ਦੀ ਤ੍ਰਿਸ਼ਨਾ ਰੂਪੀ ਬਲਾ ਚੁੜੇਲ ਚੰਬੜੀ ਹੋਈ ਹੈ ਨਾ, ਸਤਿਗੁਰੂ ਮਹਾਰਾਜ ਜੀ ਇਸ ਨੂੰ ਹੱਥ ਦਿੰਦੇ, ਨਾਸ ਕਰ ਦਿੰਦੇ ਨੇ। ਗੁਰ ਕੇ ਚਰਨ ਹਿਰਦੈ ਵਸਾਏ, ਦੁੱਖ ਦੁਸ਼ਮਣ ਤੇਰੀ ਹੱਥੈ ਬੁਲਾਏ। ਤੇਰੀ ਬਲਾ ਜਿਹੜੀ ਚੁੜੇਲ ਹੈ, ਮਾਇਆ ਦੀ ਤ੍ਰਿਸ਼ਨਾ, ਇਹ ਵੀ ਖਤਮ ਹੋ ਜਾਏਗੀ। ਇਹਨੂੰ ਸਤਿਗੁਰੂ ਮਹਾਰਾਜ ਜੀ ਨਾਸ ਕਰਨ ਵਾਲੇ ਹਨ। ਗੁਰ ਕਾ ਸ਼ਬਦ ਤੇਰਾ ਸੰਗ ਸਹਾਈ। ਸਤਿਗੁਰੂ ਮਹਾਰਾਜ ਦਾ ਜਿਹੜਾ ਸ਼ਬਦ ਹੈ ਨਾ, ਤਾਂ ਹੀ ਸਤਿਗੁਰਾਂ ਸਾਨੂੰ ਸ਼ਬਦ ਦੇ ਲੜ ਲਾਇਆ। ਗੁਰ ਮੇਰਾ ਸੰਗ ਸਦਾ ਹੈ ਨਾਲੇ। ਐਸੇ ਗੁਰੂ ਮਹਾਰਾਜ ਸ਼ਬਦ ਰੂਪੀ ਗੁਰੂ ਦੇ ਚਰਨੀ ਲਾਇਆ ਵੀ ਜਿੱਥੇ ਕਿਤੇ ਵੀ ਤੁਸੀਂ ਬੈਠੇ, ਵਾਹਿਗੁਰੂ ਦਾ ਸ਼ਬਦ ਤੁਹਾਡੇ ਪਾਸ, ਸਤਿਗੁਰਾਂ ਦੇ ਮੁਖਾਰਬਿੰਦ ਤੋਂ ਚਾਰੇ ਬਚਨ ਤੁਹਾਡੇ ਕੋਲ ਨੇ, ਤਾਂ ਸਤਿਗੁਰੂ ਤੁਹਾਡੇ ਅੰਗ ਸੰਗ ਨੇ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਭਾਈ ਗੁਰੂ ਦਾ ਸ਼ਬਦ ਤੇਰੇ ਸੰਗ ਸਾਥ ਸਹਾਈ ਹੈ, ਸਹਾਇਤਾ ਕਰਨ ਵਾਲਾ ਹੈ ਨਾਲ ਰਹਿ ਕੇ। ਜਿਵੇਂ ਬਚਨ ਹਨ, ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਸਾਥ ਸਾਥ ਸੰਭਾਲੇ, ਇਹ ਲੋਕ ਪ੍ਰਲੋਕ ਸੰਗ ਸਹਾਈ, ਜਤ ਕਤ ਮੂਹ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ। ਨਾ ਇਹਨੂੰ ਜਲ ਡੁੱਬ ਸਕਦਾ, ਨਾ ਚੋਰ ਚੋਰੀ ਕਰ ਸਕਦਾ। ਭਾਹੇ ਨਾ ਸਕਿਆ ਜਲ, ਇਹਨੂੰ ਅੱਗ ਵੀ ਨਹੀਂ ਸਾੜ ਸਕਦੀ। ਨਿਰਧਨ ਕੋ ਧਨ। ਨਿਰਧਨ ਲੋਕਾਂ ਵਾਸਤੇ, ਕੰਗਾਲਾਂ ਵਾਸਤੇ ਵੱਡਾ ਧਨ ਹੈ। ਅੰਧਲੇ ਕੋ ਟਿਕ। ਅਗਿਆਨੀ ਅੰਧੇ ਮਨੁੱਖ ਵਾਸਤੇ ਸੋਟੀ ਦੀ ਨਿਆਈ ਹੈ। ਰਾਹ
ਤੇ ਚੱਲਣ ਵਾਸਤੇ ਸਹਾਇਤਾ ਕਰਦਾ। ਮਾਤ ਦੁੱਧ ਜੈਸੇ ਬਾਲੇ, ਜਿਵੇਂ ਬਾਲਕ ਵਾਸਤੇ ਮਾਂ ਦਾ ਦੁੱਧ ਜੀਵਨ ਰੂਪ ਹੁੰਦਾ, ਬੜਾ ਪਿਆਰਾ ਲੱਗਦਾ ਨਾ। ਦੁੱਧ ਵਿੱਚ ਖੀਰ ਆਧਾਰ, ਬਾਰਕ ਜਬ ਹੋਤਾ ਬਿਨ ਖੀਰਾ ਰਹਿਣ ਨਾ ਜਾਈ। ਜਿਵੇਂ ਬੱਚਾ ਜਿਹੜਾ ਹੋਰ ਤੇ ਖੁਰਾਕ ਨਹੀਂ ਖਾਂਦਾ ਨਾ, ਉਹ ਮਾਂ ਦੇ ਦੁੱਧ ਦਾ ਹੀ ਸਹਾਰਾ ਉਹਨੂੰ, ਤੇ ਉਹਦਾ ਜੀਵਨ ਹੀ ਦੁੱਧ ਹੈ, ਮਾਂ ਦੇ ਸਰੀਰ ਦਾ ਦੁੱਧ। ਇਸੇ ਪ੍ਰਕਾਰ ਕਹਿੰਦੇ ਇਹ ਆਤਮ ਖੁਰਾਕ ਹੈ। ਮਾਤ ਦੁੱਧ ਜੈਸੇ ਬਾਲੇ ਸਾਗਰ ਮੈਂ ਬੋਹਿਤ, ਸੰਸਾਰ ਸਮੁੰਦਰ ਸੀ, ਇਹਦੇ 'ਚ ਅਸੀਂ ਡੁੱਬ ਰਹੇ ਸੀ। ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ, ਇਹ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਸਾਨੂੰ ਬੋਹਿਤ ਜਹਾਜ਼ ਮਿਲ ਗਿਆ। ਵਾਹਿਗੁਰੂ ਦਾ ਨਾਮ, ਗੁਰੂ ਦਾ ਬਚਨ। ਕਰੀ ਕਿਰਪਾ ਕਿਰਪਾਲੇ, ਕਿਰਪਾਲੂ ਵਾਹਿਗੁਰੂ ਨੇ ਕਿਰਪਾ ਕੀਤੀ ਤਾਂ ਪੂਰੇ ਗੁਰੂ ਦਾ ਸ਼ਬਦ ਸਾਨੂੰ ਮਿਲਿਆ। ਗੁਰ ਕੇ ਚਰਨ ਹਿਰਦਾ ਵਸਾ, ਗੁਰ ਕਾ ਸ਼ਬਦ ਤੇਰਾ ਸੰਗ ਸਹਾਈ, ਗੁਰੂ ਦਾ ਸ਼ਬਦ ਤੇਰੇ ਸੰਗ ਸਾਥ ਸਹਾਈ ਹੋਵੇਗਾ। ਦਇਆਲ ਭਏ ਸਗਲੇ ਜੀ ਭਾਈ, ਜੇ ਗੁਰੂ ਦਾ ਸ਼ਬਦ ਤੇਰੇ ਹਿਰਦੇ 'ਚ ਹੈ ਤਾਂ ਐਸੀ ਕਿਰਪਾ ਵਾਹਿਗੁਰੂ ਜੀ ਵਰਤਾਉਂਦੇ ਨੇ। ਸਾਰੇ ਜੀ ਜੰਤ, ਇਹ ਭਾਈ ਜੀ ਤੁਹਾਡੇ ਤੇ ਦਿਆਲੂ ਕਿਰਪਾਲੂ ਹੋ ਜਾਂਦੇ ਨੇ। ਸਾਰੇ ਜੀਆਂ ਦੇ ਅੰਦਰ ਦਇਆ ਆ ਜਾਂਦੀ ਹੈ। ਸਾਰੇ ਜੀ ਤੁਹਾਡੇ ਤੇ ਤਰਸ ਹੀ ਕਰਦੇ ਨੇ, ਦਇਆ ਹੀ ਕਰਦੇ ਨੇ। ਕੋਈ ਤੁਹਾਡੇ ਖਿਲਾਫ ਨਹੀਂ ਚੱਲਦਾ, ਤੁਹਾਡਾ ਬੁਰਾ ਨਹੀਂ ਕਰਦਾ। ਗੁਰ ਪੂਰਾ ਜਬ ਕਿਰਪਾ ਕਰੀ, ਜਦੋਂ ਪੂਰੇ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਤਾਂ ਭਣਤ ਨਾਨਕ ਮੇਰੀ ਪੂਰੀ ਪਰੀ। ਤਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੇਰੀ ਹੁਣ ਪੂਰੀ ਪਈ। ਭਾਵ ਹੈ ਇਹ ਹੈ ਕਿ ਪੂਰੀ ਰਹੀ ਜਾਂ ਪੂਰਾ ਰਾਖੀ, ਪਾਰ ਬ੍ਰਹਮ ਕੀ ਸਰਣ ਜਨ ਤਾਕੀ, ਪੂਰੀ ਇੱਜ਼ਤ ਹੋਈ। ਭਾਵ ਘਾਲ ਕਮਾਈ ਪੂਰੀ ਹੋਈ, ਸਫਲੀ ਹੋਈ। ਜਿਹੜੀ ਘਾਲਣਾ ਘਾਲੀ ਉਹ ਪੂਰਨ ਸਿਰੇ ਚੜ੍ਹ ਗਈ, ਸਫਲੀ ਹੋ ਗਈ, ਪ੍ਰਵਾਨ ਹੋ ਗਈ। ਘਾਲਣਾ ਘਾਲੀ ਸਫਲੀ ਉਦੋਂ ਹੀ ਹੈ ਨਾ ਜਦੋਂ ਕਿਰਪਾ ਹੋਏ। ਜਦੋਂ ਤੱਕ ਵਾਹਿਗੁਰੂ ਕਿਰਪਾ ਨਹੀਂ ਕਰਦਾ ਉਦੋਂ ਤੱਕ ਕੀ ਪਤਾ ਵੀ ਪ੍ਰਵਾਨ ਚੜ੍ਹਨੀ ਕਿ ਨਹੀਂ ਚੜ੍ਹਨੀ। ਹੁਣ ਕਹਿੰਦੇ ਪ੍ਰਵਾਨ ਚੜ੍ਹ ਗਏ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗਣੀ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ ਨੇ, ਅਨਕ ਰਸਾ ਖਾਏ ਜੈਸੇ ਢੋਰ। ਮਨੁੱਖ ਪਰਮਾਤਮਾ ਦਾ ਸਿਮਰਨ ਛੱਡ ਕੇ, ਸਾਧ ਸੰਗਤ ਕਰਨੀ ਛੱਡ ਕੇ, ਜੋ ਰਸਾਂ ਕਸਾਂ ਵਿੱਚ ਗਲਤਾਨ ਹੈ। ਰਸ ਹੋਏ ਨਾ ਰਸ ਰੂਪਾ ਕਾਮਣ, ਰਸ ਪਰ ਮਿਲਕੀ ਵਾਸ। ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਹਜ਼ੂਰ ਕਹਿੰਦੇ ਨੇ ਵੀ ਅਨੇਕਾਂ ਰਸ ਇੰਜ ਖਾਂਦਾ ਜਿਸ ਤਰ੍ਹਾਂ ਢੋਰ ਪਸ਼ੂ ਖਾਣ ਵਿੱਚ ਹੀ ਗਲਤਾਨ ਹੈ। ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਤੇ ਰਸਾਂ ਕਸਾਂ 'ਚ ਗਲਤਾਨ ਹੋ ਕੇ ਵੰਨ ਸੁਵੰਨੇ ਪਦਾਰਥ ਹੀ ਖਾਣ ਵਿੱਚ ਰੁੱਝਾ ਹੋਇਆ। ਮਹਾਰਾਜ ਕਹਿੰਦੇ ਉਹ ਢੋਰ ਇੱਕ ਕੋਤਲ ਪਸ਼ੂ ਹੁੰਦੇ ਨੇ, ਦੁਧਾਰੂ, ਜਿਵੇਂ ਦੁੱਧ ਦੇਣ ਵਾਲੇ ਜਾਂ ਵਗਣ ਵਾਲੇ ਜਾਂ ਬੈਲ ਗੱਡੀਆਂ ਅੱਗੇ ਜੋੜਨ ਵਾਲੇ, ਘੋੜੇ ਆਦਿਕ ਅਤੇ ਇਸੇ ਤਰ੍ਹਾਂ ਬਲਦ ਆਦਿਕ। ਅਤੇ ਇੱਕ ਹੁੰਦੇ ਨੇ ਭਾਰ ਢੋਣ ਵਾਲੇ, ਜਿਵੇਂ ਖੋਤੇ ਰੱਖੇ ਹੁੰਦੇ ਲੋਕਾਂ ਨੇ, ਉਹਨਾਂ ਨੂੰ ਢੋਰ ਪਸ਼ੂ ਕਿਹਾ ਜਾਂਦਾ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਇਹ ਰਸ ਕਸ 'ਤੇ ਖਾਂਦਾ ਹੈ, ਹੋਰ ਸੂਝ ਬੂਝ ਕੋਈ ਨਹੀਂ, ਰੱਬ ਦਾ ਨਾਮ ਨਹੀਂ ਜਪਦਾ, ਅਤੇ ਇਹ ਢੋਰ ਪਸ਼ੂ ਦੀ ਨਹੀਂ ਹੈ। ਮੋਹ ਕੀ ਜੇਵਰੀ ਬਾਧੇ ਉਹ ਚੋਰ, ਅਤੇ ਮੋਹ ਦੀ ਜਿਹੜੀ ਰੱਸੀ ਆ ਨਾ, ਸਰੀਰਾਂ ਦਾ ਮੋਹ, ਪਦਾਰਥਾਂ ਦਾ ਮੋਹ, ਲਗਨ ਲਗਾਓ। ਇਹ ਮੋਹ ਦੀ ਇੱਕ ਰੱਸੀ ਵਿੱਚ ਇੰਜ ਬੱਝਿਆ ਹੋਇਆ, ਜਿਸ ਤਰ੍ਹਾਂ ਸੰਨ ਵਿੱਚ ਚੋਰ ਪਕੜਿਆ ਜਾਏ ਤੇ ਉਹਨੂੰ ਬੰਨ੍ਹ ਲਿਆ ਜਾਂਦਾ। ਚੋਰ ਦੀ ਨਿਆਈ ਇਹ ਬੰਨ੍ਹਿਆ ਗਿਆ ਮੋਹ ਦੀ ਰੱਸੀ 'ਚ। ਨਿਰਤਕ ਦੇਹ ਸਾਧ ਸੰਗ ਬਿਹੂਣਾ, ਜਿਹੜਾ ਸਾਧ ਸੰਗਤ ਤੋਂ ਬਿਹੂਣਾ ਸਖਣਾ ਹੈ। ਸ੍ਰੇਸ਼ਟ ਜਨਾਂ ਸਾਧੂਆਂ, ਸਾਧੂ ਸਤਿਗੁਰਾਂ ਦੀ ਸੰਗਤ ਤੋਂ ਬਗੈਰ ਹੈ, ਉਹਦਾ ਸਰੀਰ ਇੰਝ ਹੈ ਜਿਵੇਂ ਮੁਰਦਾ ਦੇਹ ਹੁੰਦੀ ਹੈ। ਉਹ ਮਨੁੱਖ ਦੇ ਰੂਪ ਵਿੱਚ ਫਿਰਦਾ ਹੈ, ਪਰ ਉਹ ਮਿਰਤਕ ਦੇਹ ਹੈ। ਸੋ ਇਸ ਪ੍ਰਕਾਰ ਆਵਤ ਜਾਤ ਜੋਨੀ ਦੁੱਖ ਖੀਨਾ, ਜੂਨਾਂ ਦੇ ਵਿੱਚ ਆਉਂਦਾ ਜਾਂਦਾ ਹੈ, ਦੁੱਖ ਪਾਉਂਦਾ ਹੈ, ਅਤੇ ਇੰਜ ਖੀਨਾ ਕਮਜ਼ੋਰ ਹੁੰਦਾ ਜਾਂਦਾ। ਆਤਮਿਕ ਤੌਰ 'ਤੇ, ਮਾਨਸਿਕ ਤੌਰ 'ਤੇ ਖੀਨਾ ਮਤਲਬ ਛੀਣ, ਬਲ ਦਾ ਛੀਣ ਹੋ ਰਿਹਾ, ਖੀਣ ਹੋ ਗਿਆ, ਕਮਜ਼ੋਰ ਹੋ ਗਿਆ ਹੈ, ਆਉਂਦਾ ਜਾਂਦਾ ਜੂਨਾਂ ਦੇ ਵਿੱਚ ਅਤੇ ਦੁੱਖ ਪਾਉਂਦਾ, ਇਸ ਕਰਕੇ ਕਮਜ਼ੋਰ ਹੋ ਗਿਆ। ਰਹਾਓ ਅਨਕ ਬਸਤਰ ਸੁੰਦਰ ਪਹਿਰਾਇਆ, ਇਸ ਕਾਇਆ ਨੂੰ ਆਪਣਾ ਰੂਪ ਮੰਨ ਕੇ ਅਨੇਕਾਂ ਸੁੰਦਰ ਬਸਤਰ ਪਹਿਨਾਉਂਦਾ ਇਹ ਮਨੁੱਖ। ਅਤੇ ਉਹ ਅਮੀਰ ਹੋਣ ਕਰਕੇ ਬਹੁਤੇ ਸੁੰਦਰ ਬਸਤਰ ਜਦੋਂ ਪਾਉਂਦਾ ਹੈ, ਅਤੇ ਜਿਹੜੇ ਗਰੀਬ ਲੋਕ ਨੇ, ਸਧਾਰਨ ਬਸਤਰਾਂ ਵਾਲੇ,
ਮਾਨੋ ਉਹ ਤੋਂ ਡਰਦੇ ਨੇ ਜਾਂ ਡਰਾਉਂਦਾ, ਆਪਣਾ ਪ੍ਰਭਾਵ ਪਾਉਂਦਾ, ਮੈਂ ਵੱਡਾ ਤੁਸੀਂ ਪਰੇ ਹਟੋ। ਜਿਉਂ ਡਰਨਾ ਖੇਤ ਮਾਹੇ ਡਰਾਇਆ। ਮਾਰੇ ਕਹਿੰਦੇ ਉਹ ਇੰਝ ਹੈ ਜਿਵੇਂ ਕਿਸੇ ਜ਼ਿਮੀਂਦਾਰ ਨੇ ਆਪਣੇ ਖੇਤਾਂ ਵਿੱਚੋਂ ਜਾਨਵਰ ਪੰਛੀ ਉਡਾਉਣ ਵਾਸਤੇ ਇੱਕ ਬਨੌਟੀ ਬੰਦਾ ਖੜਾ ਕੀਤਾ ਹੁੰਦਾ, ਡਰਾਉਣਾ, ਉਹਨੂੰ ਡਰਨਾ ਕਹਿੰਦੇ ਨੇ। ਜ਼ਿਮੀਂਦਾਰਾਂ ਦੀ ਬੋਲੀ 'ਚ ਕਹਿੰਦੇ ਡਰਨਾ ਖਿਲਾਰਿਆ ਹੈ। ਇੱਕ ਲੱਕੜੀਆਂ ਆਦਿਕ ਦਾ ਪੁਤਲਾ ਜਿਹਾ ਬਣਾ ਕੇ ਉੱਪਰ ਬੰਦਿਆਂ ਵਾਲੇ ਕੱਪੜੇ ਪਾਏ ਹੁੰਦੇ ਨੇ ਅਤੇ ਖੇਤ ਵਿੱਚੋਂ ਗੱਡਿਆ ਹੁੰਦਾ, ਇਸ ਕਰਕੇ ਪੰਛੀ ਡਰਦੇ ਨੇ ਵੀ ਸ਼ਾਇਦ ਬੰਦਾ। ਅਤੇ ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਿਹੜਾ ਬਸਤਰ ਸੁੰਦਰ ਪਹਿਨਦਾ ਹੈ ਪਰ ਵਾਹਿਗੁਰੂ ਦੇ ਸਿਮਰਨ ਤੋਂ ਸਾਧ ਸੰਗਤ ਤੋਂ ਖਾਲੀ ਹੈ, ਉਹ ਇੰਝ ਹੀ ਹੈ। ਉਹ ਮਤ ਸਮਝੇ ਮੇਰਾ ਬੜਾ ਪ੍ਰਭਾਵ ਹੈ ਲੋਕਾਂ 'ਤੇ, ਮੈਂ ਅਮੀਰ ਬੰਦਾ, ਸੋਹਣੇ ਬਹੁਤੇ ਮਹਿੰਗੇ ਕੱਪੜੇ ਪਾਉਂਦਾ, ਬਾਕੀ ਲੋਕ ਮੇਰੇ ਸਾਹਮਣੇ ਕੀ ਨੇ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਖੇਤ ਦੇ ਵਿੱਚ ਬਨੌਟੀ ਡਰਾਉਣਾ ਬੰਦਾ ਖਿਲਾਰਿਆ ਹੁੰਦਾ, ਇੰਝ ਹੀ ਹੈ। ਸਗਲ ਸਰੀਰ ਆਵਤ ਸਭ ਕਾਮ। ਸੋ ਹੋਰ ਸਾਰੇ ਸਰੀਰ ਜਿਹੜੇ ਨੇ ਨਾ ਉਹ ਲੋਕਾਂ ਦੇ ਕੰਮ ਆਉਂਦੇ ਨੇ। ਜਿਵੇਂ ਖੋਤਾ ਵੀ ਪਸ਼ੂਆਂ ਦੇ ਚਾਰਾ ਢੋਂਦਾ, ਬਲਦ ਆਦਿਕ ਨੇ, ਗਊਆਂ ਮੱਝਾਂ ਦੁੱਧ ਦਿੰਦੀਆਂ ਨੇ ਆਦਿਕ, ਸਾਰੇ ਸਰੀਰ ਕੰਮ ਆਉਂਦੇ ਨੇ। ਨਿਫਲ ਮਨੁੱਖ ਜਪੈ ਨਹੀਂ ਨਾ। ਪਰ ਜਿਹੜਾ ਮਨੁੱਖ ਹੋ ਕੇ ਵਾਹਿਗੁਰੂ ਦਾ ਭਜਨ ਨਹੀਂ ਕਰਦਾ, ਨਾਮ ਨਹੀਂ ਜਪਦਾ, ਉਹਦੀ ਦੇਹ ਜਿਹੜੀ ਹੈ ਉਸ ਮਨੁੱਖਾ ਸਰੀਰ ਨੂੰ ਹਜ਼ੂਰ ਕਹਿੰਦੇ ਵੀ ਹੋਰਨਾਂ ਨਾਲੋਂ ਵੀ ਨਿਕੰਮਾ ਸਮਝੋ। ਨਿਫਲ ਹੈ, ਨਿਸਫਲ ਹੈ ਉਹਦਾ ਮਨੁੱਖਾ ਸਰੀਰ, ਉਹ ਕਿਸੇ ਕੰਮ ਦਾ ਨਹੀਂ। ਬਲਕਿ ਹਜ਼ੂਰ ਕਹਿੰਦੇ ਪਸ਼ੂ ਮਿਲਹਿ ਚੰਗਿਆਈਆਂ, ਖੜ ਖਾਵਹਿ ਅੰਮ੍ਰਿਤ ਦੇਹ, ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਤ੍ਰਿਗ ਹੈ ਉਹਨਾਂ ਦਾ ਜੀਵਨ, ਉਹਨਾਂ ਦੇ ਕਰਮ ਕੀਤੇ ਵੀ ਵਿਅਰਥ ਨੇ ਜੋ ਮਨੁੱਖ ਹੋ ਕੇ ਵਾਹਿਗੁਰੂ ਦਾ ਭਜਨ ਨਹੀਂ ਕਰਦੇ। ਕਹੋ ਨਾਨਕ ਜਾ ਕਉ ਭਏ ਦਇਆਲਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਭਾਈ ਜਿਸ ਦੇ ਤਾਈਂ ਵਾਹਿਗੁਰੂ ਅਕਾਲ ਪੁਰਖ ਜੀ ਦਇਆਲੂ ਹੋਏ, ਜਿਸ ਤੇ ਟੁੱਟ ਕੇ ਦਇਆ ਦੇ ਘਰ ਵਿੱਚ ਆਏ, ਸਾਧ ਸੰਗਤ ਮਿਲ ਭਜੇ ਗੋਪਾਲਾ। ਇੱਥੇ ਗੋਪਾਲਾ ਸ਼ਬਦ ਜਿਹੜਾ ਇਹਨੂੰ ਦੋ ਮਾਤਰਾ ਲੱਗੀਆਂ ਹੋਈਆਂ ਇਹਦੇ ਗੱਗੇ ਅੱਖਰ ਨੂੰ। ਗੱਗੇ ਦੇ ਥੱਲੇ ਔਂਕੜ ਵੀ ਹੈ ਅਤੇ ਗੱਗੇ ਨੂੰ ਹੋੜਾ ਵੀ ਹੈ। ਇਹਦਾ ਮਤਲਬ ਇਹ ਹੈ ਭਈ ਅਸਲ ਵਿੱਚ ਜਿਹੜਾ ਸ਼ਬਦ ਹੈ ਨਾ ਗੋਪਾਲਾ, ਗੱਗੇ ਨੂੰ ਹੋੜੇ ਵਾਲਾ, ਪਰ ਇੱਥੇ ਹਜ਼ੂਰ ਕਹਿੰਦੇ ਨੇ ਗੱਗੇ ਨੂੰ ਅਸੀਂ ਔਂਕੜ ਲਾਇਆ, ਬੋਲਣਾ ਗੋਪਾਲਾ, ਕਿਉਂਕਿ ਦੋ ਮਾਤਰਾ ਇਕੱਠੀਆਂ ਬੋਲੀਆਂ ਨਹੀਂ ਜਾਣੀਆਂ ਅਤੇ ਬੋਲਣਾ ਗੋਪਾਲਾ ਹੈ ਪਰ ਅਰਥ ਗੋਪਾਲ ਦਾ। ਗੋ ਸ੍ਰਿਸ਼ਟੀ ਨੂੰ ਪਾਲਣ ਵਾਲਾ ਵਾਹਿਗੁਰੂ। ਕਹੋ ਨਾਨਕ ਜਾ ਕੋ ਭਏ ਦਇਆਲਾ। ਸਤਿਗੁਰੂ ਕਹਿੰਦੇ ਜਿਸ 'ਤੇ ਵਾਹਿਗੁਰੂ ਜੀ ਦਿਆਲੂ ਕਿਰਪਾਲੂ ਹੋਏ, ਜਿਨ੍ਹਾਂ ਦੇ ਉੱਪਰ ਦਿਆਲੂ ਕਿਰਪਾਲੂ ਹੋਏ, ਸਾਧ ਸੰਗਤ ਮਿਲ ਭਜ ਹੈ ਗੋਪਾਲਾ। ਭਜ ਹੈ ਬਹੁ ਵਚਨ ਹੈ, ਭਈ ਸਾਧ ਸੰਗਤ ਮਿਲ ਕੇ ਉਹ ਗੋਪਾਲ ਪ੍ਰਿਥਵੀ ਦੇ ਮਾਲਕ, ਸ੍ਰਿਸ਼ਟੀ ਦੇ ਮਾਲਕ, ਸ੍ਰਿਸ਼ਟੀ ਨੂੰ ਪਾਲਣ ਵਾਲੇ ਵਾਹਿਗੁਰੂ ਦਾ ਭਜਨ ਕਰਦੇ, ਉਸ ਦਾ ਚਿੰਤਨ ਕਰਦੇ ਨੇ, ਵਾਹਿਗੁਰੂ ਦਾ ਜਾਪ ਕਰਦੇ ਨੇ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ ਹਨ, ਕਲ ਕਲੇਸ਼ ਗੁਰ ਸ਼ਬਦ ਨਿਵਾਰੇ। ਜਿਹੜੇ ਗੁਰਾਂ ਦੇ ਚਰਨੀ ਲੱਗੇ ਉਹਨਾਂ ਨੂੰ ਸਤਿਗੁਰਾਂ ਪਾਸੋਂ ਸ਼ਬਦ ਉਪਦੇਸ਼ ਪ੍ਰਾਪਤ ਹੋਇਆ। ਗੁਰੂ ਦੇ ਸ਼ਬਦ ਦੁਆਰਾ ਉਹਨਾਂ ਨੇ ਆਪਣੇ ਅੰਦਰੋਂ ਕਲਯੁਗ ਦੇ ਕਲੇਸ਼, ਕਲਾ ਕਲੇਸ਼ ਵੀ ਕਿਹਾ ਜਾਂਦਾ, ਕਲਯੁਗ ਦੇ ਸਮੇਂ ਅੰਦਰ ਜਿਹੜੇ ਕਲੇਸ਼ ਲੋਕਾਂ ਨੂੰ ਵਿਆਪਦੇ ਨੇ, ਗੁਰੂ ਦੇ ਸ਼ਬਦ ਰਾਹੀਂ ਉਹਨਾਂ ਨੇ ਇਹ ਨਿਵਾਰ ਦਿੱਤੇ, ਦੂਰ ਕਰ ਦਿੱਤੇ। ਆਵਣ ਜਾਣ ਰਹੇ ਸੁਖ ਸਾਰੇ। ਉਹਨਾਂ ਦੇ ਆਉਣੇ ਜਾਣੇ ਸੰਸਾਰ ਤੋਂ ਰਹੇ ਮੁੱਕ ਗਏ, ਆਉਣ ਜਾਣ ਤੋਂ ਰਹਿਤ ਹੋ ਗਏ ਅਤੇ ਸਾਰੇ ਦੇ ਸਾਰੇ ਸੁਖ ਉਹਨਾਂ ਨੂੰ ਮਿਲ ਗਏ। ਭੈ ਬਿਨਸੇ ਨਿਰਭਉ ਹਰਿ ਧਿਆਇਆ। ਜਿਵੇਂ ਬਚਨ ਹਨ, ਨਿਰਭਉ ਜਪੈ ਸਗਲ ਭਉ ਮਿਟੈ। ਜਦੋਂ ਨਿਰਭਉ ਨਿਡਰ ਸਰੂਪ ਹਰੀ ਅਕਾਲ ਪੁਰਖ ਨੂੰ ਧਿਆਇਆ, ਸਿਮਰਿਆ, ਯਾਦ ਕੀਤਾ, ਅਤੇ ਉਹਦੇ ਸਿਮਰਨ ਦੀ ਬਦੌਲਤ ਗੁਰਮੁਖਾਂ ਦੇ ਅੰਦਰੋਂ ਸਾਰੇ ਦੇ ਸਾਰੇ ਭੈ ਡਰ ਬਿਨਸ ਗਏ, ਨਹੀਂ ਰਹੇ। ਸਾਧ ਸੰਗ ਹਰ ਕੇ ਗੁਣ ਗਾਇਆ, ਕਿਉਂਕਿ ਉਹਨਾਂ ਨੇ ਸਾਧੂ ਸਤਿਗੁਰਾਂ ਦੀ ਸੰਗਤ 'ਚ ਮਿਲ ਕੇ, ਸਾਧੂ ਸ੍ਰੇਸ਼ਟ ਜਨਾਂ ਗੁਰਮੁਖਾਂ ਦੀ ਸੰਗਤ 'ਚ ਮਿਲ ਕੇ ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਗਾਇਆ ਹੈ। ਰਹਾਓ ਚਰਨ ਕਵਲ ਰਿਦ ਅੰਤਰ ਧਾਰੇ। ਪਰਮਾਤਮਾ ਦੇ ਕਮਲ ਵਰਗੇ ਸੋਹਣੇ ਨਿਰਲੇਪ ਚਰਨ, ਜਿਨ੍ਹਾਂ 'ਚ ਸ਼ੁਭ ਗੁਣਾਂ ਦੀ ਖੁਸ਼ਬੂ ਹੈ, ਉਹ ਹਿਰਦੇ ਅੰਦਰ ਨਾਮ ਰੂਪੀ ਚਰਨਾਂ ਨੂੰ ਧਾਰਨ ਕੀਤਾ, ਟਿਕਾਏ। ਅਗਨ ਸਾਗਰ ਗੁਰ ਪਾਰ ਉਤਾਰੇ। ਉਹਨਾਂ ਨੂੰ
ਜਿਹੜਾ ਅਗਨੀ ਦਾ ਸਾਗਰ ਸਮੁੰਦਰ ਸੀ, ਇਹ ਸੰਸਾਰ ਅੱਗ ਦਾ ਸਮੁੰਦਰ ਨੂੰ ਭਵਜਲ ਵੀ ਕਿਹਾ। ਇਹ ਭਵਜਲ ਜਗਤ ਸੰਸਾਰ ਹੈ, ਗੁਰ ਬੋਹਿਤ ਨਾਮ ਤਰਾਏ। ਸੰਸਾਰ ਵਿਖਿਆ ਕੂਪ, ਤਮ ਅਗਿਆਨ ਮੋਹਤ ਕੂਪ। ਇਹਨੂੰ ਜ਼ਹਿਰ ਦਾ ਖੂਹ ਵੀ ਕਿਹਾ ਸੰਸਾਰ ਨੂੰ, ਇਹਨੂੰ ਜੰਗਲ ਵਰਗਾ ਵੀ ਕਿਹਾ ਹੈ। ਜਿੱਥੇ ਅੱਗ ਲੱਗ ਕੇ ਜੰਗਲ ਸੜਦਾ, ਇਸੇ ਤਰ੍ਹਾਂ ਤ੍ਰਿਸ਼ਨਾ ਈਰਖਾ ਦੀ ਅੱਗ ਵਿੱਚ ਸੰਸਾਰ ਸੜ ਰਿਹਾ। ਅਤੇ ਇਸੇ ਪ੍ਰਕਾਰ ਅਗਨ ਸਾਗਰ ਵੀ ਇੱਥੇ ਕਿ ਅੱਗ ਦਾ ਸਾਗਰ, ਜਿਵੇਂ ਬਚਨ ਹਨ, ਹੰਸ ਹੇਤ ਲੋਭ ਕੁਪ ਚਾਰੇ ਨਦੀਆਂ ਅੱਗ। ਚਾਰ ਨਦੀਆਂ ਇਸ ਸੰਸਾਰ ਸਮੁੰਦਰ 'ਚ ਪੈ ਰਹੀਆਂ। ਹਿੰਸਾ, ਕਤਲੇਆਮ, ਜੀਆਂ ਦੇ ਉੱਤੇ ਜ਼ੁਲਮ ਢਾਉਣਾ, ਹੇਤ ਮੋਹ ਕਰਨਾ ਕਿਸੇ ਨਾਲ, ਲੋਭ ਪਦਾਰਥਾਂ ਨੂੰ ਜਮ੍ਹਾਂ ਕਰ ਲੈਣ ਦਾ ਲਾਲਚ ਵੱਧਦਾ ਹੀ ਜਾਂਦਾ ਮਨੁੱਖ ਦਾ, ਅਤੇ ਕੋਪ, ਕ੍ਰੋਧ, ਗੁੱਸਾ, ਇਹ ਚਾਰ ਅੱਗ ਦੀਆਂ ਨਦੀਆਂ ਹਨ। ਐਸਾ ਇਹ ਸੰਸਾਰ ਸਮੁੰਦਰ ਹੈ। ਚਰਨ ਕਮਲ ਦੇ ਅੰਤਰ ਧਾਰੇ, ਅਗਨ ਸਾਗਰ ਗੁਰ ਪਾਰ ਉਤਾਰੇ। ਜਿਨ੍ਹਾਂ ਨੇ ਵਾਹਿਗੁਰੂ ਦੇ ਕਮਲ ਵਰਗੇ ਸੋਹਣੇ ਚਰਨ ਹਿਰਦੇ 'ਚ ਧਾਰਨ ਕੀਤੇ, ਟਿਕਾਏ ਹਨ ਨਾ, ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਅੱਗ ਦੇ ਸਾਗਰ ਸਮੁੰਦਰ ਸੰਸਾਰ ਤੋਂ ਪਾਰ ਉਤਾਰਾ ਕਰ ਦਿੱਤਾ, ਪਾਰ ਉਤਾਰ ਦਿੱਤੇ ਹਨ। ਬੂਢਤ ਜਾਤ ਪੂਰਾ ਗੁਰ ਕੱਢੇ। ਜਿਹੜੇ ਸੰਸਾਰ ਸਮੁੰਦਰ 'ਚ ਡੁੱਬਦੇ ਜਾਂਦੇ ਸੀ, ਪੂਰਿਆਂ ਗੁਰਾਂ ਨੇ ਉਹਨਾਂ ਨੂੰ ਡੁੱਬਦਿਆਂ ਨੂੰ, ਵਿਕਾਰਾਂ 'ਚ ਡੁੱਬਦਿਆਂ ਨੂੰ ਕੱਢ ਲਿਆ, ਬਾਹਰ ਕੱਢ ਲਿਆ। ਜਨਮ ਜਨਮ ਕੇ ਟੂਟੇ ਗਾਂਢੇ। ਜਨਮਾਂ ਜਨਮਾਂਤਰਾਂ ਦੇ ਜਿਹੜੇ ਟੁੱਟੇ ਹੋਏ ਸਨ ਵਾਹਿਗੁਰੂ ਨਾਲੋਂ, ਸਤਿਗੁਰੂ ਮਹਾਰਾਜ ਨੇ ਉਹਨਾਂ ਟੁੱਟਿਆਂ ਨੂੰ ਗੰਢ ਦਿੱਤਾ, ਪਰਮਾਤਮਾ ਨਾਲ ਜੋੜ ਦਿੱਤਾ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਿਸ ਭੇਟਤ ਗਤ ਪਈ ਹਮਾਰੀ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਐਸੇ ਸਤਿਗੁਰੂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਆਪਣਾ ਬਲ ਹਾਰਦੇ ਹਾਂ, ਆਪਣਾ ਆਪ ਚਰਨੀ ਪਾ ਦਿੰਦੇ ਹਾਂ, ਜਿਸ ਸਤਿਗੁਰੂ ਦੇ ਮਿਲਾਪ ਦੁਆਰਾ ਸਾਡੀ ਉੱਚੀ ਆਤਮਿਕ ਅਵਸਥਾ ਬਣ ਗਈ, ਗਤੀ ਹੋ ਗਈ ਹੈ। ਗਤ ਦੇ ਕਈ ਅਰਥ ਨੇ, ਗਤ ਚਾਲ, ਗਤੀ ਮੁਕਤੀ। ਸੋ ਗਤ ਅਵਸਥਾ, ਉੱਚੀ ਆਤਮਿਕ ਅਵਸਥਾ ਹੋਣੀ ਹੀ ਗਤੀ ਹੈ ਅਸਲ ਵਿੱਚ। ਇਹ ਹੋ ਜਾਣੀ ਜਦੋਂ ਉੱਚੀ ਆਤਮਿਕ ਅਵਸਥਾ ਬਣ ਗਈ, ਅਤੇ ਉਦੋਂ ਹੀ ਗਤੀ ਕਲਿਆਣ ਹੈ, ਜੀਵ ਦੀ ਮੁਕਤੀ ਉਦੋਂ ਹੀ ਹੈ। ਜਿਨ੍ਹਾਂ ਸਤਿਗੁਰਾਂ ਨੂੰ ਭੇਟਦਿਆਂ ਹੋਇਆਂ, ਮਿਲਾਪ ਕਰਦਿਆਂ ਹੋਇਆਂ, ਜਿਹੜਾ ਸਤਿਗੁਰਾਂ ਦੇ ਮਿਲਣ ਕਰਕੇ, ਪ੍ਰਾਪਤੀ ਹੋਣ ਕਰਕੇ ਸਾਡੀ ਗਤੀ ਉੱਚੀ ਆਤਮਿਕ ਅਵਸਥਾ ਹੋਈ ਹੈ, ਐਸੇ ਸਤਿਗੁਰੂ ਤੋਂ ਬਲਿਹਾਰ ਕੁਰਬਾਨ ਸਦਕੇ ਜਾਣਾ ਚਾਹੀਦਾ ਹੈ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਜੀ ਬਚਨ ਫਰਮਾਉਂਦੇ ਨੇ, ਸਾਧ ਸੰਗ ਤਾਂ ਕਿ ਸਰਨੀ ਪਰੋ। ਹਜ਼ੂਰ ਕਹਿੰਦੇ ਨੇ, ਭਾਈ ਸਾਧ ਸੰਗਤ ਵਿੱਚ ਆਓ। ਸਾਧੂਆਂ ਦੀ ਸੰਗਤ, ਸਾਧ ਸਤਿਗੁਰਾਂ ਦੀ ਸੰਗਤ, ਗੁਰਮੁਖ ਜਨਾਂ ਦੀ ਸੰਗਤ 'ਚ ਮਿਲ ਕੇ ਤਿਸ ਪਰਮਾਤਮਾ ਦੀ ਸ਼ਰਨ ਵਿੱਚ ਪਾਓ। ਮਨ ਤਨ ਆਪਣਾ ਆਗਿਆ ਧਰੋ। ਮਨੋਂ ਤਨ ਹੋ ਕੇ ਸ਼ਰਨ ਪੈਣਾ ਚਾਹੀਦਾ, ਅਤੇ ਮਨ ਅਤੇ ਤਨ ਦੋਵੇਂ ਜਿਹੜੇ ਆਪਣੇ ਬਣਾਏ ਹੋਏ ਨੇ, ਆਪਣਾ ਮਨ ਵੀ ਆਪਣਾ ਤਨ ਵੀ ਵਾਹਿਗੁਰੂ ਦੇ ਅੱਗੇ ਰੱਖ ਦਿਓ। ਸਭ ਕੁਝ ਤੁਹਾਡਾ ਹੈ ਜੀ, ਮੈਂ ਕੁਛ ਵੀ ਨਹੀਂ ਹਾਂ। ਅਸਲੀਅਤ ਵੀ ਇਹੋ ਹੀ ਹੈ। ਆਪਣਾ ਕਿਵੇਂ ਕੁਛ ਹੋ ਸਕਦਾ? ਸਰੀਰ ਵੀ ਉਸੇ ਨੇ ਬਣਾਇਆ, ਇੰਦਰੇ ਉਹਦੇ ਰਚੇ ਹੋਏ, ਜੀਵ ਆਤਮਾ ਉਸ ਦੀ ਅੰਸ਼, ਪ੍ਰਾਣ ਉਹਨੇ ਬਖਸ਼ੇ ਹੋਏ ਨੇ। ਜੀਵਨ ਦੇ ਵਿੱਚ ਖਾਣਾ ਪੀਣਾ ਸਭ ਕੁਝ ਉਸੇ ਨੇ ਧਰਤੀ 'ਚੋਂ ਸਭ ਕੁਝ ਪੈਦਾ ਕੀਤਾ। ਇਸ ਪ੍ਰਕਾਰ ਉਹਦਾ ਜਾਣ ਕੇ ਤਨ ਮਨ ਅਰਪੈ ਹੈ ਇਹ ਜੁਸਕਾ। ਜਿਸ ਦਾ ਇਹ ਹੈ, ਇਹ ਤਨ ਮਨ ਉਸੇ ਨੂੰ ਜਿਹੜਾ ਅਰਪਣ ਕਰ ਦੇਵੇ। ਅੰਮ੍ਰਿਤ ਨਾਮ ਪੀਵੋ ਮੇਰੇ ਭਾਈ। ਹੇ ਮੇਰੇ ਭਰਾ ਜੀ, ਆਤਮਿਕ ਮੌਤ ਨੂੰ ਮਾਰ ਦੇਣ ਵਾਲਾ ਜਿਹੜਾ ਨਾਮ ਹੈ, ਆਤਮਿਕ ਜ਼ਿੰਦਗੀ ਪ੍ਰਦਾਨ ਕਰਨ ਵਾਲਾ ਅੰਮ੍ਰਿਤ ਨਾਮ, ਹੇ ਮੇਰੇ ਭਰਾ ਜੀ, ਇਹ ਪੀਵੋ ਸਤਿਗੁਰਾਂ ਤੋਂ ਪ੍ਰਾਪਤ ਕਰਕੇ। ਸਿਮਰ ਸਿਮਰ ਸਭ ਤਪਤ ਬੁਝਾਈ। ਜਿਸ ਨਾਮ ਦਾ ਸਿਮਰਨ ਕਰੇ ਜਾਈਏ ਨਾ, ਕਰੀ ਜਾਈਏ, ਅਤੇ ਜਿਨ੍ਹਾਂ ਸਿਮਰਨ ਕੀਤਾ ਉਹਨਾਂ ਸਾਰੀਆਂ ਤਿਆਂ ਬੁਝਾ ਲਈਆਂ। ਜਿਹੜੀ ਤਪਤ ਸੀ ਨਾ, ਹਿਰਦਾ ਤਪਦਾ ਸੀ, ਤਪਤ, ਇਹ ਤਪਦੇ ਹੋਏ ਹਿਰਦੇ ਦੀ ਤਪਸ਼ ਉਹਨਾਂ ਬੁਝਾ ਲਈ ਹੈ। ਭਾਵ ਤ੍ਰਿਸ਼ਨਾ ਦੀ ਅੱਗ ਕਰਕੇ, ਵਿਕਾਰਾਂ ਦੀ ਅੱਗ ਕਰਕੇ ਹਿਰਦਾ ਤਪਦਾ, ਇੰਜ ਬੁਝ ਜਾਂਦੀ ਹੈ ਤ੍ਰਿਸ਼ਨਾ ਵਿਕਾਰਾਂ ਦੀ ਅੱਗ ਵਾਹਿਗੁਰੂ ਦਾ ਸਿਮਰਨ ਕੀਤਿਆਂ ਹੋਇਆ ਰਹਾਓ। ਤਜ ਅਭਿਮਾਨ ਜਨਮ ਮਰਨ ਨਿਵਾਰੋ। ਜਿਹੜਾ ਅਬ ਹਿਰਦੇ ਦੇ ਅੰਦਰ ਮਾਣ ਬੈਠਾ ਹੋਇਆ, ਇਹ ਛੱਡ ਦਿਓ। ਅਭਿਮਾਨ ਕਰਕੇ ਜੰਮਣਾ ਮਰਨਾ ਬਣਿਆ ਹੋਇਆ। ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਹੇ ਜੰਮਣ ਮਰਨ ਦਾ ਮੂਲ ਕਾਰਨ ਹੰਕਾਰ, ਤੂੰ ਬੜਾ ਪਾਪੀ ਮਨ ਵਾਲਾ ਹੈ। ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਮਿੱਤਰੰ ਤਜੰਤ ਸਤਰੰ ਦ੍ਰਿੜੰਤ।
ਜਿਹੜੇ ਮਿੱਤਰ ਹਨ ਸ਼ੁਭ ਗੁਣ ਉਹਨਾਂ ਦਾ ਤਿਆਗ ਕਰਾਉਣਾ, ਤੇ ਦੁਸ਼ਮਣ ਜਿਹੜੇ ਨਾ ਕਾਮ, ਕ੍ਰੋਧ, ਮੋਹ, ਹੰਕਾਰ, ਉਹਨਾਂ ਨੂੰ ਤੁਸੀਂ ਉਹਨਾਂ ਦੇ ਤਾਈਂ ਆਸਾ ਤ੍ਰਿਸ਼ਨਾ ਆਦਿਕ ਵਿਕਾਰਾਂ ਨੂੰ ਤੂੰ ਹਿਰਦੇ ਦ੍ਰਿੜ ਕਰਾਉਣਾ। ਸਾਰੇ ਪੁਆੜਾਂ ਦੀ ਜੜ ਤੂੰ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਅਬ ਹਿਰਦੇ ਦਾ ਮਾਣ, ਅਭਿਮਾਨ, ਹੰਕਾਰ ਛੱਡ ਕੇ ਆਪਣਾ ਜੰਮਣ ਮਰਨ ਨਿਵਾਰ ਲਓ, ਦੂਰ ਕਰ ਲਓ। ਜੰਮਣ ਮਰਨ ਤੋਂ ਖਿਹੜਾ ਛੁਡਾ ਲਓ। ਹਰ ਕੇ ਦਾਸ ਕੇ ਚਰਨ ਨਮਸਕਾਰੋ। ਹੰਕਾਰ ਇਹ ਛੱਡਣਾ ਕਿ ਜਿਹੜੇ ਵਾਹਿਗੁਰੂ ਦੇ ਦਾਸ ਨੇ ਨਾ, ਪਰਮਾਤਮਾ ਦਾ ਕੋਈ ਦਾਸ ਮਿਲ ਪਏ, ਰੱਬ ਦਾ ਭਗਤ, ਉਹਦੇ ਚਰਨਾਂ 'ਤੇ ਨਮਸਕਾਰ ਕਰੋ। ਸਾਸ ਪ੍ਰਭ ਮਨਹਿ ਸੰਭਾਲੇ, ਤੇ ਨਾਲ ਸਾਹ ਨਾਲ ਪ੍ਰਭੂ ਪਰਮਾਤਮਾ ਨੂੰ ਆਪਣੇ ਮਨ ਵਿੱਚ ਸੰਭਾਲੇ, ਚੇਤੇ ਕਰੋ, ਯਾਦ ਕਰੋ ਵਾਹਿਗੁਰੂ ਨੂੰ। ਸੋ ਧਨ ਸੰਚੋ ਜੋ ਚਾਲੈ ਨਾਲੇ। ਜਿਹੜਾ ਧਨ ਨਾਲ ਚੱਲਦਾ ਪ੍ਰਲੋਕ ਨੂੰ ਜਾਣ ਵੇਲੇ, ਉਹ ਧਨ ਸੰਚੋ ਇਕੱਠਾ ਕਰੋ, ਵਾਹਿਗੁਰੂ ਦੇ ਨਾਮ ਦਾ ਧਨ ਇਕੱਠਾ ਕਰੋ। ਸੰਚਨ ਕਰੋ ਨਾਮ ਧਨ ਨਿਰਮਲ, ਥਾਤੀ ਅਗਮ ਅਪਾਰ। ਬਿਲਸ਼ ਵਿਨੋਦ ਆਨੰਦ ਸੁਖ ਮਾਣੋ, ਖਾਏ ਜੀਵੋ ਸਿੱਖ ਪਰਿਵਾਰ। ਜਿਹੜਾ ਧਨ ਨਾਲ ਚੱਲਣਾ ਹੀ ਨਹੀਂ, ਉਹਦੇ ਨਾਲ ਨੇਹ ਲਾ ਕੇ, ਮੁਹੱਬਤ ਲਾ ਕੇ ਇਹਨਾਂ ਇਕੱਠਾ ਕਰੀ ਜਾਣਾ। ਵਰਤੋਂ ਵਿਹਾਰ ਤਾਂ ਚਾਹੀਦੀ ਹੈ ਨਾ, ਵਰਤੋਂ ਵਿਹਾਰ ਲਈ ਤਾਂ ਧਨ ਚਾਹੀਦਾ ਹੀ ਹੈ, ਕਮਾਉਣਾ ਚਾਹੀਦਾ ਧਰਮ ਦੀ ਕਿਰਤ ਕਰਕੇ। ਪਰ ਮਹਾਰਾਜ ਕਹਿੰਦੇ ਨੇ ਸ਼ਿੱਦਤ ਨਾਲ ਧਿਆਨ ਦੇ ਕੇ ਜਿਹੜਾ ਜਮ੍ਹਾਂ ਕਰਨ ਦੀ ਲਾਲਸਾ ਹੈ, ਉਹਦੇ ਨਾਲੋਂ ਰੱਬ ਦੇ ਨਾਮ ਦਾ ਧਨ ਇਕੱਠਾ ਕਰੋ, ਜਿਹੜਾ ਨਾਲ ਚੱਲਦਾ ਪ੍ਰਲੋਕ ਨੂੰ। ਤਿਸਹਿ ਪ੍ਰਾਪਤ ਜਿਸ ਮਸਤਕ ਭਾਗ। ਪਰ ਮਹਾਰਾਜ ਕਹਿੰਦੇ ਨੇ ਵੀ ਇਹ ਪ੍ਰਾਪਤ ਵੀ ਉਹਨਾਂ ਦੇ ਤਾਂ ਹੀ ਹੁੰਦਾ ਜਿਸ ਦੇ ਮੱਥੇ ਦੇ ਭਾਗ ਚੰਗੇ ਹੋਣ। ਇਹ ਉਸੇ ਨੂੰ ਪ੍ਰਾਪਤ ਹੁੰਦਾ। ਕਮਾਈ ਕੀਤੀ ਹੋਈ ਹੋਏ, ਭਗਤੀ ਵਾਲੇ ਸਾਧਨ ਕੀਤੇ ਹੋਣ, ਚੰਗੇ ਕਰਮ ਕੀਤੇ ਹੋਣ, ਤੇ ਫਿਰ ਇਹ ਨਾਮ ਮਿਲਦਾ। ਕਹੋ ਨਾਨਕ ਤਾਕੀ ਚਰਣੀ ਲਾਗ, ਜਿਸ ਨੂੰ ਵਾਹਿਗੁਰੂ ਦਾ ਨਾਮ ਪ੍ਰਾਪਤ ਆ, ਜਿਹਦੇ ਮੱਥੇ ਦੇ ਭਾਗ ਸਵੱਲੇ ਨੇ। ਹਜ਼ੂਰ ਕਹਿੰਦੇ ਨੇ ਭਾਈ ਉਸ ਗੁਰਮੁਖ ਦੀ ਚਰਣੀ ਲੱਗੋ, ਉਹ ਮਹਾਨ ਹੈ ਤੁਹਾਡੇ ਸਾਰਿਆਂ ਤੋਂ, ਜਿਹਨੂੰ ਪ੍ਰਾਪਤ ਹੈ ਵਾਹਿਗੁਰੂ ਦੇ ਨਾਮ ਦਾ ਧਨ। ਮਤਲਬ ਉਹਦੇ ਮੱਥੇ ਦੇ ਭਾਗ ਚੰਗੇ ਨੇ, ਸਾਡੇ ਤੋਂ ਉਜਲੇ ਨੇ। ਧਨ ਵਾਲੇ ਜਿਹੜੇ ਦੁਨਿਆਵੀ ਧਨ ਦੌਲਤਾਂ ਵਾਲੇ ਹਨ, ਉਹਨਾਂ ਦੇ ਪੈਰੀਂ ਅਸੀਂ ਲੱਗਦੇ ਹਾਂ ਖੁਸ਼ਾਮਦੀ ਬਣ ਕੇ ਵੀ ਕੁਛ ਮਿਲੇਗਾ ਇਹਨਾਂ ਤੋਂ। ਪਰ ਵਾਹਿਗੁਰੂ ਦੇ ਪਿਆਰਿਆਂ ਦੇ ਚਰਨੀ ਲੱਗੋ। ਮਹਾਰਾਜ ਕਹਿੰਦੇ ਸਤਿਕਾਰ ਕਰੋ ਉਹਨਾਂ ਦਾ, ਉਹਦੇ ਚਰਨ ਫੜੋ ਜਿਸ ਦੇ ਕੋਲ ਵਾਹਿਗੁਰੂ ਦੇ ਨਾਮ ਦਾ ਧਨ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੰਭੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।